पहली चीज ਆਪਾਂ ਅੱਜ ਮੈਂ ਇੱਕ ਗੱਲ ਹੋਰ ਦੱਸਾਂ ਜਿੰਨੇ ਵਧੀਆ ਤੇ ਸਪੀਡ ਨਾਲ ਚੱਲਾਂਗੇ ਆਪਾਂ ਸਾਰਾ ਸਿਲੇਬਸ ਪੜਾਂਗੇ ਕਿਉਂਕਿ ਆਪਣੇ ਲਈ ਸਾਰੇ ਮੋਡਿਊਲ ਬਰਾਬਰ ਨੇ ਆਪਾਂ ਸਾਰਿਆਂ ਦੀ ਪ੍ਰੈਪਰੇਸ਼ਨ ਕਰਨੀ ਹੈ ਤੇ ਆਪਣਾ ਪੇਪਰ ਹੈ ਜਿਹੜਾ ਉਹ ਕਲੀਅਰ ਹੋਊਗਾ ਤੇ ਅੱਜ ਜਿੰਨੀ ਵੀ ਕਲਾਸ ਹੋਊਗੀ ਪੂਰੀ ਰਾਈਟਿੰਗ ਪੂਰੀ ਰੀਡਿੰਗ ਪੂਰੀ ਲਿਸਨਿੰਗ ਪੂਰੀ ਸਪੀਕਿੰਗ 2 ਘੰਟੇ ਦੀ ਘੱਟੋ ਘੱਟ ਵੀਡੀਓ ਮੈਂ YouTube ਤੇ ਪਾਉਂਗਾ ਬੜੀ ਕਲੀਅਰ ਹੈ ਬਹੁਤ ਵਧੀਆ ਚੱਲਾਂਗੇ ਬਹੁਤ ਵਧੀਆ ਕਰਾਂਗੇ एनर्जी च कमी नहीं आती रमन दे क्वालिटी थोनों मैं दिखाऊंगा भी पढ़ाना किनू कहते हैं रेडी सारे हैप्पी ठीक है तो आप शुरू करांगे परमात्मा सुख रखे क्लास बहुत सोहनी जावे ते खुशप्रीत ने मत्था टेक लिया भी हे मेरे परमात्मा जहाज नूं चढ़ दे चलो जी चढ़िए जहाज थोड़े वाला सब तो पहला आपां आउंदे आ राइटिंग ते है ना राइटिंग मॉड्यूल आपां कढदे आ लो जी लो वेरी गुड टॉपिक थोड़े दी है Nowadays, more and more people want to get things done instantly. ਅੱਜ ਕੱਲ ਬਹੁਤ ਸਾਰੇ ਲੋਕ ਪਤਾ ਕੀ ਚਾਹੁੰਦੇ ਨੇ ਵੀ ਚੀਜ਼ਾਂ ਇਨਸਟੈਂਟਲੀ ਹੋ ਜਾਣ ਇਨਸਟੈਂਟਲੀ ਪਤਾ ਨਾਲ ਦੀ ਨਾਲ ਸਬਰ ਨਾਮ ਦੀ ਚੀਜ਼ ਹੀ ਨਹੀਂ ਉਹ ਚਾਹੁੰਦੇ ਐ ਕਿ ਜਿਹੜੀਆਂ ਚੀਜ਼ਾਂ ਨੇ ਉਹ ਨਾਲ ਦੀ ਨਾਲ ਹੋ ਜਾਣ ਕੋਈ ਸਬਰ ਨਹੀਂ ਹੈਗਾ ਉਹਨਾਂ ਦੇ ਵਿੱਚ ਉਸ ਤੋਂ ਬਾਅਦ ਕਹਿੰਦਾ Why is it? सब तो पहले नंबर ते आपां इह दसना है भी लोक सारियां चीज़ां नूं तेज क्यों चाहुंदे ने Why is it की हो गया अपना बॉडी पैराग्राफ 1 लोकां नूं काली क्यों है Do you think it is a positive or negative development की तुहानूं लगदा है ये पॉजिटिव है या नेगेटिव है ये BP2 च आपां ने एक लिखना है कहण दा मतलब क्वेश्चन आपां नूं की आ गया ਅੱਜ ਕੱਲ ਲੋਕਾਂ ਦੇ ਵਿੱਚ ਸਬਰ ਨਾਮ ਦੀ ਚੀਜ਼ ਨਹੀਂ ਹੈਗੀ ਜੋ ਅੱਜ ਕੱਲ ਦਾ ਸਮਾਂ ਚੱਲ ਰਿਹਾ ਹੈ ਲੋਕਾਂ 'ਚ ਪੇਸ਼ੈਂਸ ਨਹੀਂ ਹੈਗਾ ਕੋਈ ਵੀ ਕਹਿੰਦਾ ਨਾ ਵੀ ਬਸ ਛੇਤੀ ਇੱਕ ਮੇਰੇ ਕੋਲ ਆਇਆ ਸਰ ਅੰਗਰੇਜ਼ੀ ਸਿੱਖਣੀ ਹੈ ਬਿਲਕੁਲ ਤੁਹਾਡੀ ਵਰਗੀ ਤੇ ਮੇਰੇ ਕੋਲ 4 ਦਿਨ ਨੇ ਮੈਂ ਕਿਹਾ ਵੈਰੀ ਗੁੱਡ 4 ਦਿਨ ਇੰਨੇ ਜ਼ਿਆਦੇ ਕਿਉਂ ਨੇ ਹਾਂ ਕੋਈ ਬਾਈ ਗॉड ਯਾਰ ਉਹਨਾਂ ਨੂੰ ਇਹ ਲੱਗਿਆ ਵੀ ਇਹ ਤਾਂ ਐਵੇਂ ਨਹੀਂ ਹੈਗਾ ਹਰੇਕ ਬੰਦਾ ਕੋਈ ਨਾ ਕੋਈ ਪ੍ਰੋਫੈਸ਼ਨ 'ਚ ਹੈ ਨਾ ਉਹਨੂੰ ਟਾਈਮ ਲੱਗਿਆ ਬਣਨ ਤੇ ਤਾਂ ਬਹੁਤ ਕਲੀਅਰ ਸ਼ਬਦਾਂ 'ਚ ਮੈਂ ਕੀ ਕਹਿਣਾ ਟੌਪਿਕ ਨੇ ਆਪਾਂ ਨੂੰ ਇਹ ਕਹਿਤਾ ਵੀ ਅੱਜ ਕੱਲ ਲੋਕ ਨੇ ਜਿਹੜੇ ਲੋਕ ਨੇ ਉਹ ਹਰੇਕ ਚੀਜ਼ ਨੂੰ ਕਾਲੀ 'ਚ ਕਰਨਾ ਪਸੰਦ ਕਰਦੇ ਨੇ ਉਹਨਾਂ ਨੂੰ ਕਾਲੀ ਬਹੁਤ ਹੈ ਵੀ ਛੇਤੀ ਹੋ ਜਾਏ ਸਰ ਪੇਪਰ ਕਲੀਅਰ ਕਰਾ ਦਿਓ ਸਰ ਬਸ ਜਹਾਜ਼ ਚੜ੍ਹਨਾ ਸਰ PR ਲੈ ਲੈਣੀ ਹੈ ਸਰ ਇਹ ਹੋ ਕਿਉਂ ਰਿਹਾ ਹੈ ਕਾਲੀ ਕਿਉਂ ਹੈ ਆਪਣੀ ਬੋਡੀ ਪੈਰਾਗ੍ਰਾਫ 'ਚ ਇਹ ਦੱਸਣਾ ਹੈ ਕਾਲੀ ਕਿਉਂ ਹੈ ਕਾਲੀ ਇੰਨੀ ਜ਼ਿਆਦਾ ਜੇ ਕਿਸੇ ਨੂੰ ਮੈਸੇਜ ਵੀ ਭੇਜਿਆ ਹੋਵੇ ਨਾ ਡਬਲ ਟਿਕ ਕਿਉਂ ਨਹੀਂ ਹੋ ਰਹੇ ਡਬਲ ਟਿਕ ਹੋ ਗਏ ਅੱਛਾ ਬਲੂ ਟਿਕ ਕਿਉਂ ਨਹੀਂ ਹੋ ਰਹੇ ਵੈਰੀ ਗੁੱਡ ਕਾਲੀ ਤੇ BP2 ਚ ਪੁੱਤ ਆਪਾਂ ਨੇ ਦੱਸਣਾ ਵੀ ਇਹ ਚੰਗੀ ਗੱਲ ਹੈ ਜਾਂ ਮਾੜੀ ਗੱਲ ਹੈ ਮੈਨੂੰ ਤਾਂ ਲੱਗਦਾ ਮਾੜੀ ਹੈ ਇੰਨੀ ਕਾਲੀ ਵੀ ਨਹੀਂ ਹੁੰਦੀ ਤਾਂ ਆਓ ਆਪਾਂ ਟੌਪਿਕ ਨੂੰ ਕਿਵੇਂ ਕਰਾਂਗੇ ਦੇਖੋ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਚ ਆਪਾਂ ਕੀ ਕਰਦੇ ਹੁੰਨੇ ਆ ਦੋ ਚੀਜ਼ਾਂ ਰੀਫਰੇਜ਼ ਪਲੱਸ ਥੀਸਿਸ ਰੀਫਰੇਜ਼ ਦਾ ਮਤਲਬ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ ਆਪਾਂ ਰੀਫਰੇਜ਼ ਕੀ ਕਰਦੇ ਹੁੰਨੇ ਆ ਕਿ ਸਟੇਟਮੈਂਟ ਨੂੰ ਨਾਰਮਲ ਆਪਾਂ ਵਿਦ ਦਾ ਹੈਲਪ ਆਫ ਸਿਨੋਨਿਮ ਯੂਜ਼ ਕਰਦੇ ਆ ਤੇ ਥੀਸਿਸ ਦੇ ਵਿੱਚ ਆਪਾਂ ਕੀ ਕਰਦੇ ਹੁੰਨੇ ਆ ਕਿ ਜਿਹੜਾ ਇਹ ਐਸੇ ਹੈ ਉਹ ਕਾਦਾ ਐਸੇ ਹੈ ਆਪਾਂ ਦੇਖੀਏ ਮੈਂ ਇਹਦਾ ਰੀਫਰੇਜ਼ ਤੇ ਥੀਸਿਸ ਹੈ ਜਿਹੜਾ ਉਹ ਕਿਸ ਤਰੀਕੇ ਨਾਲ ਮੈਂਸ਼ਨ ਕੀਤਾ ਹੈਗਾ ਆਓ ਆਪਾਂ ਵੇਖਦੇ ਆ ਤੁਹਾਨੂੰ ਮੈਂ ਡਾਊਟ ਨਹੀਂ ਰਹਿਣ ਦਿੰਦਾ ਕਲਾਸ 'ਚ ਸ਼ੁਰੂ ਕਰਦੇ ਆ ਕਲਾਸ ਮੈਂ ਲਿਖਿਆ An increasing number of people have great desire to obtain immediate result of their efforts in today's world ਤੁਸੀਂ ਇਹ ਦੇਖੋ ਕਹਿੰਦਾ ਅੱਜ ਦੇ ਵਰਲਡ ਦੇ ਵਿੱਚ ਅੱਜ ਦੀ ਦੁਨੀਆ ਦੇ ਵਿੱਚ ਲੋਕਾਂ ਨੂੰ ਦੇਖੋ an increasing number of people ਜਿਵੇਂ ਜਿਵੇਂ ਲੋਕਾਂ ਦੇ ਇਹ ਨੰਬਰ ਵੱਧ ਰਿਹਾ ਹੈਗਾ ਉਹਨਾਂ 'ਚ ਗ੍ਰੇਟ ਡਿਜ਼ਾਇਰ ਹੈ ਬਹੁਤ ਇੱਛਾ ਹੈ obtain ਹੁੰਦਾ ਗੈਟ ਕਰਨਾ ਇਮੀਡੀਏਟ ਨਾਲ ਦੀ ਨਾਲ ਰਿਜ਼ਲਟਸ ਆਫ देयर ਐਫਰਟਸ ਵੀ ਜਿਹੜਾ ਕੰਮ ਉਹਨਾਂ ਨੇ ਕਰਿਆ ਨਾਲ ਦੀ ਨਾਲ ਉਹਨਾਂ ਨੂੰ ਉਹਦਾ ਫਲ ਮਿਲ ਜੇ ਇਨ ਟੂਡੇਜ਼ ਵਰਲਡ ਤੁਸੀਂ ਦੇਖੋ ਨਾਊਡੇਜ਼ ਮੋਰ ਐਂਡ ਮੋਰ ਪੀਪਲ ਵਾਂਟ ਟੂ ਗੈਟ ਥਿੰਗਸ ਡਨ ਇਨਸਟੈਂਟਲੀ ਇਸ ਚੀਜ਼ ਨੂੰ ਮੈਨੇ ਸਿਨੋਨਿਮ ਦੀ ਹੈਲਪ ਦੇ ਨਾਲ ਇੱਥੇ ਲਿਖਿਆ ਇਹ ਹੈ ਰੀਫਰੇਜ਼ ਕੋਈ ਵੀ ਬੱਚਾ ਆਪਣੀ ਮਰਜ਼ੀ ਨਾਲ ਚੇਂਜ ਕਰਕੇ ਲਿਖ ਸਕਦਾ ਹੈ ਕੋਈ ਦਿੱਕਤ ਨਹੀਂ ਹੈਗੀ ਤੇ ਰੀਫਰੇਜ਼ ਕਿਸੇ ਦਾ ਵੀ ਗਲਤ ਨਹੀਂ ਹੁੰਦਾ ਜੇ ਤੁਸੀਂ ਮੰਨ ਲਓ ਮੇਰੀ ਤਰੀਕੇ ਨਾਲ ਨਹੀਂ ਲਿਖਣਾ ਜੇ ਪੇਪਰ 'ਚ ਤੁਸੀਂ ਇਹ ਚਾਹੁੰਦੇ ਨਾਓ ਅ ਡੇਜ਼ ਦਾ ਤੁਸੀਂ ਥੀਸ ਡੇਜ਼ ਲਿਖ ਸਕਦੇ ਹੋ ਮੋਰ ਐਂਡ ਮੋਰ ਮੈਨੀ ਐਂਡ ਮੋਰ ਪੀਪਲ ਦਾ ਇੰਡੀਵਿਜੂਅਲ ਵਾਂਟ ਟੂ ਗੈਟ
थिंग्स उरे डन इंस्टेंटली तुसी डन इमीडिएटली वो भी लिख सकते सी। अपनी मर्जी है, हरेक बच्चे का सही है। रीफ्रेज तो दूजा स्टैप सी अपना थीसिस। थीसिस च अपने तो की पूछा गया, पहला क्वेश्चन तो यह है वाई इज इट, ये हुंदा क्यों है। डू यू थिंक इट इज अ पॉजिटिव और नेगेटिव डेवलपमेंट, थोनू की लगता है भी ये पॉजिटिव है या नेगेटिव है। तो मैंने थीसिस किवें लिखी, दिस एसे विल डिस्कस द प्रैक्टिकल रीजंस बिहाइंड दिस टेंडेंसी। जेड़ा ये एसे है वो प्रैक्टिकल जेडे रीजंस ने इस टेंडेंसी दे उन्हां उत्ते गल करूगा। एज वेल एज जिथे तक मैंने लगता है, आई बिलीव, मैं बिलीव करदा दैट दिस इज अ डिस्ट्रक्टिव डेवलपमेंट। डिस्ट्रक्टिव पता की होंदा है, डिस्ट्रक्टिव पता की होंदा है, नेगेटिव। जे कंस्ट्रक्टिव होंदा तो पॉजिटिव सीगा, जे डिस्ट्रक्टिव है तो नेगेटिव हैगा। आई बिलीव ता क्योंकि उन्होंने ये पूछा ना डू यू थिंक, की तुसी सोचते हो, तो मैं क्या जिथों तक मैनू लगता है एज वेल एज आई बिलीव, मैं बिलीव करदा यह एक डिस्ट्रक्टिव डेवलपमेंट है। हुण ये क्लीयर हो गया कि बॉडी पैराग्राफ 1 दे विच मैं दसूंगा भी लोग काली क्यों करते हैं। बॉडी पैराग्राफ 2 दे विच मैं दसूंगा भी ये गलत गल है, काली नहीं करनी चाहिए, सबर करना चाहिए। जे मैं कंस्ट्रक्टिव लिखदा, एक होर सुन लो, ये नेगेटिव का सिनोनिम है। नेगेटिव नूं की कहंदे ने, डिस्ट्रक्टिव, DESTRUCTIVE, डिस्ट्रक्टिव। कंस्ट्रक्टिव CONSTRUCTIVE, कंस्ट्रक्टिव। डिस्ट्रक्टिव ते कंस्ट्रक्टिव आ हुंदे ने दोने। क्लीयर। हुण आपां की करिया, तुहानूं पता है ना आपां बॉडी पैराग्राफ किवें लिखदे हुंदे आ। सब तो पहला एक पॉइंट देवांगे आपां, फिर उन्होंने एक्सप्लेन करांगे, उहदी एग्जाम्पल पावांगे, उहदा रिजल्ट पावांगे। देखो मैं किस तरीके नाल उस चीज नूं मैंशन किया। मैं लिखिया पुत्त, कल्ले कल्ले अखर नूं क्लीयर करूंगा तुहानूं पूरी क्लास दे विच। सब तो पहले नंबर ते कनैक्टर यूज किया टू बिगिन विद। टू बिगिन विद का मतलब की हो गया, अपना पहला कनैक्टर है। जदों राइटिंग लिखनी है तो सब तो पहला कनैक्टर यूज करो टू बिगिन विद। देयर आर न्यूमरस, बहुत ज्यादा न्यूमरस नेगे, कॉज वाई पीपल आर मोर लाइकली टू डू टास्क एज फास्ट एज पॉसिबल। कहना बहुत सारे रीजन ने कि जेडे लोग ने वो की करते हैं चीज़ां ना इक्को लख्त बहुत काली च चाहते हैं भी छेती तो छेती जिवें मर्जी हो जान। द रूट ऑफ द कॉज इज, रूट ऑफ द कॉज की मेन जड़ की है, इज द एवर राइजिंग प्रेशर फ्रॉम प्रोफेशनल लाइफ। देखो सब तो ज्यादा वड्डा की है, प्रोफेशनल लाइफ है ना जी लोगों की, वो तो सब तो वड्डी चीज है। प्रोफेशनल लाइफ का मतलब समझ रहे हो ना, कि हरेक बंदा चाहता है भी छेती तो छेती काम, छेती तो छेती काम, क्योंकि उन्होंने सारिਆਂ ਨੂੰ पता है ना भी जे काली च काम नहीं करांगे तो लोग अगे लंघ जाएंगे। तो सब तो बड़ी प्रॉब्लम की है, ये प्रोफेशनल लाइफ करके लोग ने जेडे वो, क्योंकि अपने जेडे बॉस होंदे ने वो टास्क देंदे ने भी छेती तो छेती फिनिश करो, काली है नहीं होर कंपनी के शेयर उपर वग जाएंगे। तां करके लोगों को यह हुंदा है बहुत जल्दी तो जल्दी अपने काम नूं करिया जावे। प्रोफेशनल लाइफ करके लोग काली करते हैं। प्रोफेशनल समझते ना कामकार वाली लाइफ। आपां टू बिगिन विद लिखिया, उस तो बाद मैं क्या भी बहुत सारे रीजन ने जिहदे करके लोग एज सून एज पॉसिबल काम करते हैं। मेन कारण की है, मैं दसदा कि प्रोफेशनल लाइफ है जिहड़ी वो मेन कारण है। आपां हुण की करदे इहनूं एक्सप्लेन करदे आ। एक्सप्लेन दे लई मैंने कनैक्टर यूज किया इन ऑर्डर, इन ऑर्डर वर्ड्स नहीं होगा, इन अदर वर्ड्स आऊगा। ठीक है, अदर OTHER, अदर आऊगा। ठीक है, ये गलत लिखा गया, ऑदर नहीं, ऑदर OTHER, इन अदर वर्ड्स, फिर कॉमा, कनैक्टर तो बाद कॉमा ना भूलियो। कहता हुणे की है, इन दिस कॉम्पिटिटिव एरा, कॉम्पिटिटिव एरा समझ गए ना, जी कॉम्पिटिशन भरी एरा हैगी, एवरीवन वांट टू कंपीट टू देयर काउंटर पार्ट्स बाय डूइंग वर्क फास्टली फॉर अर्निंग अ वास्ट अमाउंट ऑफ मनी इन लैस टाइम। हरेक बंदा अज की जी फास्ट एरा चल रही है ना, कॉम्पिटिटिव एरा होंगे, कॉम्पिटिशन भरी एरा, हरेक चाहता है कि बहुत मतलब वधिया
ਆਪਣੇ ਕੰਪੀਟੀਟਰ ਨੂੰ ਬੀਟ ਕਰਨ ਦੇ ਲਈ, ਆਪਣੇ ਕਾਊਂਟਰ ਪਾਰਟਸ ਨੂੰ ਬੀਟ ਕਰਨ ਦੇ ਲਈ ਬਹੁਤ ਤੇਜ਼ ਕੰਮ ਕਰਦੇ ਨੇ ਤਾਂ ਕਿ ਬਹੁਤ ਜ਼ਿਆਦਾ ਪੈਸਾ ਕਮਾਇਆ ਜਾਵੇ ਘੱਟ ਟਾਈਮ ਦੇ ਵਿੱਚ। ਤਾਂ ਕਰਕੇ ਲੋਕ ਨੇ ਜਿਹੜੀ ਉਹ ਬਹੁਤ ਕਾਲੀ ਕਰਦੇ ਨੇ। ਲੋਕ ਬਹੁਤ ਕਾਲੀ ਕਰਨ ਦਾ ਰੀਜ਼ਨ ਸਮਝ ਗਏ ਨਾ ਵੀ ਕਿਉਂ ਕਰਦੇ ਨੇ ਕਾਲੀ, ਕਿਉਂਕਿ ਉਹ ਕੰਪੀਟੀਸ਼ਨ 'ਚ ਬੰਨੇ ਹੋਏ ਨੇ। ਤਾਂ ਇਹ ਚਾਹੁੰਦੇ ਨੇ ਵੀ ਜਿੰਨਾ ਛੇਤੀ ਹੋ ਸਕੇ ਉਨਾ ਛੇਤੀ ਜਿਹੜਾ ਕੰਮ ਹੋਵੇ, ਕਿਉਂਕਿ ਉਹ ਬਹੁਤ ਘੱਟ ਸਮੇਂ 'ਚ ਵੱਧ ਅਮੀਰ ਬਣਨਾ ਚਾਹੁੰਦੇ ਨੇ। ਐਗਜ਼ਾਮਪਲ ਦਿੰਨੇ ਆ ਕੋਈ ਕਾਲੀ ਨਾਲ ਜੁੜੀ ਹੋਈ। ਐਗਜ਼ਾਮਪਲ ਕੀ ਨਿਕਲਦੀ ਆ ਪੁੱਤੇ ਦੀ? ਮੈਂ ਲਿਖਿਆ ਫॉर एग्जाम्पल अ सर्वे वाज कंडक्टेड बाय द यूके गवर्नमेंट। ਤੁਸੀਂ ਕੋਈ ਵੀ ਲਿਖ ਸਕਦੇ ਹੋ। ਇੱਕ ਸਰਵੇ ਕੰਡਕਟ ਹੋਇਆ यूके ਦੀ ਗਵਰਨਮੈਂਟ ਦੇ ਦੁਆਰਾ ਇਨ 2016 ਦੇ ਵਿੱਚ ਇੱਕ ਸਰਵੇ ਜਿਹੜਾ ਉਹ ਕੰਡਕਟ ਹੋਇਆ। ਫਾਊਂਡ ਦੈਟ, ਉਹਨਾਂ ਨੇ ਕੀ ਫਾਊਂਡ ਕਰਿਆ? 53% of the employees did not prefer to do recreational activities because of their extra workload which leads to weaken family bondings। ਧਿਆਨ ਨਾਲ ਦੇਖੋ, ਕਹਿੰਦਾ ਇੱਕ ਸਰਵੇ ਕੰਡਕਟ ਕਰਿਆ ਗਿਆ ਯੂਕੇ ਦੀ ਸਰਕਾਰ ਨੇ। ਦੇਖਿਆ 2016 ਦੇ ਵਿੱਚ ਉਹਨਾਂ ਨੇ ਕੀ ਲੱਭਿਆ ਕਿ 53% ਜਿਹੜੇ ਕੰਮ ਕਰਨ ਵਾਲੇ ਬੰਦੇ ਸੀ ਨਾ, ਉਹਨਾਂ ਨੇ ਰੀਕ੍ਰੀਏਸ਼ਨਲ ਐਕਟੀਵਿਟੀ ਪ੍ਰੈਫਰ ਨਹੀਂ ਕਰੀਆਂ। ਮਤਲਬ ਕਿ ਖੇਡਣਾ, ਕਿਤੇ ਘੁੰਮਣ ਜਾਣਾ, ਕਿਤੇ ਨੂੰ ਮਿਲਣ ਜਾਣਾ, ਕੋਈ ਮੂਵੀ ਤੇ ਜਾਣਾ, ਉਹ ਕਹਿੰਦੇ ਨਾ 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 ਸਾਡੇ ਕੋਲ ਟਾਈਮ ਹੀ ਨਹੀਂ, ਬਸ ਅਸੀਂ ਤਾਂ ਇਕੱਲਾ ਕੰਮ ਹੀ ਕਰਨਾ ਹੈਗਾ। ਫਿਰ ਕੀ ਹੋ ਗਿਆ? ਕਿਉਂਕਿ ਉਹਨਾਂ ਦੇ ਐਕਸਟਰਾ ਵਰਕ ਦਾ ਲੋਡ ਬਹੁਤ ਜ਼ਿਆਦਾ ਸੀਗਾ, ਜਿਹਦੇ ਕਰਕੇ ਵੀਕਨ ਹੋ ਗਏ ਫੈਮਿਲੀ ਬੌਂਡਿੰਗ, ਜਿਹਦੇ ਕਰਕੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਉਹਨਾਂ ਦੀ ਅੰਡਰਸਟੈਂਡਿੰਗ ਹੈ ਜਿਹੜੀ ਉਹ ਖਤਮ ਹੋ ਗਈ। ਹੁਣ ਇਹਦਾ ਰਿਜ਼ਲਟ ਕੀ ਨਿਕਲਦਾ ਹੈ? ਕਨੈਕਟਰ ਯੂਜ਼ ਕੀਤਾ। ਦਿਸ ਐਵੀਡੈਂਸ ਪ੍ਰੂਵਸ ਦੈਟ, ਕੀ ਪ੍ਰੂਵ ਕਰਦਾ ਹੈ? द रैट रेस, रैट रेस होंगी ना जी, बस पिछे चली चलो पिछे चली चलो, एक दे पिछे रैट रेस होंगी है। रैट रेस इन विच दे आर रनिंग, जी रैट रेस चल रही है ना, बिकम्स अ कॉज ऑफ देयर विलिंगनेस टवार्ड्स इंस्टेंट रिजल्ट्स ऑफ देयर वर्क। कहता ये एविडेंस ने प्रूव करता जी रैट रेस चल रही है ना रनिंग दी, बिकॉज अ कॉज ऑफ देयर विलिंगनेस, उन्होंने चीज़ां नहीं हो रही भी आ भी खरीद लीए आ भी खरीद लीए, ना कि वो अपने रिजल्ट्स ते फोकस नहीं कर रहे। उन्होंने ये आ भी मैं जिन्ना वध काम करूंगा या करूंगी, ओवर टाइम लाऊंगा तो बस मेरे को पैसे आने चाहिए ने। एनी हाउ मैंने अपना मेन पॉइंट सारे अगे ये रखिया कि जेडे लोग अज काम क्यों मतलब काम क्यों कर रहे ने भी बहुत तेजी नाल काम क्यों करना चाह रहे, क्योंकि कॉम्पीटिटिव है। जे काम नहीं करनगे तो लोग अगे निकल जाएंगे। क्लीयर है ना, सारे पता है गल। तो कहने का मतलब की है कि वो प्रोफैशनल लाइफ करके काली करते हैं। एक्सप्लेन करता आपने कि उन्होंने को जमी टाइम नहीं है किसी भी काम के लिए। एग्जाम्पल च दिता आपने कि बहुत लोग ने जेडे 53% वो तो कहते यार असी कली जॉब करनी है, रिक्रिएशनल एक्टिविटी नहीं करते। मतलब कि रिक्रिएशनल बोले तो अपना कोई खेड कुद कोई एंजॉयमेंट वाली एक्टिविटी नहीं करते, क्योंकि उन्होंने पैसे नाल प्यार है। जी रैट रेस है कहता वो कल्ले विलिंगनेस लिए है, बस कलियां चीज़ां नाल प्यार है, बंदियां नाल प्यार मुक गया। दैट्स इट। हुण आपां बॉडी पैराग्राफ 2 लिखांगे, गल्लां ओहदे च भी आपां ने चारे करनियां ने। आपां क्या भी नैगेटिव डिवेलपमेंट है, काली च काम नहीं करना चाहिए। नैगेटिव डिवेलपमेंट का आपां मेन पॉइंट दसांगे, एक्सप्लेन करांगे, एग्जाम्पल देवांगे ते उहदा रिजल्ट कड्डांगे। देखो किवें मैंने किहड़े कनैक्टर यूज करे उस चीज़ के लिए। मैं यूज कराया बच्चे फर्दर मोर, मैं अपने पॉइंट नूं अगे लेके जा रहा। फर्दर मोर देयर आर मल्टीवेरियस एडवर्स इफेक्ट्स, ये जो कहना बहुत सारे मल्टीवेरियस ने बहुत ज्यादा, एडवर्स ने बुरे बुरे प्रभाव ने ऑफ दिस अप्रोच ऑन पीपल्स लाइव्स, लोकां दी जिंदगी दे उत्ते इहदे बहुत ज्यादा बुरे प्रभाव पैंदे ने। कहंदा द प्रीडोमिनेंट वन इज दैट, प्रीडोमिनेंट की होंदा है मेन। मेन की है क्विक टास्क्स, जेडे मतलब क्विक टास्क होंदे ने जेडे काली वाले टास्क ने, ऑलवेज डिक्लाइन क्वालिटी ऑफ परफॉर्मेंस। कहना मैं कहा भी ये गलत है। गलत क्यों है? क्योंकि जेडे क्विक टास्क समझो ना, जेडे काम काली च करे जाते हैं ना, तो वो परफॉर्मेंस वधिया नहीं होंदी। कित्थे तो किसी काम नूं रीझ ला के करना, आराम नाल करना, तरीके नाल करना,
ਕਿੱਥੇ ਆਪਣੇ ਤੇ ਪ੍ਰੈਸ਼ਰ ਹੈ, ਬਸ ਕਰੋ ਕਰੋ ਕਰੋ, ਵੱਧ ਕੰਮ ਕਰੋ, ਵੱਧ ਕੰਮ ਕਰੋ, ਤਾਂ ਇਹਦੇ ਨਾਲ ਕਹਿੰਦਾ ਕੁਆਲਿਟੀ ਹੈ ਜਿਹੜੀ ਉਹ ਖਤਮ ਹੋ ਜਾਂਦੀ ਹੈ। ਕੁਆਲਿਟੀ ਖਤਮ ਹੋਣੀ, ਸਮਝਦੇ ਹੋ ਨਾ ਇਸ ਚੀਜ਼ ਨਾਲ। ਇਹ ਗਲਤ ਚੀਜ਼ ਹੈ, ਕਾਲੀ ਚ ਕਿਸੇ ਕੰਮ ਨੂੰ ਨਹੀਂ ਕਰਨਾ ਚਾਹੀਦਾ। ਇਹਦੇ ਨਾਲ ਜਿਹੜੀ ਕੁਆਲਿਟੀ ਹੈ ਪੁੱਤ ਉਹ ਖਤਮ ਹੋ ਜਾਂਦੀ ਹੈ। ਐਕਸਪਲੇਨ ਕਰਦਾ ਵੀ ਕਿਵੇਂ ਖਤਮ ਹੁੰਦੀ ਹੈ। ਕਨੈਕਟਰ ਯੂਜ਼ ਕਰਿਆ ਮੈਨੇ ਟੂ ਐਕਸਪਲੀਕੇਟ ਇਟ। ਹੁਣ ਇਹਨੂੰ ਐਕਸਪਲੇਨ ਕਰਦੇ ਹਾਂ। ਇਫ ਅ ਪਰਸਨ ਇਜ਼ ਡੂਇੰਗ ਵਰਕ ਇਨ ਹਰੀ, ਜੇ ਬੰਦਾ ਬਹੁਤ ਕਾਲੀ ਚ ਕੰਮ ਕਰਦਾ ਹੈ, then definitely one cannot concentrate properly, ਤਾਂ concentrate properly ਨਹੀਂ ਕਰ ਸਕਦਾ on the work due to the time pressure, ਕਿਉਂਕਿ ਟਾਈਮ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੈ, ਇਸ ਕਰਕੇ ਉਹਦਾ ਕਾਲੀ ਕਾਲੀ ਕੰਮ ਕਰਨਾ ਉਹਦੀ ਕੁਆਲਿਟੀ 'ਚ ਨਿਖਾਰ ਨਹੀਂ ਲੈ ਕੇ ਆਉਂਦਾ। ਹੁਣ ਇਹ ਨਾ ਸਮਝਿਓ ਰੀਡਿੰਗ 1 ਘੰਟੇ 'ਚ ਕਰਨੀ ਹੈ ਵੀ ਸਰ ਦੇਖੋ ਸਾਨੂੰ ਅੱਜ ਪਤਾ ਲੱਗਿਆ ਵੀ ਸਾਡੀ ਰੀਡਿੰਗ 'ਚ ਸਕੋਰ ਕਿਉਂ ਨਹੀਂ ਆ ਰਿਹਾ। ਸਰ ਕਾਲੀ ਹੈ ਨਾ, ਤੁਹਾਨੂੰ ਪਤਾ ਫਿਰ ਕਾਲੀ ਹੈ ਕਿ ਸਰ ਟੋਏ ਹੋਣਗੇ। ਦੇਖੋ ਸਾਡੇ ਤਾਂ ਟੋਏ ਬਹੁਤ ਵੱਡੇ ਵੱਡੇ ਨੇ, ਕਿਉਂ ਗਗਨ ਗਿੱਲ? ਸਾਡੇ ਤਾਂ ਟੋਏ ਬਹੁਤ ਵੱਡੇ ਪੱਟਦੇ ਸਰ ਤੁਸੀਂ। ਅੱਗੇ ਤੋਂ ਸਰ ਨੇ ਕਿਹਾ ਵੀ ਆਰਾਮ ਨਾਲ ਕੰਮ ਕਰਨਾ, ਨੋ ਕਾਲੀ। ਕਹਿਣ ਦਾ ਮਤਲਬ ਸਾਨੂੰ ਘੱਟੋ ਘੱਟ 4-5 ਘੰਟੇ ਰੀਡਿੰਗ ਦੇ ਦਿਓ, ਤਾਂ ਵੀ ਅਸੀਂ ਘੱਟੋ ਘੱਟ 20 ਕੁਐਸਚਨ ਕਰਾਂਗੇ ਇੰਨੇ ਟਾਈਮ 'ਚ। ਹਾਂ ਦੈਟਸ ਇਟ। ਐਵੇਂ ਚਾਹੁੰਦੇ ਹੋ? ਐਵੇਂ ਨਹੀਂ ਹੋਏਗਾ, ਐਵੇਂ ਨਹੀਂ ਹੋਏਗਾ। ਕਹਿਣ ਦਾ ਮਤਲਬ ਪੁੱਤਰ ਜੀ ਇਹ ਹੈ, ਟੈਸਟ ਨੂੰ ਤਾਂ ਉਨੇ ਟਾਈਮ 'ਚ ਕਰਨਾ ਪਊਗਾ ਉਸਤਾਦ ਜੀ, ਉਹ ਵਹਿਮ ਛੱਡ ਦਿਓ ਕਿਤੇ, ਠੀਕ ਹੈ ਨਾ। ਉਹ ਕਹਿੰਦਾ ਵੀ ਐਕਸਪਲੇਨ ਤਾਂ ਮੈਨੇ ਤਾਂ ਕਰੇਗਾ ਵੀ ਜੇ ਕੋਈ ਵੀ ਬੰਦਾ ਕਿਸੇ ਕੰਮ ਨੂੰ ਬਹੁਤ ਕਾਲੀ 'ਚ ਕਰਦਾ ਤਾਂ ਉਹਦੀ ਕੁਆਲਿਟੀ ਹੈ ਜਿਹੜੀ ਉਹ ਖਤਮ ਹੋ ਜਾਂਦੀ। ਇਹ ਸੱਚਾਈ ਵੀ ਹੈ, ਤਾਂ ਆਰਾਮ ਨਾਲ ਕਰੋ ਤੇ ਵਧੀਆ ਕਰੋ। ਹੁਣ ਇੱਕ ਐਗਜ਼ਾਮਪਲ ਦਿੰਦਾ, ਕੋਈ ਕਾਲੀ ਨਾਲ ਕੰਮ ਜੁੜਦੇ ਦੀ ਨੈਗੇਟਿਵ। ਫॉर इंस्टेंस एन एग्जामिनेशन वाज हेल्ड इन इंडिया इन 2016 फाउंड दैट, एक एग्जामिनेशन लिया गया, पेपर लिया गया इंडिया च 2016 च, merely 20% ऑफ द स्टूडेंट्स क्रैक्ड दैट पर्टिकुलर एग्जाम। 20% ने क्लियर किया वो एग्जाम owing to due to time limitations along with the complexity of task। complexity ਤਾਂ ਹੋਊਗੀ ਨਾ ਕਿਉਂਕਿ ਬਹੁਤ ਔਖਾ ਸੀਗਾ, which had dropped their performance। ਕੱਲੇ 20% ਲੋਕਾਂ ਨੇ ਹੀ ਪੇਪਰ ਨੂੰ ਕਲੀਅਰ ਕੀਤਾ, ਬਾਕੀਆਂ ਨੇ ਕਲੀਅਰ ਨਹੀਂ ਕੀਤਾ, ਕਿਉਂਕਿ ਪੇਪਰ ਇੱਕ ਤਾਂ ਔਖਾ ਬਹੁਤ ਸੀਗਾ, ਕੰਪਲੈਕਸਿਟੀ ਬਹੁਤ ਜ਼ਿਆਦਾ ਸੀਗੀ, ਤੇ ਦੂਜੀ ਗੱਲ ਉਹਨਾਂ ਨੂੰ ਟਾਈਮ ਮੈਨੇਜ ਨਹੀਂ ਕਰਨਾ ਆ, ਕਿਉਂਕਿ ਉਹਨਾਂ ਨੂੰ ਚੀਜ਼ਾਂ ਕਾਲੀ ਦੇ ਵਿੱਚ ਕਰਨੀਆਂ ਆਉਂਦੀਆਂ ਨਹੀਂ ਸੀਗੀਆਂ। ਤਾਂ ਡੈਫੀਨੇਟਲੀ ਜੇ ਕੋਈ ਬੰਦਾ ਕਿਸੇ ਕੁਐਸਚਨ ਨੂੰ ਵੀ ਕਾਲੀ ਕਾਲੀ ਕਰੂਗਾ ਤਾਂ ਕਿਤੇ ਨਾ ਕਿਤੇ ਉਹ 'ਚ ਵੀ ਪ੍ਰੋਬਲਮ ਆਊਗੀ, ਮੰਨੋ ਚਾਹੇ ਨਾ ਮੰਨੋ। ਡਨ। ਤਾਂ ਕਹਿਣ ਦਾ ਮਤਲਬ ਇਹ ਹੈਗਾ ਕਿ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਜੇ ਕੋਈ ਵੀ ਕੰਮ ਨੂੰ ਤੁਸੀਂ ਬਹੁਤ ਕਾਲੀ 'ਚ ਕਰੋਗੇ ਤਾਂ ਉਹਦਾ ਰਿਜ਼ਲਟ ਹੈ ਜਿਹੜਾ ਉਹ ਵਧੀਆ ਨਹੀਂ ਨਿਕਲਦਾ ਹੈਗਾ। ਹੁਣ ਇਹਦਾ ਰਿਜ਼ਲਟ ਕੀ ਨਿਕਲੂਗਾ? ਕਨੈਕਟਰ ਯੂਜ਼ ਕੀਤਾ ਹੈਂਸ। Hence, it is quite clear that clear है working in a quick manner has a deleterious impact on people's performance। ਜੇ ਕੰਮ ਨੂੰ ਕੁਇਕ ਮੈਨਰ ਚ ਕਰੋਗੇ, ਬਹੁਤ ਤੇਜ਼ੀ ਨਾਲ ਕਰੋਗੇ, ਤਾਂ ਡੈਲੀਟੇਰੀਅਸ ਹੁੰਦੇ ਨੇ, ਮਾੜੇ ਪ੍ਰਭਾਵ ਪੈਣਗੇ ਲੋਕਾਂ ਦੀ ਪਰਫਾਰਮੈਂਸ ਦੇ ਉੱਤੇ। ਤੁਸੀਂ ਇਹ ਦੇਖੋ, ਮੈਂ ਇੰਟਰੋਡਕਸ਼ਨ ਲਿਖੀ, ਬੋਡੀ 1 ਲਿਖਿਆ, ਬੋਡੀ 2 ਲਿਖਿਆ। ਬੋਡੀ 1 ਚ ਲਿਖਿਆ ਕਿ ਲੋਕ ਨੇ ਜਿਹੜੇ ਉਹ ਕਿਉਂ ਕੰਮ ਨੂੰ ਘੱਟ ਕਰ, ਮਤਲਬ ਬੜੀ ਤੇਜ਼ ਕਿਉਂ ਕਰ ਰਹੇ ਆ। ਮੈਂ ਲਿਖਿਆ ਵੀ ਇੱਕ ਕੰਪੀਟੀਟਿਵ ਐਰਾ, ਕੰਪੀਟੀਸ਼ਨ ਨਾਲ ਭਰੀ ਹੋਈ ਐਰਾ। ਮੈਂ ਨੈਗੇਟਿਵ ਕਿਉਂ ਦੱਸਿਆ ਵੀ ਜਿੰਨਾ ਉਹ ਕਾਲੀ ਨਾਲ ਕਿਸੇ ਕੰਮ ਨੂੰ ਕਰਨਗੇ ਤਾਂ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਉਹ ਖਰਾਬ ਹੋ ਚੁੱਕੀ। ਦੋ ਚੀਜ਼ਾਂ ਹੋ ਗਈਆਂ ਨਾ। ਕਨਕਲੂਜਨ ਦੇ ਵਿੱਚ ਵੀ ਮੈਂ ਦੋਨੇ ਚੀਜ਼ਾਂ ਬਾਰੇ ਗੱਲ ਕਰੂੰਗਾ। ਦੇਖੋ ਮੈਂ ਕਿਸ ਤਰੀਕੇ ਨਾਲ ਕਨਕਲੂਜਨ ਲਿਖਿਆ। ਮੈਂ ਲਿਖਿਆ ਇਨ ਕਨਕਲੂਜਨ इट इज क्लियर दैट, ये क्लियर है, ओइंग टू द मतलब ड्यू टू ग्रोइंग बर्डन ऑफ द lucrative jobs। lucrative jobs ਹੁੰਦੀਆਂ ਨੇ force people, ਜਿਹੜੀਆਂ ਮਤਲਬ ਲਾਲਚ ਦਿੰਦੀਆਂ ਨੇ, jobs force people to do things at fast pace। ਮਤਲਬ ਕੀ ਹੈ ਕਿ ਜਿਹੜੀਆਂ jobs ਨੇ ਨਾਲ ਤਾਂ ਉਹਨਾਂ ਨੂੰ ਬਰਡਨ ਬਹੁਤ ਦੇ ਰਹੀਆਂ ਨੇ, ਦਿਮਾਗ ਤੇ ਟੈਨਸ਼ਨ ਬਹੁਤ ਪਾ ਰਹੀਆਂ ਨੇ, ਤੇ ਦੂਜੀ ਗੱਲ ਕੀ ਹੈ ਉਹਨਾਂ ਨੂੰ ਕਹਿ ਰਹੀਆਂ ਨੇ ਵੀ ਕੰਮ ਨੂੰ ਤਾਂ ਜਿੰਨਾ ਮਰਜ਼ੀ ਹੈ ਛੇਤੀ ਤੋਂ ਛੇਤੀ ਕਰੋ। along with I believe that, ਇਹਦੇ ਨਾਲ ਮੈਂ ਕੀ ਯਕੀਨ ਕਰਦਾ, it also affects badly on their task response। ਤੇ ਜਿਹੜਾ affect A ਵਾਲਾ ਹੁੰਦਾ ਨਾ, ਹਮੇਸ਼ਾ ਇਹਦਾ ਮਾੜਾ ਪ੍ਰਭਾਵ ਹੁੰਦਾ ਹੈ। affect ਜਿਹੜਾ A ਤੋਂ ਹੁੰਦਾ ਹੈ, ਕਹਿੰਦਾ ਮੈਂ ਕਹਿੰਦਾ ਜਿੰਨਾ ਜ਼ਿਆਦਾ ਕਾਲੀ ਦੇ ਵਿੱਚ ਕੋਈ ਬੰਦਾ ਕੰਮ ਕਰੂਗਾ ਤਾਂ ਉਨੀ ਜਿਹੜੀ ਪਰਫਾਰਮੈਂਸ ਹੈ ਉਹਦੇ ਤੇ ਮਾੜਾ ਪ੍ਰਭਾਵ ਪਏਗਾ ਹੀ ਪਏਗਾ। ਐਸੇ ਦਾ ਮੈਂ ਜੇ ਤੁਹਾਨੂੰ ਓਵਰਆਲ ਦੇਣ ਦੀ ਗੱਲ ਕਰਦਾ ਤਾਂ ਓਵਰਆਲ ਇੰਨਾ ਕਿ ਸਭ ਤੋਂ ਪਹਿਲਾ ਸਟੈਪ ਮੇਰਾ ਇੰਟਰੋਡਕਸ਼ਨ ਹੋਊਗਾ ਟਾਸਕ ਟੂ, ਕੋਈ ਮਰਜ਼ੀ ਹੋਵੇ। ਇੰਟਰੋਡਕਸ਼ਨ, ਰੀਫਰੇਜ਼ ਪਲੱਸ ਥੀਸਿਸ।
ਰੀਫਰੇਜ਼ ਜੇ ਕਿਸੇ ਦੇ ਸਿਨੋਨਿਮ ਆਉਂਦੇ ਨੇ ਤਾਂ ਲਿਖ ਦਿਓ, ਜਿਹਦੇ ਨਹੀਂ ਆਉਂਦੇ ਤਾਂ ਸੇਮ ਲਿਖ ਦਿਓ। ਥੀਸਿਸ ਦਾ ਮਤਲਬ ਇਹ ਹੁੰਦਾ ਹੈ ਕਿ ਅਪਕਮਿੰਗ ਪੈਰਾਗ੍ਰਾਫ ਦੇ ਵਿੱਚ ਮੈਂ ਪੋਜ਼ਿਟਿਵ ਲਿਖੂੰਗਾ, ਨੈਗੇਟਿਵ ਲਿਖੂੰਗਾ, ਮੈਂ ਕੀ ਕਰੂੰਗਾ ਉਹਦੇ ਬਾਰੇ ਆਪਾਂ ਨੇ ਮੈਂਸ਼ਨ ਕਰਨਾ ਹੁੰਦਾ ਹੈਗਾ, ਠੀਕ ਹੈ। ਅਗਲੀ ਗੱਲ, ਬੋਡੀ ਪੈਰਾਗ੍ਰਾਫ 1 ਤੇ ਬੋਡੀ 2, ਮੈਂ ਪਹਿਲਾ ਕਨੈਕਟਰ ਯੂਜ਼ ਕੀਤਾ ਟੂ ਬਿਗਨ ਵਿਦ। ਐਸੇ ਨੂੰ ਸ਼ੁਰੂ ਕਰਨ ਦੇ ਲਈ ਪਹਿਲਾ ਕਨੈਕਟਰ ਵਰਤੋ ਟੂ ਬਿਗਨ ਵਿਦ। ਐਕਸਪਲੇਨ ਕਰਨ ਦੇ ਲਈ ਇਨ ਅਦਰ ਵਰਡਸ, ਅਦਰ। ਐਗਜ਼ਾਮਪਲ ਦੇ ਲਈ ਫॉर ਐਗਜ਼ਾਮਪਲ 1 2 3। ਤੇ ਜਿਹੜਾ ਚੌਥੇ ਨੰਬਰ ਤੇ ਆਪਾਂ ਰਿਜ਼ਲਟ ਕੱਢਣਾ ਹੈਗਾ, ਰਿਜ਼ਲਟ ਦੇ ਲਈ ਦਿਸ ਐਵੀਡੈਂਸ ਹੈ ਜਿਹੜਾ ਉਹ ਪ੍ਰੂਵ ਦੈਟ ਕਰਦਾ ਤਾਂ ਕੀ ਹੈ, ਉਹ ਆ ਹੋ ਗਿਆ। 4 ਕਨੈਕਟਰ ਪਹਿਲੇ ਦੇ ਹੋ ਗਏ। ਹੁਣ ਜਿਹੜੇ BP2 ਦੇ 4 ਕਨੈਕਟਰ ਹੋਣਗੇ ਉਹ ਸੇਮ ਨਹੀਂ ਹੋਣੇ ਚਾਹੀਦੇ, ਇਹਨਾਂ ਚਾਰਾਂ ਤੋਂ ਅਲੱਗ ਹੋਣੇ ਚਾਹੀਦੇ ਨੇ। ਜਿਵੇਂ ਕਿ ਪਹਿਲਾ ਕਨੈਕਟਰ ਯੂਜ਼ ਕਰਿਆ ਫਰਦਰ ਮੋਰ, ਉਥੇ ਟੂ ਬਿਗਨ ਵਿਦ ਸੀਗਾ, ਫਰਦਰ ਮੋਰ ਮੈਂ ਆਪਣੀ ਗੱਲ ਨੂੰ ਅੱਗੇ ਲੈ ਕੇ ਜਾ ਰਿਹਾ। ਉਥੇ ਇਨ ਅਦਰ ਵਰਡ ਸੀ ਟੂ ਐਕਸਪਲੀਕੇਟ ਇਟ, ਉਥੇ ਫॉर ਐਗਜ਼ਾਮਪਲ ਸੀ, ਉਰੇ ਫॉर ਇਨਸਟੈਂਸ। ਜਿੱਥੇ ਲਾਸਟ ਤੇ ਉਥੇ ਇਫੈਕਟ ਸੀਗਾ, ਆਪਣਾ ਇੱਥੇ ਕੀ ਹੋ ਗਿਆ, ਹੈਂਸ, ਉਥੇ ਐਜ਼ ਅ ਰਿਜ਼ਲਟ ਸੀਗਾ। BP1 BP2 ਆਪਾਂ ਨੇ ਦੋਨੇ ਤਰੀਕੇ ਨਾਲ ਮੈਂਸ਼ਨ ਕੀਤੇ। ਰਹੀ ਗੱਲ ਕਨਕਲੂਜਨ ਦੀ, ਕਨਕਲੂਜਨ ਦੇ ਵਿੱਚ ਆਪਾਂ ਨੇ ਇਨ ਕਨਕਲੂਜਨ ਮੈਂਸ਼ਨ ਕੀਤਾ। BP1 ਦੱਸਿਆ ਵੀ ਹਾਂ ਭਰਾਵਾ, ਜਿੰਨਾ ਜ਼ਿਆਦਾ ਮਤਲਬ ਕੰਮ ਹੋ ਰਿਹਾਗਾ ਉਹ ਜਿਹੜੀਆਂ ਜੌਬਸ ਨੇ ਪ੍ਰੈਸ਼ਰ ਕ੍ਰੀਏਟ ਕਰ ਰਹੀਆਂ ਨੇ, ਤੇ ਦੂਜੀ ਗੱਲ ਕੀ ਹੈ, ਜਿਹੜੀਆਂ ਜੌਬਸ ਨੇ ਉਹ ਬੰਦਿਆਂ ਨੂੰ ਬਹੁਤ ਫਾਸਟ ਪੇਸ ਤੇ ਕੰਮ ਕਰਨ ਨੂੰ ਕਹਿੰਦੀਆਂ ਨੇ। ਪਰ ਅਲੋਂਗ ਵਿਦ ਨੂੰ ਲਾਇਆ ਤਾਂ ਇਹਦੇ ਨਾਲ ਨਾਲ ਮੈਂ ਤਾਂ ਇਹ ਕਹਿਣਾ ਇਹ ਟਾਸਕ ਰਿਸਪੌਂਸ ਦੇ ਉੱਤੇ ਬਹੁਤ ਜ਼ਿਆਦਾ ਨੈਗੇਟਿਵ ਪ੍ਰਭਾਵ ਪਾਉਂਦੇ ਆ। ਨੈਗੇਟਿਵ ਸਮਝ ਗਏ ਨਾ, ਕਿਉਂਕਿ ਜਦੋਂ ਕੋਈ ਬੰਦਾ ਕਾਲੀ ਕਾਲੀ ਚ ਕੰਮ ਕਰੂਗਾ ਤਾਂ ਉਹਦਾ ਨੁਕਸਾਨ ਹੋਏਗਾ ਹੀ ਹੋਏਗਾ। ਦਿਸ ਇਜ਼ ਕਾਲਡ ਕੰਪਲੀਟ ਟਾਸਕ 2 ਤੇ ਇਹਦੇ 6 ਬੈਂਡ ਹੁੰਦੇ ਨੇ। ਹੁਣ ਤੁਸੀਂ ਦੇਖੋ ਕਿ ਤੁਸੀਂ ਕਿੰਨੇ ਪਾਣੀ ਚੋਂ, ਠੀਕ ਆ। ਤੁਹਾਨੂੰ ਸਹੀ ਸਾਰਿਆਂ ਨੂੰ 2 ਮਿੰਟ ਦਾ ਬ੍ਰੇਕ ਦੇ ਰਿਹਾ, ਨਾਲ ਦੀ ਨਾਲ ਰੀਡਿੰਗ ਤੇ ਆਉਂਗਾ, ਫਿਨਿਸ਼ ਕਰਾਂਗੇ ਤੇ ਬਹੁਤ ਤੇਜ਼ ਚੱਲਾਂਗੇ। ਸਾਰੇ ਮੋਡਿਊਲ ਅੱਜ ਫਿਨਿਸ਼ ਕਰਕੇ ਕਲਾਸ ਨੂੰ ਸਾਹ ਲਵਾਂਗੇ ਆਪਾਂ, ਠੀਕ ਹੈ। ਯੂ ਹੈਵ ਓਨਲੀ 2 ਮਿੰਟ ਟੂ ਮੇਕ yourself fresh. After 2 minutes I'm coming for reading. ਸੋ एवरीवन, ਆਪਣਾ ਫਸਟ ਮੋਡਿਊਲ ਰਾਈਟਿੰਗ ਟਾਸਕ 2 ਮੇਰੀ ਆਨਲਾਈਨ ਕਲਾਸ ਦਾ ਫਿਨਿਸ਼ ਕੀਤਾ। ਸੈਕੰਡ ਮੋਡਿਊਲ ਮੈਂ ਤੁਹਾਨੂੰ ਅੱਜ ਰੀਡਿੰਗ ਦੇ MCQ ਪੜਾਉਂਗਾ, ਮਲਟੀਪਲ ਚੁਆਇਸ ਕੁਐਸਚਨਸ। ਕੱਲ ਜਿੰਨੇ ਵਧੀਆ ਟਰੂ ਫਾਲਸ ਪੜਾਏ ਸੀ ਸਾਰਿਆਂ ਨੂੰ ਪਤਾ ਹੈ, ਉਸ ਤੋਂ ਵੀ ਕਿਤੇ ਜ਼ਿਆਦਾ ਵਧੀਆ ਅੱਜ ਮੈਂ ਤੁਹਾਨੂੰ MCQ ਪੜਾਉਂਗਾ। ਤੁਹਾਡੇ ਤੇ ਡਿਪੈਂਡ ਕਰਦਾ ਹੈ, ਵੇਰੀ ਤੁਹਾਡੇ ਤੇ ਕਰਦਾ ਕਿ ਤੁਸੀਂ ਕਿੰਨਾ ਕੁ ਵਧੀਆ ਐਨਜੋਏ ਨਾਲ ਕਲਾਸ ਨੂੰ ਅਟੈਂਡ ਕਰਦੇ ਹੋ, ਕਿੰਨਾ ਕੁ ਵਧੀਆ ਸਿੱਖਦੇ ਹੋ। ਤੇ ਰਮਨ ਸ਼ਰਮਾ ਤਿਆਰ ਹੈ ਤੁਹਾਨੂੰ ਸਿਖਾਉਣ ਦੇ ਲਈ, ਬਿਲਕੁਲ ਚਿੰਤਾ ਨਾ ਕਰੋ। ਆਪਾਂ ਸ਼ੁਰੂ ਕਰਦੇ ਹਾਂ ਆਪਣਾ ਸੈਕੰਡ ਮੋਡਿਊਲ, ਦੈਟਸ ਕਾਲਡ ਆਇਲਸ ਰੀਡਿੰਗ, ਤੇ ਦੇਖਾਂਗੇ ਕਿ ਰੀਡਿੰਗ ਕੀ ਗਾ ਪਾਉਂਦੀ ਹੈ, ਹੈਨਾ। ਟੌਪਿਕ ਦਾ ਨਾਮ ਹੈ ਮਾਈਕਰੋ ਐਂਟਰਪ੍ਰਾਈਜ਼ਸ ਕ੍ਰੈਡਿਟ ਫॉर ਸਟਰੀਟ ਯੂਥ। ਮਤਲਬ ਪਤਾ ਨਹੀਂ, ਮਤਲਬ ਚਲੋ ਕੋਈ ਨਾ, ਆਇਓ ਮਤਲਬ ਕੱਢਦੇ ਹਾਂ ਆਪਾਂ, ਚਿੰਤਾ ਨਾ ਕਰੋ ਮੇਰੇ ਹੁੰਦੇ। ਟੌਪਿਕ ਇੰਟਰੋਡਕਸ਼ਨ, ਬੈਕਗਰਾਉਂਡ, ਕੁਐਸਚਨ ਦੇਖੀਏ ਪਹਿਲਾਂ ਕਿਤੇ। ਵਾਓ, ਆ ਰਹੇ ਕੁਐਸਚਨ ਆਪਣੇ ਕੋਲ, ਮਤਲਬ 4 ਮੇਰੇ ਕੋਲੇ MCQ ਦਿੱਤੇ ਹੋਏ ਇਹਨਾਂ ਨੇ, ਤੇ ਮੈਂ ਤੁਹਾਨੂੰ ਇਹ ਸਿਖਾਉਂਗਾ। ਇੱਕ ਗੱਲ ਦਿਮਾਗ 'ਚ ਲਾ ਕੇ ਚੱਲਿਓ, ਮੇਰੀ ਕਲਾਸ ਨੂੰ ਲਾਉਣ ਤੋਂ ਬਾਅਦ ਤੁਹਾਨੂੰ ਇਹ ਸ਼ੋਰਿਟੀ ਹੋ ਜਾਊਗੀ ਕਿ ਕਿਸ ਤਰੀਕੇ ਨਾਲ ਅਸੀਂ ਕਲਾਸ ਨੂੰ ਅਟੈਂਡ ਕਰਦੇ ਹਾਂ, ਕਿਵੇਂ ਅਸੀਂ ਆਪਣੇ ਆਨਸਰਸ ਨੂੰ ਲੱਭਦੇ ਹਾਂ। ਤੇ ਤੁਹਾਨੂੰ ਇਹ ਸ਼ੋਰਿਟੀ ਫੀਲ ਕਰੀਓ ਤੁਸੀਂ ਵੀ ਰਮਨ ਸਰ, ਆਇਲਸ ਦੇ ਵਿੱਚ ਮੰਡੇ ਨੂੰ ਮੈਂ ਫਿਲ ਇਨ ਦਾ ਬਲੈਂਕ ਕਰਾਈ ਸੀ, ਟਿਊਜ਼ਡੇ ਨੂੰ ਮੈਂ ਲਿਸਟ ਆਫ ਹੈਡਿੰਗ ਕਰਾਈ ਸੀ, ਵੈਨਸਡੇ ਨੂੰ ਮੈਂ ਟਰੂ ਫਾਲਸ ਕਰਾਈ ਸੀ, ਥਰਸਡੇ ਨੂੰ ਮੈਂ ਅੱਜ MCQ ਕਰਾ ਰਿਹਾ, ਫਰਾਈਡੇ ਨੂੰ ਮੈਂ ਮੈਚਿੰਗ ਕਰਾਉਂਗਾ। ਪੂਰੀ ਆਇਲਸ ਦੀ ਰੀਡਿੰਗ ਇਸ ਤੋਂ ਬਾਹਰੋਂ ਆ ਹੀ ਨਹੀਂ ਸਕਦੀ। ਇਹ ਕੰਪਲੀਟ ਆਇਲਸ ਦੀ ਰੀਡਿੰਗ ਦਾ ਪੈਕੇਜ ਦੇ ਰਿਹਾ ਮੈਂ ਤੁਹਾਨੂੰ, ਆ ਕੇ ਦੇਖੋ ਕਿਵੇਂ। ਰੀਡਿੰਗ ਦਾ ਫਸਟ ਕੁਐਸਚਨ ਹੈ ਕਿੰਨਾ ਕੁ ਪੜੂੰਗਾ, ਕਿਵੇਂ ਚੱਲੂੰਗਾ, ਕੱਲੀ ਕੱਲੀ ਗੱਲ ਤੁਹਾਨੂੰ ਰੀਡਿੰਗ ਦੀ ਸਮਝਾਉਣਾ। ਉਮੀਦ ਕਰੂੰਗਾ ਕਿ ਤੁਸੀਂ ਬਹੁਤ ਵਧੀਆ ਗੈਟ ਕਰੋਗੇ। ਪਹਿਲਾ ਕੁਐਸਚਨ ਦੇਖੋ, ਕਹਿੰਦਾ ਦਾ ਕੋਟੇਸ਼ਨਸ ਇਨ ਦਾ ਬਾਕਸ ਐਟ ਦਾ ਬਿਗਿਨਿੰਗ ਆਫ ਦਾ ਆਰਟੀਕਲ। ਕਹਿੰਦੇ ਕਿ ਬਾਕਸ ਦੇ ਵਿੱਚ ਜਿਹੜੀ ਕੋਟੇਸ਼ਨ ਦਿੱਤੀ ਹੋਈ ਆ ਆਰਟੀਕਲ ਦੇ ਬਿਗਨਿੰਗ ਵਿੱਚ। ਹੁਣ ਸਾਨੂੰ ਲੋਕੇਸ਼ਨ ਨੂੰ ਪਤਾ ਕਰਨ ਦਾ ਤਰੀਕਾ ਹੀ ਪਤਾ ਚੱਲ ਗਿਆ ਕਿ ਆਰਟੀਕਲ ਦੀ ਬਿਗਨਿੰਗ ਤੋਂ ਮਤਲਬ ਉਹਦੀ ਸ਼ੁਰੂਆਤ ਤੋਂ। ਸ਼ੁਰੂਆਤ ਵਿੱਚ ਆਰਟੀਕਲ ਬਾਰੇ ਕੀ ਕਿਹਾ ਗਿਆ, ਆਪਾਂ ਉਹਦੀ ਕੋਟੇਸ਼ਨ ਦੇਖਣੀ ਆ ਕਿ ਉਹ ਕਾਦੇ ਬਾਰੇ ਗੱਲ ਕਰ ਰਿਹਾ। ਮਤਲਬ ਜਿਹੜੀ ਕੋਟੇਸ਼ਨ ਸੀ ਜੋ ਲਿਖਿਆ ਗਿਆ ਸੀਗਾ ਆਰਟੀਕਲ ਦੀ ਬਿਗਿਨਿੰਗ ਦੇ ਵਿੱਚ, ਆਰਟੀਕਲ ਦੀ ਸ਼ੁਰੂਆਤ ਦੇ ਵਿੱਚ ਕੀ ਲਿਖਿਆ ਗਿਆ ਸੀ। ਆਪਾਂ ਕਦੇ ਵੀ ABCD ਨਹੀਂ ਪੜ੍ਹਨਾ। ਜੇ ਤੁਸੀਂ ABCD ਪੜ੍ਹ ਲਿਆ ਤੁਸੀਂ ਕਨਫਿਊਜ਼ ਹੋ ਜਾਓਗੇ, ਤੁਸੀਂ ਫਿਰ ਆਨਸਰ ਨਹੀਂ ਕਰ ਸਕਦੇ।
MCQ ਨੂੰ ਕਰਨ ਦਾ ਅਸੀਂ ਤੁਹਾਨੂੰ ਰਾਮਬਾਣ ਦੇ ਰਹੇ ਹਾਂ, ਸਮਝ ਗਏ ਨਾ ਵੀ ਬਸ ਪੱਕਾ ਇਲਾਜ। ਇਸ ਤੋਂ ਬਾਅਦ MCQ ਖਤਮ ਮਤਲਬ ਮੁੜ ਕੇ ਗਲਤੀ ਕੁਝ ਵੀ ਨਹੀਂ। ਆਪਾਂ ਲੋਕੇਸ਼ਨ ਤੇ ਜਾਵਾਂਗੇ, ਆਰਟੀਕਲ ਦੀ ਬਿਗਿਨਿੰਗ ਪੜਾਂਗੇ ਆਪਾਂ, ਕੋਟੇਸ਼ਨ ਦੇਖਾਂਗੇ ਉਹਦੇ ਬਾਰੇ ਕੀ ਦਿੱਤੀ ਹੋਈ ਹੈ। ਲੋਕੇਸ਼ਨ ਤੇ ਜਾਣ ਦਾ ਸਭ ਤੋਂ ਵਧੀਆ ਤਰੀਕਾ ਦੇਖੀਏ ਆਪਾਂ। ਹਾਂਜੀ ਨਵ, ਹਾਂਜੀ ਹੁਣ ਤੁਸੀਂ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਨਾ ਬਿਗਨਿੰਗ ਤੋਂ ਹੀ ਪੜੋ, ਉਹਨਾਂ ਨੇ ਕਿਹਾ ਬਿਗਨਿੰਗ ਕਰੋ ਉਹਦੀ, ਤਾਂ ਬਿਗਨਿੰਗ ਤੋਂ ਹੀ ਕਿੱਥੋਂ ਆਪਾਂ ਨਾ ਬਿਲਕੁਲ ਫਰਸਟ ਲਾਈਨ ਤੋਂ ਪੜਨਾ ਸਟਾਰਟ ਕਰ ਦਾਂਗੇ। ਇਥੋਂ ਆਈ ਐਮ ਫਰੋਮ, ਚਲੋ ਜੀ ਆਪਾਂ ਪੜ੍ਹਦੇ ਹਾਂ ਬਿਗਿਨਿੰਗ ਦੀ। ਆਈ ਐਮ ਫਰੋਮ ਅ ਲਾਰਜ ਪੂਅਰ ਫੈਮਿਲੀ ਐਂਡ ਫॉर ਮੈਨੀ ਇਅਰਸ ਵੀ ਹੈਵ ਡਨ ਵਿਦਆਊਟ ਬ੍ਰੇਕਫਾਸਟ। ਕਹਿੰਦੇ ਕਿ ਮੈਂ ਇੱਕ ਬਹੁਤ ਵੱਡੀ ਲਾਰਜ ਤੇ ਪੂਅਰ ਫੈਮਿਲੀ ਤੋਂ ਆ ਤੇ ਅਸੀਂ ਬਹੁਤ ਸਾਲ ਬਿਨਾ ਬ੍ਰੇਕਫਾਸਟ ਤੋਂ ਹੀ ਬਿਤਾਈ ਰਹੇ, ਮਤਲਬ ਕਿ ਬਹੁਤ ਜ਼ਿਆਦਾ ਗਰੀਬ ਆ ਤਾਂ ਕਰਕੇ ਬ੍ਰੇਕਫਾਸਟ ਵੀ ਨਹੀਂ ਮਿਲਦਾ। ਅਸੀਂ ਆਪਣੀ ਲਾਈਫ ਦੇ ਬਹੁਤ ਸਾਰੇ ਜਿਹੜੇ ਸਾਲ ਨੇ ਉਹ ਬਿਨਾ ਬ੍ਰੇਕਫਾਸਟ ਤੋਂ ਵੀ ਕੱਢੇ ਨੇਗੇ, ਠੀਕ ਹੈ ਓਕੇ। ਐਵਰ ਸਿੰਸ I joined the Street Kids International Program, ਜਦੋਂ ਤੋਂ ਮੈਂ ਸਟਰੀਟ ਕਿਡਸ ਇੰਟਰਨੈਸ਼ਨਲ ਪ੍ਰੋਗਰਾਮ ਨੂੰ ਜੁਆਇਨ ਕੀਤਾ ਹੈ, I have been able to buy my family sugar and buns for breakfast. ਉਦੋਂ ਤੋਂ ਹੀ ਮੈਨੂੰ ਮਤਲਬ ਜਦੋਂ ਤੋਂ ਮੈਂ ਇਸ SKI ਇੱਕ ਸਕੀਮ ਹੈ ਇਹ SKI ਨੂੰ ਜਦੋਂ ਤੋਂ ਮੈਂ ਸ਼ੁਰੂ ਕੀਤਾ, ਮੈਂ ਆਪਦੀ ਫੈਮਿਲੀ ਵਾਸਤੇ ਸ਼ੂਗਰ ਐਂਡ ਬੰਸ ਖਰੀਦਦੇ ਏਬਲ ਆ ਉਹਦੇ ਬ੍ਰੇਕਫਾਸਟ ਦੇ ਵਿੱਚ। ਮਤਲਬ ਕਿ ਉਹਦਾ ਇੰਪੈਕਟ ਹੋ ਗਿਆ ਕਿ ਜਦੋਂ ਤੋਂ ਮੈਂ ਜੁਆਇਨ ਕੀਤਾ ਹੁਣ ਮੈਂ ਆਪਦੇ ਲਈ ਬ੍ਰੇਕਫਾਸਟ ਖਰੀਦ ਸਕਦਾ। ਮਤਲਬ ਸ਼ੁਰੂ ਦੇ ਵਿੱਚ ਅਸੀਂ ਬਹੁਤ ਗਰੀਬ ਸੀਗੇ, ਪਰ ਜਦੋਂ ਦਾ ਮੈਨੇ ਇਹਨੂੰ ਜੁਆਇਨ ਕੀਤਾ ਹੈਗਾ ਉਸ ਤੋਂ ਬਾਅਦ ਮੈਨੂੰ ਕੀ ਹੋ ਗਿਆ ਕਿ ਮੈਂ ਆਪਣੇ ਪਰਿਵਾਰ ਦੇ ਲਈ ਬ੍ਰੇਕਫਾਸਟ ਨੂੰ ਉਹਨਾਂ ਦੇ ਥਾਲੀ ਤੱਕ ਪਹੁੰਚਾਉਣ ਦੇ ਮੈਂ ਕੈਪੇਬਲ ਹੋ ਗਿਆ। ਦੈਟਸ ਇਟ, ਓਕੇ। ਮੈਚ ਕਰੀਏ, ਹਾਂਜੀ ਠੀਕ ਹੈ। ਸਟਰੀਟ ਕਿਡਸ ਇੰਟਰਨੈਸ਼ਨਲ ਨਾ SKI ਇਹਦੀ ਸ਼ਾਰਟ ਫਾਰਮ ਹੈ, ਠੀਕ ਹੈ। ਫੁੱਲ ਫਾਰਮ ਹੈ, ਉਧਰ ਸ਼ਾਰਟ ਫਾਰਮ ਹੈ। ਆਪਾਂ ਹੁਣ ਆ ਕੇ ਦੇਖੋ ਆਨਸਰ ਨੂੰ ਤੁਸੀਂ ਵੀ ਗੌਰ ਕਰਿਓ, ਮੈਂ ਵੀ ਕਰੂੰਗਾ ਤੇ ਫਿਰ ਪਤਾ ਲੱਗੇ ਰਮਨ ਤੇਰੀ ਕਲਾਸ ਕੀ ਕਹਿੰਦੀ ਹੈ। ਗੌਰ ਕਰਨ ਦਾ ਮਤਲਬ ਇਹ ਹੈ ਪੁੱਤ, ਆਪਾਂ ਨੇ ਜਸਟ ਪੜ੍ਹਨਾ ਹੈਗਾ। ਪੜ੍ਹਨ ਦਾ ਮਤਲਬ ਕੀ ਹੈ ਕਿ ਇਹਦੇ ਬਾਰੇ ਵੀ ਨਹੀਂ ਗੱਲ ਕਰੀ, ਇਹਦੇ ਬਾਰੇ ਵੀ ਨਹੀਂ ਗੱਲ ਕਰੀ, ਤੇ ਪੁੱਤ ਜਿਹਦੇ ਬਾਰੇ ਗੱਲ ਕਰੀ ਹੋਗੀ ਨਾ ਤੁਹਾਨੂੰ ਐਕੂਰੇਟ ਪਤਾ ਲੱਗੂਗਾ, ਤੁਹਾਨੂੰ ਟੇਸਟ ਆਊਗਾ ਵੀ ਰਮਨ ਸ਼ਰਮਾ ਤੇਰੀ ਕਲਾਸ ਕਹੀ ਜੀ ਹੈ। ਤਾਂ ਦੇਖੋ ਤੁਸੀਂ D ਤੋਂ ਐਲੀਮੀਨੇਟ ਕਰਨਾ ਸਟਾਰਟ ਕਰ ਦਿਓ ਸਭ ਤੋਂ ਪਹਿਲਾਂ। ਚਲੋ ਆਪਾਂ ਪਹਿਲੇ ਨੰਬਰ ਦੀ ਕਾ ਦੇਖਦੇ ਹਾਂ ਕੀ ਹੈਗਾ। D ਕਹਿੰਦਾ ਹਾਈਲਾਈਟ ਦਾ ਬੈਨੀਫਿਟਸ ਟੂ ਸੋਸਾਇਟੀ। ਸੋਸਾਇਟੀ ਚ ਤਾਂ ਨਹੀਂ ਉਹਨੇ ਕੋਈ ਬੈਨੀਫਿਟ ਦਿੱਤਾ, ਉਹਨਾਂ ਦਾ ਆਪਦੀ ਗੱਲ ਕਰੀ ਹੈ, ਸੋਸਾਇਟੀ ਤਾਂ ਗੱਲ ਨਹੀਂ ਕਰੀ। ਬਿਲਕੁਲ। ਚਲੋ ਆਊਟਲਾਈਨ ਦਾ ਪ੍ਰੋਬਲਮ ਆਫ ਸਟਰੀਟ ਚਿਲड्रन। नो स्ट्रीट चिल्ड्रन वर्ड ही नहीं आया, तो स्ट्रीट चिल्ड्रन दी कोई गल नहीं हैगी। एक्सप्लेन व्हाई SKI वाज सेट अप, कि क्यों सेटअप होया सी, रीजन नहीं दिता होया। ਹੁਣ ਜੇ ਤਿੰਨੇ ਗਲਤ ਹੋ ਗਏ ਤਾਂ ਬਚਿਆ ਤਾਂ ਇੱਕ ਹੈ ਐਗਜ਼ੈਂਪਲੀਫਾਈ ਦਾ ਇਫੈਕਟਸ ਆਫ SKI। हाँ जी SKI ਦਾ ਇਫੈਕਟ ਐਗਜ਼ੈਂਪਲੀਫਾਈ ਹੁੰਦਾ ਐਗਜ਼ਾਮਪਲ ਦੇਣਾ। ਬੰਦੇ ਨੇ ਆਪਦੀ ਐਗਜ਼ਾਮਪਲ ਦਿੱਤੀ ਆ ਕਿ ਪਹਿਲਾਂ ਮੇਰੇ ਕੋਲ ਬ੍ਰੇਕਫਾਸਟ ਦੇ ਵੀ ਪੈਸੇ ਨਹੀਂ ਸੀ, ਜਦੋਂ ਤੋਂ ਮੈਂ ਜੁਆਇਨ ਕੀਤਾ ਮੈਂ ਆਪਦੀ ਫੈਮਿਲੀ ਵਾਸਤੇ ਬ੍ਰੈਡ ਐਂਡ ਬਟਰ ਖਰੀਦ ਸਕਦਾ। ਉਹਦਾ ਇਫੈਕਟ ਹੋ ਗਿਆ, ਪ੍ਰਭਾਵ ਹੋ ਗਿਆ। ਤੁਸੀਂ ਇਹ ਦੇਖੋ ਕਿ ਆਪਾਂ ਬਹੁਤ ਸੌਖੇ ਸ਼ਬਦਾਂ ਦੇ ਵਿੱਚ ਇੱਕ ਲਾਈਨ ਨੂੰ ਪੜਿਆ, ਦੋ ਲਾਈਨਾਂ ਪੜੀਆਂ ਨੇ ਆਪਾਂ ਨੇ, ਦੋ ਲਾਈਨਾਂ ਹੀ ਪੜੀਆਂ ਸੀ ਵੀ ਮੈਂ ਗਰੀਬ ਸੀ ਭਰਾਵਾ, ਉਸ ਤੋਂ ਬਾਅਦ ਮੈਂ SKI ਨੂੰ ਜੁਆਇਨ ਕੀਤਾ ਤੇ ਉਸ ਤੋਂ ਬਾਅਦ ਮੇਰੇ ਪਰਿਵਾਰ ਤੇ ਜੋ ਵੀ ਹੈ ਬ੍ਰੈਡ ਐਂਡ ਬਟਰ ਆਉਣ ਲੱਗ ਗਿਆ, ਰੋਟੀ ਉਹਨਾਂ ਨੂੰ ਆਉਣ ਲੱਗ ਗਈ। ਆਪਾਂ ਇੱਧਰ ਆ ਕੇ ਮੈਚ ਕਰਕੇ ਪਤਾ ਕੀ ਦੇਖਿਆਗਾ ਵੀ ਇਹ ਵੀ ਨਹੀਂ ਗੱਲ ਕਰੀ, ਇਹ ਵੀ ਨਹੀਂ ਕਰੀ, ਤਾਂ ਡੈਫੀਨਿਟਲੀ ਜਿਹੜੀ ਗੱਲ ਕਰੀ ਸੀ ਆਪਾਂ ਨੂੰ ਐਕੂਰੇਟ ਸਾਹਮਣੇ ਆ ਗਈ ਕਿ ਨਾ। ਤੁਸੀਂ ਸਭ ਤੋਂ ਵੱਡੀ ਇੱਕ ਚੀਜ਼ ਹੋਰ ਦੇਖੋ ਪੁੱਤਰ ਜੀ, ਵੱਡੀ ਚੀਜ਼ ਦੇਖਣ ਦਾ ਮਤਲਬ ਕੀ ਹੈ ਮੈਂ ਤੁਹਾਨੂੰ ਦੱਸਦਾ ਕਿ ਆਪਾਂ ਮੇਰੇ ਬੱਚੇ ਸੋਸਾਇਟੀ ਦੀ ਕੋਈ ਗੱਲ ਨਹੀਂ ਕਰੀ, ਸਟਰੀਟ ਚਿਲड्रन ਦੀ ਕੋਈ ਗੱਲ ਨਹੀਂ ਕਰੀ, ਸੈਟਅਪ ਦੀ ਕੋਈ ਗੱਲ ਨਹੀਂ ਕਰੀ। ਹੁਣ ਇਫੈਕਟਸ ਦੇਖੋ, ਇੱਕ ਅਫੈਕਟ ਹੁੰਦਾ ਹੈ AFFECT ਅਫੈਕਟ, ਇਹਦਾ ਬੁਰਾ ਪ੍ਰਭਾਵ ਹੁੰਦਾ ਹੈ ਹਮੇਸ਼ਾ, ਬੁਰਾ ਅਫੈਕਟ ਨੈਗੇਟਿਵ ਹੁੰਦਾ ਹੈ ਅਫੈਕਟ, ਤੇ ਜਿਹੜਾ ਇਫੈਕਟ ਹੁੰਦਾ ਹੈ ਨਾ ਇਹਦਾ ਬੁਰਾ ਤੇ ਚੰਗਾ ਦੋਨਾਂ ਚੋਂ ਕੋਈ ਵੀ ਹੋ ਸਕਦਾ ਹੈ। ਅਫੈਕਟ ਹਮੇਸ਼ਾ ਹੀ ਬੁਰਾ ਹੋਊਗਾ, ਜਿੱਥੇ ਤੁਹਾਨੂੰ ਕਹਿ ਦੂੰਗਾ ਨਾ ਕੋਈ ਬੰਦਾ ਵੀ ਮੇਰਾ ਅਫੈਕਟ ਹੈ ਤੁਸੀਂ ਸਮਝ ਲੈ ਬਈ ਕੁਛ ਹੋ ਗਿਆ ਮਾੜਾ ਹੈ, ਪਰ ਜਿੱਥੇ ਇਫੈਕਟ ਹੈ ਤਾਂ ਬੁਰਾ ਚੰਗਾ ਦੋਨਾਂ ਦੇ ਚਾਂਸਿਸ ਨੇ। ਪਹਿਲਾ ਕੁਐਸਚਨ ਸੈਟੀਸਫਾਈ ਹੈ ਨਾ। ਲੱਭਣ ਦਾ ਤਰੀਕਾ ਦੇਖੋ ਸਾਡਾ ਕੀ ਹੈ ਕਿ ਜਸਟ ਇੱਕ ਦੋ ਲਾਈਨਾਂ ਪੜੋ ਤੇ ABCD ਨੂੰ ਪਹਿਲਾਂ ਕਦੇ ਨਾ ਪੜੋ। ਚਲੋ ਦੂਜਾ ਪੜ ਕੇ ਦੇਖਦੇ ਹਾਂ ਆਪਾਂ। The main purpose of SKI is to, ਕਹਿੰਦੇ ਕਿ SKI ਦਾ ਮੇਨ ਪਰਪਸ ਕੀ ਸੀਗਾ। ਹਾਂ ਪਰਪਸ ਦੇਖਣਾ ਹੈ, ਮੇਨ ਉਹਦਾ ਮੁੱਦਾ ਕੀ ਹੈ SKI ਦਾ, ਠੀਕ ਹੈ। ਹੁਣ ਦੇਖਾਂਗੇ ਆਪਾਂ ਪਰਪਸ ਦੀ ਗੱਲ ਕਿੱਥੇ ਹੋ ਰਹੀ ਆ। ਚਲੋ program through world
ਹਾਂਜੀ ਇਹਦੇ ਚ ਦੇਖੋ ਤੁਸੀਂ ਸੈਕਿੰਡ ਲਾਈਨ ਦੇ ਵਿੱਚ ਲਾਸਟ ਚ ਪਰਪਸ ਦਿੱਤਾ ਹੋਇਆ, आप है जी, वेरी गुड। देखो ਠੀਕ ਹੈ ਨਾ। समझ गए। ਪਰ ਇਹ ਸਟਾਰਟ ਬਿਲਕੁਲ ਪੈਰਾਗ੍ਰਾਫ ਦੀ ਸਟਾਰਟਿੰਗ ਤੋਂ ਹੋ ਰਿਹਾ ਕਿਉਂਕਿ ਇਸ ਤੋਂ ਅੱਗੇ ਕੌਮਾ ਦਿੱਤਾ ਹੋਇਆ, ਤਾਂ ਆਪਾਂ ਬਿਲਕੁਲ ਸਟਾਰਟਿੰਗ ਤੋਂ ਪੜ੍ਹਨਾ ਸ਼ੁਰੂ ਕਰਦੇ ਹਾਂ। ਓਵਰ ਦੀ ਪਾਸਟ, चलो मैम आप पढ़िए इथों। ओवर द पास्ट 9 years ਕਹਿੰਦੇ ਕਿ ਪਿਛਲੇ 9 ਸਾਲ ਤੋਂ street kids international street kids international SKI has been working with partner organizations in Africa, Latin America and India। ਕਹਿੰਦੇ ਕਿ ਪਿਛਲੇ 9 ਸਾਲ ਤੋਂ ਜਿਹੜੀ SKI ਆ ਉਹ ਆਪਦੇ ਪਾਰਟਨਰ ਆਰਗੇਨਾਈਜੇਸ਼ਨਸ ਦੇ ਨਾਲ ਕੰਮ ਕਰ ਰਹੀ ਆ ਅਫਰੀਕਾ ਦੇ ਵਿੱਚ, ਲੈਟਿਨ ਅਮਰੀਕਾ ਤੇ ਇੰਡੀਆ ਦੇ ਵਿੱਚ, to support the economic lives of street children। ਉਹਨਾਂ ਦਾ ਕੰਮ ਕੀ ਆ, ਉਹਨਾਂ ਦਾ ਪਰਪਸ ਕੀ ਆ ਕਿ ਉਹ ਨਾ ਇੱਕ ਜਿਹੜੇ ਸਟਰੀਟ ਚਿਲਡਰਨ ਨੇ, ਮਤਲਬ ਕਿ ਗਲੀਆਂ 'ਚ ਰਹਿਣ ਵਾਲੇ ਬੱਚੇ, ਉਹਨਾਂ ਨੂੰ ਇਕਨੋਮਿਕਲੀ ਸਪੋਰਟ ਕਰਦੇ ਆ। ਇਕਨੋਮਿਕਲ ਸਪੋਰਟ ਮੀਨਸ ਪੈਸੇ ਦਾ ਸਪੋਰਟ ਕਰਨਾ। The purpose of this paper is to share some of the lessons SKI and our partners have learned। ਤੇ ਇਹਨਾਂ ਦਾ ਪਰਪਸ, ਹੋਰ ਦੂਸਰਾ ਪਰਪਸ ਕੀ ਹੈ? ਪਹਿਲਾਂ ਤਾਂ ਸਪੋਰਟ ਕਰਦੇ ਆ ਇਕਨੋਮਿਕ ਲਾਈਵਸ, ਇਕਨੋਮਿਕ ਪੈਸੇ ਦੇ ਨਾਲ ਸਪੋਰਟ ਕਰਦੇ ਆ। ਦੂਸਰਾ ਉਹਨਾਂ ਨੂੰ ਲੈਸਨਸ ਸਿਖਾਉਂਦੇ ਆ। ਪੜ੍ਹਾਈ। ਲੈਸਨਸ, ਹਾਂਜੀ, ਲਰਨਿੰਗ ਆਪਾਂ ਕੀ ਕਹਿ ਸਕਦੇ ਆ ਕਿ ਉਹਨਾਂ ਨੂੰ ਲੈਸਨਸ ਦਿੱਤੇ ਜਾਂਦੇ ਆ, ਸਮਝਾਇਆ ਜਾਂਦਾ ਚੀਜ਼ਾਂ ਹੁਣ ਆਪਾਂ ਨੂੰ ਇਹ ਕਲੀਅਰ ਹੋ ਗਿਆ ਵੀ ਜਿਹੜਾ ਉਹ ਕਹਿੰਦੇ ਸੀ ਨਾ ਵੀ ਇਹਦਾ ਪਰਪਸ ਕੀ ਹੈ ਜਿਹੜਾ SKI ਹੈ, ਤਾਂ ਆਪਾਂ ਨੂੰ ਇਹ ਕਲੀਅਰ ਹੋ ਗਿਆ ਵੀ ਜਿਹੜਾ SKI ਹੈ ਭਰਾਵਾ, ਇਹਦਾ ਪਰਪਸ ਕੀ ਹੈਗਾ। ਨੰਬਰ 1 ਤੇ ਉਹ ਕੀ ਕਰਦੇ ਆ, ਉਹਨਾਂ ਨੂੰ ਪੈਸੇ ਦੀ ਮਦਦ ਕਰਦੇ ਆ ਇਕਨੋਮਿਕਲੀ, ਤੇ ਦੂਜਾ ਉਹਨਾਂ ਨੂੰ ਲੈਸਨ ਦਿੰਦੇ ਨੇ, ਉਹਨਾਂ ਨੂੰ ਪੜ੍ਹਾਈ ਲਿਖਾਈ ਵੀ ਕਰਾਉਂਦੇ ਨੇ, ਅਨਪੜ੍ਹ ਨਹੀਂ ਰਹਿਣ ਦਿੰਦੇ, ਪੜ੍ਹਨ ਵੀ ਦਿੰਦੇ ਨੇ। ਆਨਸਰ ਤੁਸੀਂ ਲੱਭੋਗੇ। ਚੱਲ ਫਿਰ ਮਿੱਤਰੋ ਆ ਜਾਓ, ਦੇਖੀਏ ਤੁਸੀਂ ਕੀ ਲੱਭਦੇ ਹੋ। ਵੈਰੀ ਗੁੱਡ। ਹੇਅਰ ਤੁਸੀਂ ਦੇਖੋ ਚਾਰਾਂ ਚੋਂ ਕਿਹੜਾ ਹੈਗਾ, ਫਿਰ ਆਪਾਂ ਦੇਖਦੇ ਹਾਂ ਲਾਉਡ ਸਕੀਮ। हाँ ठीक, बिल्कुल है ना, वेरी गुड। ले भी मित्रों एक काम करते हैं, बिल्कुल हरसिमरन वेरी गुड, बहुत अच्छे बच्चे, हाथू। मैं चैट ओपन करदा, चैट नहीं, मैं किसी 5 बच्चों ਨੂੰ ਐਕਟੀਵਿਟੀ ਚ ਪਾਉਣਾ, ਜੇ ਉਹਨਾਂ ਨੇ ਆਨਸਰ ਦਿੱਤਾ ਸਹੀ ਤਾਂ ਉਹਨਾਂ ਦੀ ਫੀਸ ਚੋਂ 1-1000 ਰੁਪਏ ਮਾਫ। मतलब वाओ। ते रेज एंड कोई ना करियो, रेज एंड तो पूछा नहीं जाऊगा, जब ही नहीं पूछा जाऊगा। पहला पंकज दियो जवाब, आंसर। एसके दा मेन पर्पस की सी? सर सेकंड लगता है क्योंकि उन्हें बस कोई ना सेकंड लगता है, ठीक है, ओके। 1000 गया, ओ माय गॉश। चलो कोई गल नहीं, हाले खड़ जाओ, मैं अपने चूज कर रहा बंदे, खड़ जाओ। एक कर लिया, दूजा, एक मिनट 5 बंदे कटूंगा मैं, चिंता ना करो। वेट। एक सेकंड। चल भी हनी आंसर दस। हनी शर्मा आंसर। हनी अनम्यूट है पुत्र, अनम्यूट कर बच्चे। हेलो। चलो हनी दी किस्मत बुझ गई। मैनू चाहिए है इंद्रप्रीत, कितने हैं? रेज हैंड कर। इंद्रप्रीत दूजे लोग रेज हैंड करी, फ्रंट पे आ जाएंगी, सामने करी हाथ। इंद्रप्रीत रेज हैंड। यस, नहीं इंद्रप्रीत, दलजीत नहीं, इंद्रप्रीत। हनी केड़ा लगे तेन आंसर? बी सीगा वीरे, बी, कोई गल नहीं, ठीक है, ओके। तो देखिए इंदर कितने दिख रही है, आ रही, कितने हाथ क्यों नहीं खड़ा कर रहे? हाँ जी करो, बोलो
ਕਰੋ ਅਨਮਿਊਟ। ਹੈਲੋ ਹਾਂਜੀ, ਕਿਹੜਾ ਲੱਗਦਾ? ਬੀ। ਬੀ, ਵੈਰੀ ਗੁੱਡ। ਰੇਨੂ ਅੱਜ 5000 ਜਾਊਗਾ, ਇੱਕ ਇੱਕ ਚੋਂ 1000 ਜਾ ਕੇ ਹੈ। ਹਾਂ ਰੇਨੂ, ਕਿੰਨਾ? ਉੱਚੀ ਬੋਲੋ। ਸੀ। ਚਲੋ 1 ਮਿੰਟ ਖੜੋ, 1 ਸੈਕਿੰਡ ਦਿਓ ਮੈਨੂੰ। ਸੋ ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਤੁਸੀਂ ਬਿਲਕੁਲ ਗਲਤ ਹੋ। ਤੇ ਤੁਹਾਨੂੰ ਮੈਂ ਇੱਕ ਗੱਲ ਹੋਰ ਵਧੀਆ ਦੱਸਾਂ, ਮੈਂ ਵੀ ਆਪਣਾ ਆਨਸਰ ਲੱਭ ਕੇ ਦੇਖਿਆ ਸੀਗਾ ਤੇ ਮੈਂ ਨਵ ਨੂੰ ਪੁੱਛਿਆ ਤੇ ਤੁਹਾਡਾ ਭਰਾ ਵੀ ਤੁਹਾਡੇ ਨਾਲ ਦਾ ਹੀ ਹੈ। ਬਿਲਕੁਲ ਮੈਂ ਵੀ ਗਲਤ ਸੀਗਾ। ਵਾਓ, ਤੁਸੀਂ ਇਹ ਦੇਖੋ ਕਿ ਹਰਸਿਮਰਨ ਬਿਲਕੁਲ ਮੈਂ ਤੁਹਾਡੇ ਵਾਲਾ ਆਨਸਰ ਲਾਇਆ ਸੀ, ਨੋ ਡਾਊਟ ਮੈਂ ਸੇਮ ਲਾਇਆ ਸੀ। ਪਰ ਅਸਲ ਦੇ ਵਿੱਚ ਨਾ ਆਹੀ ਤਾਂ ਪ੍ਰੋਬਲਮ ਹੈ ਪੁੱਤ। ਕਮੀ ਕਿੱਥੇ ਹੈ ਤੁਹਾਨੂੰ ਦੱਸਦੇ ਆ। ਇੱਕ 3-4 ਬੱਚਿਆਂ ਨੇ ਆਨਸਰ ਲਾਇਆ ਬੀ ਤੇ ਇੱਕ ਰੇਨੂ ਨੇ ਲਾਇਆ ਆਨਸਰ ਸੀ, ਤੇ ਐਕੂਰੇਟ ਆਨਸਰ ਹੈ ਡੀ। ਨਾ ਬੀ ਗਿਆ ਨਾ ਸੀ ਗਿਆ, ਡੀ ਆਨਸਰ ਆ ਗਿਆ। ਸਮਝਾਵਾਂਗੇ, ਚਿੰਤਾ ਨਾ ਕਰੋ, ਮੱਥੇ ਤੇ ਤਿਉੜੀਆਂ ਨਾ ਪਾਓ, ਤੁਹਾਡੇ ਜਹਾਜ਼ ਨੂੰ ਨਾਲ ਲੈ ਕੇ ਉੱਡਾਂਗੇ। ਜਦੋਂ ਨੂੰ ਤੁਹਾਡਾ ਪੇਪਰ ਕਲੀਅਰ ਹੋਗਾ ਉਦੋਂ ਨੂੰ ਆਪ ਅਸੀਂ ਲੈ ਲਾਂਗੇ ਜਹਾਜ਼। ਸਮਰਦੀਪ ਪਾਇਲਟ ਹੈਗਾ ਸਾਡੇ ਕੋਲੇ, ਵੈਰੀ ਗੁੱਡ। ਚਲੋ ਆਓ ਦੇਖਦੇ ਹਾਂ ਕੀ ਕਰਦੇ ਹਾਂ। ਤੁਸੀਂ ਇੱਕ ਚੀਜ਼ ਦੇਖੋ, ਆਪਾਂ ਨੂੰ ਉਧਰ ਇੱਕ ਵਾਰ ਮੈਂ ਤੁਹਾਨੂੰ ਦੁਬਾਰੇ ਲੈ ਕੇ ਜਾਣਾ ਚਾਹੁੰਦਾ। ਆਪਾਂ ਪੁੱਤ ਆ ਪਰਪਸ ਸੀਗਾ ਇਹ ਦੇਖਿਆ ਸੀ ਨਾ, ਆਪਾਂ ਨੂੰ ਨੇ ਕੀ ਪੜਾਇਆ ਵੀ ਪਿਛਲੇ 9 ਸਾਲ ਤੋਂ ਜਿਹੜੇ ਸਟਰੀਟ ਕਿਡਸ ਨੇ, ਜਿਹੜੇ SKI ਵਾਲੇ ਨੇ, ਹੈਜ਼ ਬੀਨ ਵਰਕਿੰਗ ਵਿਦ ਅ ਪਾਰਟਨਰ ਆਰਗੇਨਾਈਜੇਸ਼ਨ। ਉਹ ਪਾਰਟਨਰ ਆਰਗੇਨਾਈਜੇਸ਼ਨ 'ਚ ਕੰਮ ਕਰਦੇ ਨੇ ਅਫਰੀਕਾ, ਲਾਤਿਨ ਅਮਰੀਕਾ ਤੇ ਇੰਡੀਆ ਦੇ ਵਿੱਚ, ਸਪੋਰਟ ਕਰਨ ਦੇ ਲਈ ਇਕਨੋਮਿਕ ਲਾਈਵਸ ਟੂ ਆਫ ਚਿਲਡਰਨ। ਮਤਲਬ ਬੱਚਿਆਂ ਦੀ ਇਕਨੋਮਿਕ ਲਾਈਫ ਨੂੰ ਉਹ ਵਧੀਆ ਬਣਾਉਣਾ ਚਾਹੁੰਦੇ ਨੇ। ਪਹਿਲੀ ਗੱਲ, the purpose of this, ਇਹਦਾ ਪਰਪਸ ਕੀ ਹੈ? ਪੇਪਰ ਟੂ ਸ਼ੇਅਰ some of the lessons sky and earth partners have learned। ਮਤਲਬ ਉਹ ਆਪਣੇ ਜਿਹੜੇ ਬੱਚੇ ਨੇ ਉਹਨਾਂ ਨੂੰ ਕੁਝ ਕੁ ਲੈਸਨ ਨੇ ਜਿਹੜੇ ਜ਼ਿੰਦਗੀ ਦੇ ਉਹ ਸਿਖਾਉਣਾ ਚਾਹੁੰਦੇ ਨੇ। ਜਦੋਂ ਆਪਾਂ ਉਧਰ ਆ ਕੇ ਮੈਚ ਕਰਿਆ ਸੀ ਨਾ, ਉਧਰ ਆ ਕੇ ਮੈਚ ਕਰਨ ਦਾ ਮਤਲਬ ਕੀ ਹੈਗਾ, ਤੁਸੀਂ ਇਹ ਦੇਖੋ, ਮੈਂ ਤੁਹਾਨੂੰ ਮੈਚ ਕਰਾਉਣਾ ਨਾ, ਮੈਚ ਕਰਾਈਓ। ਹਾਂਜੀ, ਹੁਣ ਦੇਖੋ ਆਪਾਂ ਹੁਣ ਆਨਸਰ ਤੁਹਾਨੂੰ ਸਰ ਆਲਰੇਡੀ ਦੱਸ ਚੁੱਕੇ, ਆਨਸਰ ਹੈਗਾ ਸਾਡਾ ਡੀ। ਦੇਖੋ, ਗਿਵ ਬਿਜ਼ਨਸ ਟ੍ਰੇਨਿੰਗ ਐਂਡ ਲੋਨਸ ਟੂ ਸਟਰੀਟ ਚਿਲਡਰਨ। ਦੇਖੋ ਜੇ ਲੋਨ ਦੀ ਗੱਲ ਕਰੀਏ ਤਾਂ ਕੀ ਹੋਗੀ ਗੱਲ, ਇਕਨੋਮਿਕ ਸਪੋਰਟ ਦੀ ਗੱਲ ਕਰ ਰਹੇ ਸੀ ਨਾ ਆਪਾਂ, ਵੀ ਉਹ ਇਕਨੋਮਿਕ ਪੈਸਾ ਦਿੰਦੇ ਨੇ, ਤੇ ਪੈਸਾ ਦੇਣਾ ਮੀਨਸ ਲੋਨ ਦੇਣਾ। ਹਾਂ, ਤੇ ਇੱਕ ਗੱਲ ਹੋਰ ਯਾਦ ਰੱਖੋ ਨਾ, ਉਹਨਾਂ ਨੇ ਉੱਥੇ ਆਪਾਂ ਨੂੰ ਇਹ ਚੀਜ਼ ਕਹੀ ਸੀ ਵੀ ਉਹ ਉਹਨਾਂ ਨੂੰ ਇਕਨੋਮਿਕ ਸਪੋਰਟ ਕਰਦੇ ਨੇ, ਉਹਨਾਂ ਨੂੰ ਪੈਸਾ ਦਿੰਦੇ ਨੇ ਨਾ। ਹੁਣ ਤੁਸੀਂ ਬੇਨਤੀ ਇਹ ਹੈ ਕਿ ਤੇ ਆ ਨਾ ਸਮਝਿਓ ਵੀ ਲੋਨ ਦੇਣ ਦਾ ਮਤਲਬ ਹੁੰਦਾ ਕਿ ਲੋਨ ਵਾਪਸ ਵੀ ਭਰਨਾ ਪੈਂਦਾ ਹੈ। ਕਈ ਲੋਨ ਕੱਲਾ ਪੈਸਾ ਦੇਣ ਨੂੰ ਲੋਨ ਦੇਣਾ ਵੀ ਕਹਿੰਦੇ ਨੇ, ਉਹ ਪੈਸਾ ਮੁੜੇ ਨਾ ਮੁੜੇ ਉਹ ਕੋਈ ਉਹ ਨਹੀਂ ਹੈਗਾ। ਹੁਣ ਬਹੁਤੇ ਨੂੰ ਆਨਸਰ ਲੱਗਿਆ ਬੀ, ਮੈਨੂੰ ਵੀ ਬੀ ਲੱਗਿਆ ਸੀ। ਮੈਂ ਪਤਾ ਕੀ ਲੱਗਿਆ ਵੀ ਇਹਨਾਂ ਨੇ ਤਾਂ ਉਹ ਸਕੂਲ ਦਿੰਦੇ, ਸਕੂਲਸ ਪ੍ਰੋਵਾਈਡ ਕਰਦੇ ਨਾ। ਇੱਥੇ ਤੱਕ ਹੋ ਸਕਦਾ ਹਾਂ, ਬੱਚੇ ਨੂੰ ਲੱਗੂਗਾ ਕਿ ਸਕੂਲ ਲੈਸਨ ਸੀ ਤਾਂ ਸਕੂਲ ਆ ਗਿਆ। ਹਾਂ, ਮਤਲਬ ਪ੍ਰੋਵਾਈਡ ਸਕੂਲਸ, ਆਪਾਂ ਨੂੰ ਇਹ ਹੋਗਾ ਵੀ ਚੱਲ ਪੜ੍ਹਾਈ ਕਰਾਉਂਦੇ ਨੇ। ਸੋਸ਼ਲ ਸਪੋਰਟ ਕਿੱਥੇ ਹੈ? ਉਹ ਤਾਂ ਇਕਨੋਮਿਕਲ ਸਪੋਰਟ ਦੇ ਰਹੇ ਨੇ, ਸੋਸ਼ਲ ਸਪੋਰਟ ਤਾਂ ਦਿੱਤੀ ਨਹੀਂ ਨਾ ਉਹਨਾਂ ਨੇ। ਬੱਚੇ ਇਕਨੋਮਿਕਲ ਤੇ ਸੋਸ਼ਲ ਦੋਨਾਂ ਸਪੋਰਟ 'ਚ ਫਰਕ ਹੈ। ਇਕਨੋਮਿਕਲ ਕਿਹੜੀ ਹੁੰਦੀ ਹੈ? ਪੈਸੇ ਵਾਲੀ। ਸੋਸ਼ਲ ਕਿਹੜੀ ਹੁੰਦੀ ਹੈ? ਜਿਹੜੀ ਇੱਜ਼ਤ ਮਾਨ ਸਨਮਾਨ ਸੋਸਾਇਟੀ ਵਾਲੀ। ਦੂਸਰੀ ਗੱਲ, ਉਹਨਾਂ ਨੇ ਬਿਜ਼ਨਸ ਟ੍ਰੇਨਿੰਗ ਦੀ ਗੱਲ ਕੀਤੀ ਸੀ, ਤੇ ਬਿਜ਼ਨਸ ਉਹਨਾਂ ਨੇ ਕਿਹਾ ਸੀ ਲੈਸਨ ਮੀਨਸ ਸਿਖਾਉਣਾ, ਤੇ ਟ੍ਰੇਨਿੰਗ ਦੇਣਾ ਵੀ ਕੁਝ ਨਵਾਂ ਸਿਖਾਉਣਾ। ਕਹਿੰਦਾ ਗਿਵ ਬਿਜ਼ਨਸ ਟ੍ਰੇਨਿੰਗ ਦਿੰਦੇ ਸੀ, ਉਹ ਲੈਸਨ ਦਿੰਦੇ ਸੀ ਉਹਨਾਂ ਨੂੰ, ਤੇ ਲੋਨ ਦਿੰਦੇ ਸੀ। ਲੋਨ ਦੇਣ ਦਾ ਮਤਲਬ ਕਿ ਉਹਨਾਂ ਨੂੰ ਪੈਸਾ ਦਿੰਦੇ ਸੀ। ਬਸ ਆਪਣੇ 'ਚ ਕਮੀ ਕੀ ਰਹਿ ਗਈ? ਹੁਣ ਮੰਨ ਕੇ ਚਲੋ, ਮੈਂ ਤੁਹਾਨੂੰ ਹੋਰ ਜਮੀ ਨੇੜੇ ਲਿਆਉਣਾ ਵੀ ਸਰ ਸਾਨੂੰ ਕਿਤੇ ਨਾ ਕਿਤੇ ਇਹ ਡਾਊਟ ਹੈ ਵੀ ਲੋਨ ਵਰਡ ਨਹੀਂ ਆਉਣਾ ਚਾਹੀਦਾ। ਮੰਨ ਲਓ ਮੈਂ ਤੁਹਾਡੇ ਵਰਡਿੰਗ ਤੇ ਆਉਣਾ, ਪਰ ਜੇ ਲੋਨ ਵਰਡ ਨਹੀਂ ਆਉਣਾ ਚਾਹੀਦਾ ਤਾਂ ਆਉਣਾ ਤਾਂ ਸੋਸ਼ਲ ਐਕਟੀਵਿਟੀ ਵਾਲਾ ਵੀ ਨਹੀਂ ਚਾਹੀਦਾ ਨਾ। ਐਂਡ ਜਿਹੜਾ ਸੀ ਸੀਗਾ, ਐਨਕਰੇਜ ਦੀ ਪਬਲਿਕ ਟੂ ਗਿਵ ਮਨੀ ਟੂ ਸਟਰੀਟ ਚਿਲਡਰਨ। ਪਬਲਿਕ ਦੀ ਗੱਲ ਹੀ ਨਹੀਂ, ਆਪਾਂ ਪਬਲਿਕ ਵਰਡ ਦੀ ਤਾਂ ਗੱਲ ਹੀ ਨਹੀਂ ਕਰੀ। ਆਪਾਂ ਉਹਨਾਂ ਨੇ ਲੋਕਾਂ ਨੂੰ ਤਾਂ ਉਹ ਤਾਂ ਆਪ ਦਿੰਦੇ ਸੀ ਪੈਸਾ, ਉਹ ਪਬਲਿਕ ਨੂੰ ਤਾਂ ਕਹਿੰਦੇ ਨਹੀਂ ਸੀ ਨਾ ਵੀ ਸਪੋਰਟ ਕਰੋ ਉਹਨਾਂ ਨੂੰ। ਤਾਂ ਇਸ ਕਰਕੇ ਐਕੂਰੇਟ ਆਨਸਰ ਡੀ ਨਿਕਲਿਆ। ਤੇ ਟੂ ਬੀ ਵੈਰੀ ਵੈਰੀ ਫਰੈਂਕ, ਆਨਸਰ ਬੀ ਲਾਇਆ ਸੀ ਮੈਨੇ ਵੀ, ਮੈਂ ਵੀ ਬੀ ਲਾਇਆ ਸੀ, ਕਿਉਂਕਿ ਬੰਦਾ ਗਲਤੀਆਂ ਦਾ ਪੁਤਲਾ ਹੈ। ਨੋ ਉਹੀ ਚੀਜ਼ ਨਾ, ਮਾਰਕਸਮੈਨ ਮੇ ਮਿਸ ਦਾ ਮਾਰਕ ਹੁੰਦਾ ਹੈ। ਤਾਂ ਕਦੇ ਕਦੇ ਰਮਨ ਸ਼ਰਮਾ ਵੀ ਉਹ ਮਿਸਟੇਕ ਕਰਦਾ ਨੇ, ਪਰ ਨਵਨੀਤ ਮੈਮ ਹੈਗੇ ਆ ਗਾਹ ਪਾਉਣ ਦੇ ਲਈ, ਚਿੰਤਾ ਨਾ ਕਰੋ। ਚਲੋ ਆਪਾਂ ਸੀ ਤੇ ਆਉਂਦੇ ਆ। ਪਰ ਮੈਂ ਤੁਹਾਨੂੰ ਇੱਕ ਵਾਰ ਫਿਰ ਬਾਰ-ਬਾਰ ਕਹਿ ਰਿਹਾਗਾ, ਜੇ ਤੁਹਾਨੂੰ ਕਿਤੇ ਨਾ ਕਿਤੇ ਇਹ 'ਚ ਡਾਊਟ ਆ ਲੱਗ ਰਿਹਾ ਨਾ ਵੀ ਸਰ ਮੈਨੂੰ ਕਿਤੇ ਨਾ ਕਿਤੇ ਆ ਖੜਕ ਰਿਹਾ ਹੈ, ਪਰ ਤੁਸੀਂ ਆ ਵੀ ਤਾਂ ਖੜਕਾਓ ਬਹੁਤ ਚੰਗੀ ਤਰ੍ਹਾਂ ਨਾ। ਪਰ ਗਵਰਨਮੈਂਟ ਦੀ ਕੋਈ ਗੱਲ ਨਹੀਂ ਹੋਈ,
ਆ ਤਾਂ ਚਲੋ ਗਵਰਨਮੈਂਟ ਵਾਲਾ ਤਾਂ ਬਿਲਕੁਲ ਵੀ ਨਹੀਂ ਹੈਗਾ, ਉਹ ਪਬਲਿਕ ਨੂੰ ਵੀ ਨਹੀਂ ਉਹਨਾਂ ਨੇ ਸਪੋਰਟ ਕਰਿਆ। ਮਤਲਬ ਪ੍ਰੋਬਲਮ ਆ ਦੋਨਾਂ 'ਚ ਰਹਿ ਗਈ। ਜੇ ਆਪਾਂ ਦੋਨਾਂ 'ਚ ਪ੍ਰੋਬਲਮ ਦੇਖਦੇ ਆ ਤਾਂ ਸੋਸ਼ਲ ਸਪੋਰਟ ਦਾ ਤਾਂ ਇੱਕ ਸ਼ਬਦ ਵੀ ਨਹੀਂ ਦੱਸਿਆ, ਲੋਨ ਦਾ ਤਾਂ ਫਿਰ ਵੀ ਪੈਸੇ ਨਾਲ ਲੈਣ ਦੇਣ ਹੈਗਾ ਕੁਛ, ਸੋਸ਼ਲ ਦਾ ਤਾਂ ਗੱਲ ਵੀ ਨਹੀਂ ਕਰੀ ਉਹਨਾਂ ਨੇ। ਡਨ। ਸੀ ਤੇ ਆਈਏ ਅਗਲੇ ਕੁਐਸਚਨ ਤੇ। ਚਲੋ ਆਪਾਂ ਨੈਕਸਟ ਦੇਖਦੇ ਹਾਂ। ਕਹਿੰਦਾ which of the following is mentioned by the writer as a reason why children end up living on the streets? ਕਹਿੰਦੇ ਕਿ ਇਹ ਮਤਲਬ ਰਾਈਟਰ ਨੇ ਕੀ ਰੀਜ਼ਨ ਮੈਂਸ਼ਨ ਕੀਤਾ ਕਿ ਕਿਉਂ ਜਿਹੜੇ ਬੱਚੇ ਆ ਉਹ ਆਪਦੀ ਜ਼ਿੰਦਗੀ ਨੂੰ ਸਟਰੀਟ ਤੇ ਲੈ ਆਉਂਦੇ ਨੇ, ਆਪਦੀ ਜ਼ਿੰਦਗੀ ਨੂੰ ਉੱਥੇ ਆ ਕੇ ਰੋਕ ਲਾਉਂਦੇ ਨੇ, ਆਪਦੀ ਜ਼ਿੰਦਗੀ ਨੂੰ ਐਂਡ ਅਪ ਕਰ ਲੈਂਦੇ ਨੇ ਕਿੱਥੇ, ਸਟਰੀਟ ਤੇ ਜਾ ਕੇ। ਕੀ ਕਾਰਨ ਹੈ ਵੀ ਲੋਕ ਆਪਣੀ ਜ਼ਿੰਦਗੀ ਨੂੰ, ਮਤਲਬ ਜਿਹੜੇ ਬੱਚੇ ਨੇ ਉਹ ਕੱਲੀਆਂ ਗਲੀਆਂ 'ਚ ਰੋਲਦੇ ਨੇ, ਹੋਰ ਕਿਤੇ ਮਤਲਬ ਕੁਝ ਵੀ ਨਹੀਂ। ਹੁਣ ਉਹ 'ਚ ਕਿਹੜੇ ਕਿਹੜੇ ਕਾਰਨ ਦਿੱਤੇ ਨੇ ਦੇਖਿਓ। ਅਨਐਮਪਲੋਇਮੈਂਟ ਹੈ, ਜੌਬ ਨਾ ਹੋਣਾ, ਵਾਰ ਯੁੱਧ ਹੋਣਾ, ਪਾਵਰਟੀ ਗਰੀਬੀ ਹੋਣਾ, ਕ੍ਰਾਈਮ ਹੋਣਾ, ਮਤਲਬ ਕੋਈ ਵੀ। ਹੁਣ ਆਪਾਂ ਇਹ ਦੇਖਣਾ ਵੀ ਇਹਨਾਂ ਚਾਰਾਂ 'ਚੋਂ ਕਿਹੜਾ ਕਾਰਨ ਹੈ ਵੀ ਜਿਹੜੇ ਬੱਚੇ ਨੇ ਆਪਣੀ ਸੜਕਾਂ ਤੇ ਆ ਜਾਂਦੇ ਨੇ, ਕੀ ਕਾਰਨ ਹੈ। ਠੀਕ ਹੈ, ਤਾਂ ਆਪਾਂ ਇਹਨਾਂ 'ਚੋਂ ਕਿਵੇਂ ਲੱਭਾਂਗੇ? ਆਪਣੇ ਕੋਲ ਲੋਕੇਸ਼ਨ ਕੀ ਹੈ? ਐਂਡ ਅਪ ਕਰਦੇ ਨੇ ਆਪਣੀ ਲਿਵਿੰਗ ਨੂੰ। ਜਿੱਥੇ ਐਂਡ ਅਪ ਦੀ ਗੱਲ ਹੋਗੀ, ਦੇਖੀਏ ਕੀ ਕਾਰਨ ਕਰਕੇ ਉਹ ਐਂਡ ਅਪ ਕਰਦੇ ਨੇ। ਤੇ ਤੁਹਾਨੂੰ ਇਹ ਪਤਾ ਹੋਣਾ ਜਿਹੜੇ ਵੀ ਆਪਾਂ ਪਰਪਸ ਤੱਕ ਉਰੇ ਪੜ੍ਹ ਲਿਆ ਨਾ, ਇਹ ਤੋਂ ਉੱਪਰ ਆਪਣੇ ਨਹੀਂ ਪੜ੍ਹਨਾ, ਆਪਾਂ ਨੀਚੇ ਆਉਣਾ। ਐਂਡ ਅਪ ਦੇਖਾਂਗੇ ਆਪਾਂ। ਆਲਜ ਐਂਡ ਅਪ ਇੱਕ ਵਰਡ ਆ ਗਿਆ ਨਾਲ ਦੀ ਨਾਲ। ਚਲੋ ਆਪਾਂ ਪੜ੍ਹ ਕੇ ਦੇਖੀਏ। ਟਿਪੀਕਲੀ ਚਿਲਡਰਨ ਡੂ ਨਾਟ ਐਂਡ ਅਪ ਔਨ ਦਾ ਸਟਰੀਟਸ, ਮਤਲਬ ਧਿਆਨ ਨਾਲ ਦੇਖੋ, ਬੜਾ ਵਧੀਆ ਤਰੀਕੇ ਨਾਲ ਉਲਟ ਦਿੱਤਾ ਹੋਇਆ ਨਾ। ਹਾਂ, ਬੱਚੇ ਆਪਣੀ ਐਂਡ ਅਪ ਨਹੀਂ ਕਰਦੇ ਡਿਊ ਟੂ ਅ ਸਿੰਗਲ ਕਾਜ਼, ਕੱਲਾ ਇੱਕ ਕਾਰਨ ਨਹੀਂ ਹੁੰਦਾ, ਉਹ ਆਪਣੇ ਆਪ ਨੂੰ ਗਲੀਆਂ 'ਚ ਲਿਆਉਂਦੇ ਨੇ, ਬਟ ਟੂ ਅ ਕੰਬੀਨੇਸ਼ਨ ਆਫ ਫੈਕਟਰ, ਬਹੁਤ ਸਾਰੇ ਫੈਕਟਰ ਨੇ ਹੈ। ਆ ਡਰਥ ਆਫ ਐਡਿਕੁਏਟਲੀ ਫੰਡਡ ਸਕੂਲਸ, ਪਹਿਲਾਂ ਉਹ ਕਹਿੰਦੇ ਕਿ ਇਹ ਨਿਗਾ ਉਹ ਇੱਕ ਕਾਰਨ ਨਹੀਂ ਹੈਗਾ, ਬਹੁਤ ਸਾਰੇ ਕੰਬੀਨੇਸ਼ਨ ਆਫ ਫੈਕਟਰਸ ਨੇ। ਪਹਿਲਾਂ ਤਾਂ ਇਹ ਆ ਕਿ ਉਹਨਾਂ ਕੋਲ ਫੰਡਡ ਸਕੂਲਸ ਨਹੀਂ ਆ, ਮਤਲਬ ਸਕੂਲ ਦੇ ਵਿੱਚ ਮਤਲਬ ਪੈਸਾ ਨਹੀਂ ਹੈਗਾ ਕਿ ਸਕੂਲ 'ਚ ਪੜ੍ਹ ਸਕਣ। ਠੀਕ ਹੈ। the demand for income at home, ਘਰ ਦੇ ਕਹਿੰਦੇ ਦੇਖੋ ਸਕੂਲ 'ਚ ਪੜ੍ਹਨ ਲਈ ਪੈਸੇ ਨਹੀਂ, ਘਰ ਦੇ ਕਹਿੰਦੇ ਘਰੇ ਪੈਸੇ ਲੈ ਕੇ ਆਓ, ਇਨਕਮ ਲਿਆਓ, ਤਾਂ ਹੀ ਤਾਂ ਵਿਚਾਰੇ ਭੀਖ ਮੰਗਦੇ ਜਾਂ ਕਈ ਕਰਦੇ ਨੇਗੇ। ਫੈਮਿਲੀ ਬ੍ਰੇਕਡਾਊਨ ਐਂਡ ਵਾਇਲੈਂਸ, ਫੈਮਿਲੀ ਦਾ ਬ੍ਰੇਕਡਾਊਨ ਮਤਲਬ ਕਿ ਆਪਸ 'ਚ ਫੈਮਿਲੀ ਟੁੱਟ ਗਈ ਹਨਾ, ਤੇ ਵਾਇਲੈਂਸ ਹੋ ਜਾਂਦੀ ਆ। ਮਤਲਬ ਆਪਾਂ ਦੇਖੋ ਇਹਨਾਂ 'ਚੋਂ ਕਿਹੜੀ ਗੱਲ ਉਧਰ ਹੋਏਗੀ, ਆਪਾਂ ਉੱਧਰ ਜਾ ਕੇ ਦੇਖਣਾ। ਤੁਸੀਂ ਆਹ ਗੱਲ ਦੇਖੋ ਵੀ ਬੱਚੇ ਨੇ ਜਿਹੜੇ ਉਹ ਕਿਸੇ ਇੱਕ ਕਾਰਨ ਕਰਕੇ ਸੜਕਾਂ ਤੇ ਨਹੀਂ ਆਉਂਦੇ, ਉਹਦੇ ਪਿੱਛੇ ਬਹੁਤ ਕਾਰਨ ਨੇ। ਨਾ ਤਾਂ ਉਹਨਾਂ ਕੋਲੇ ਪੈਸੇ ਹੈਗੇ ਵੀ ਸਕੂਲ 'ਚ ਵਗ ਜਾਣ, ਨੰਬਰ 1, ਘਰ ਦੇ ਉਹਨਾਂ ਤੋਂ ਪੈਸੇ ਮੰਗਦੇ ਨੇ ਵੀ ਕਮਾ ਕੇ ਲਿਆਓ, 2 ਨੰਬਰ 3 ਉਹਨਾਂ ਦੀ ਫੈਮਿਲੀ 'ਚ ਲੜਾਈ ਪੈ ਗਈ, ਇਹਦੇ ਨਾਲ ਉਹ ਲੜਾਈ ਝਗੜਿਆਂ 'ਚ ਪੈ ਗਏ। ਹੁਣ ਆਹ ਗੱਲ ਦਾ ਸਿੱਧਾ ਤੇ ਸਿੱਧਾ ਮੈਂ ਤੁਹਾਨੂੰ ਦੱਸਾਂ, ਜਿੱਥੇ ਤੱਕ ਮੇਰਾ ਦਿਮਾਗ ਕੰਮ ਕਰਦਾ ਹੈ ਵੀ ਵਾਰ ਤਾਂ ਹੈ ਨਹੀਂ, ਗੱਲ ਖਤਮ। ਠੀਕ ਹੈ, ਵਾਰ ਵਰਡ ਤਾਂ ਹੋਣੀ। ਹੁਣ ਮੈਨੂੰ ਜਿੱਥੇ ਤੱਕ ਲੱਗਦਾ ਹੈਗਾ ਡੀਅਰ, ਮੈਨੂੰ ਲੱਗਦਾ ਆਹ ਪਾਵਰਟੀ, ਗਰੀਬੀ। ਮੰਨਦੇ ਹੋ ਮੇਰੀ ਗੱਲ? ਗਰੀਬੀ ਹੈ ਨਾ, ਕਿਉਂਕਿ ਪੈਸਾ ਨਹੀਂ ਹੈਗਾ ਘਰੇ, ਸਕੂਲ 'ਚ ਪੜ੍ਹਨ ਲਈ ਫੀਸ ਨਹੀਂ, ਹਾਂ, ਜਿਹਦੇ ਕਰਕੇ ਪਰਿਵਾਰ ਟੁੱਟ ਗਿਆ, ਵਾਇਲੈਂਸ ਹੋ ਗਈ। ਹੁਣ ਦੇਖੋ ਹੋਰ ਕੋਈ ਮੈਚ ਨਹੀਂ ਕਰਦਾ, ਨਾ ਤਾਂ ਵਾਰ ਆ ਸਕਦਾ, ਨਾ ਅਨਇੰਪਲੋਇਮੈਂਟ ਆ ਸਕਦਾ ਵੀ ਉਹਨਾਂ ਕੋਲ ਕੋਈ ਕੰਮ ਨਹੀਂ ਹੈਗਾ ਤਾਂ ਕਰਕੇ ਉਹ ਸਟਰੀਟ ਤੇ ਚਲੇ ਗਏ। ਕ੍ਰਾਈਮ ਦੀ ਗੱਲ ਹੀ ਕੋਈ ਨਹੀਂ ਹੋਈ, ਤਾਂ ਆਨਸਰ ਕੀ ਆ ਗਿਆ? ਪਾਵਰਟੀ, ਗਰੀਬੀ ਕਰਕੇ ਉਹਨਾਂ ਨੂੰ ਸੜਕਾਂ ਤੇ ਆਉਣਾ ਪਿਆ। ਜਿਹੜੀ ਗਰੀਬੀ ਹੈ ਆਪਾਂ ਨੂੰ ਇਹ ਕਲੀਅਰ ਵੀ ਹੈ ਨਾ, ਜਦੋਂ ਬੰਦੇ ਕੋਲੇ ਪੈਸਾ ਨਹੀਂ ਹੈਗਾ ਉੱਥੇ ਜਾਣ ਨੂੰ, ਸਕੂਲ 'ਚ ਭਰਨ ਨੂੰ, ਘਰ ਦੇ ਕਹਿੰਦੇ ਵੀ ਕੰਮ ਕਰਕੇ ਪੈਸਾ ਲਿਆ ਕੇ ਦੇ, ਪਰਿਵਾਰ ਟੁੱਟ ਗਏ, ਤੇ ਸਾਰੇ ਇਹ ਇਕਲ ਪੱਕੀ ਹੈ। ਯਾਦ ਰੱਖਿਓ, ਕਿਤੇ ਨਾ ਕਿਤੇ ਜ਼ਿੰਦਗੀ 'ਚ ਕੰਮ ਆਊਗੀ। ਕੋਈ ਵੀ ਫੈਮਿਲੀ ਵੀ ਹੈ ਨਾ, ਉਹ ਵੀ ਬੌਂਡਿੰਗ ਨਾ ਪੈਸੇ ਦੇ ਸਹਾਰੇ ਤੇ ਚੱਲਦੀ ਹੈ। ਅੱਜ ਦੀ ਫੈਮਿਲੀ ਦੀ, ਪੁਰਾਣੀ ਦੀ ਗੱਲ ਨਹੀਂ ਕਰਦਾ ਮੈਂ। ਜਬ ਤੱਕ जेब में पैसा है, रेनू भैने, जब तक जेब में पैसा है लोग पूछेंगे कैसा है। ये गल पक्की है, सच्चाई है। जदों कोई तुहानू इनडायरेक्टली पूछे ना भी की काम करदे हो, समझ लो ये पूछ रहे भी बाई जी तुहानू किन्नी इज्जत देईए। ये सच्चाई है ना, लोग प्रोफेशन दे के इज्जत देंदे है, ये बिल्कुल पक्की गल है। मैं सब तो वड्डी दी एग्जाम्पल देवां, सब तो वड्डी एक एग्जाम्पल, प्रोफेशन दे के इज्जत पता किवें मिलदी है। मेरे कोले मेरे पीजी च बहुत सारे स्टूडेंट पढ़ते हैं,
ਮੇਰੇ ਲਈ ਸਾਰੇ ਬਹੁਤ ਪਿਆਰੇ ਨੇ, ਉਹ ਬੱਚੇ ਨੇ ਸਾਰੇ। ਅੱਜ ਮੇਰੇ ਕੋਲੇ ਇੱਕ ਮਾਨਸਾ ਦਾ ਡੀਐਮ ਆਇਆ, ਮਾਨਸਾ ਦਾ ਡੀਐਮ ਆਇਆ ਮੇਰੇ ਕੋਲ ਆਇਲਸ ਪੜ੍ਹਨ। ਡੀਐਮ ਦੀ ਛੋਟੀ ਪੋਸਟ ਨਹੀਂ ਹੁੰਦੀ। ਫਿਰ ਮੈਂ ਉਹਨਾਂ ਨੂੰ ਬੱਚਿਆਂ 'ਚ ਨਹੀਂ ਪਾਇਆ, ਮੈਂ ਉਹਨਾਂ ਲਈ ਸਪੈਸ਼ਲ ਇੱਕ ਅਲੱਗ ਹਾਊਸ ਤਿਆਰ ਕਰਿਆ, ਮਤਲਬ ਕਿ ਉਹਨਾਂ ਲਈ ਅਰੇਂਜ ਕਰਿਆ, ਉਹਨਾਂ ਨੂੰ ਉੱਥੇ ਦਿੱਤਾ। ਉਹਦਾ ਰੀਜ਼ਨ ਪਤਾ ਕੀ ਹੈ? ਉਹਦੀ ਪੋਸਟ ਉੱਚੀ ਹੈ, ਪੋਸਟ ਉੱਚੀ ਹੈ ਤਾਂ ਰਿਸਪੈਕਟ ਵੱਧ ਹੈ। ਤਾਂ ਕਹਿਣ ਦਾ ਮਤਲਬ ਇਹ ਹੈਗਾ ਕਿ ਜਿੰਨਾ ਉੱਚਾ ਤੁਹਾਡਾ ਅਹੁਦਾ ਹੋਊਗਾ ਉਨੀ ਉੱਚੀ ਤੁਹਾਨੂੰ ਰਿਸਪੈਕਟ ਮਿਲੂਗੀ। ਇਹ ਅੱਜ ਦੀ ਸੋਸਾਇਟੀ ਦੀ ਡਿਮਾਂਡ ਹੈ। ਤਾਂ ਇਸ ਕਰਕੇ ਅਹੁਦਾ ਤਾਂ ਆਪਾਂ ਉੱਚਾ ਹੀ ਲੈ ਕੇ ਜਾਵਾਂਗੇ, ਚਿੰਤਾ ਨਾ ਕਰੋ, ਲੱਗੇ ਰਹੋ, ਮਿਹਨਤ ਕਰੋ। ਮੇਰੇ ਕੋਲੇ ਤੁਹਾਡਾ ਭਰਾ ਆ ਮੈਂ, ਤੁਹਾਡੇ ਸਾਰਿਆਂ ਦੇ ਸਿਰ ਤੋਂ YouTube ਚੱਲਦਾ ਮੇਰਾ। ਅੱਜ ਦੀ ਵੀਡੀਓ ਵੀ ਸਪੈਸ਼ਲ YouTube ਵਾਲੇ ਲੋਕ, ਮੇਰੇ ਜਿੰਨੇ ਮਿੱਤਰ ਪਿਆਰੇ ਨੇ ਉਹਨਾਂ ਨੂੰ ਪਾਉਂਗਾ ਮੈਂ, ਤੇ ਉਹ ਇਹ ਦੇਖਣਗੇ ਵੀ ਰਮਨ ਪੜਾਉਂਦਾ ਕਿਵੇਂ ਹੈ। ਉਹ ਇਹ ਵੀ ਦੇਖਣਗੇ ਵੀ ਲੋਕੇਂਦਰ ਕਿੰਨਾ ਸੋਹਣਾ ਹੈ। ਸਾਰੇ ਦੇਖਣਗੇ ਵਾਹ ਲੋਕੇਂਦਰ ਖੁਸ਼। ਲੈ ਮੈਂ ਤੈਨੂੰ ਲੋਕੇਂਦਰ ਆਮ ਗੋਣਾ ਮੇਕ ਯੂ ਫੇਮਸ ਗਾਇ। ਆ ਵੈਰੀ ਗੁੱਡ, ਸੇ ਹਾਈ ਟੂ एवरीवन। ਲੋਕੇਂਦਰ ਆ ਪਿੱਛੇ ਆਈ ਲਵ ਯੂ ਕਿਹਨੂੰ ਲਿਖਿਆ ਹੋਇਆ ਹੈ? ਜਾਨ। ਓ ਮਾਈ ਗॉश। ਲੋਕੇਂਦਰ ਠਰਕੀ ਖਿਆਲ। मैं अनम्यूट नहीं करता, मैं तो देख के आ देखो आ लिखा पे, इसको बोलते हैं ठरकी ख्याल है। मर्जी है। मैं एक बार अनम्यूट करके सुनना भी चाहना था मुंह। व्हाट इज इट? कैन यू प्लीज लेट मी एक्सप्लेन? हेलो लोकेंद्र सर मेरी वाइफ ने दिता सी। चल फिर Last शुक्र birthday है, फिर सारियां गल्लां दी माफी है। व्हाट इज इट रिटन की है? कुछ नहीं सर, 3 वर्ड ही लिखे, आई लव यू सर। आई लव यू लास्ट की है जान। जी वाओ जान, रिस्पेक्ट यू। हाँ, हस्बैंड वाइफ फुल प्यार, बहुत चंगी गल है। परिवारां च प्यार बनिया रहे, बस ये भी है ना। मैनू तां खुशी हुई भी वाइफ ने ते मोहनपाल भाई आ भी ठीक है। किते मैं क्या भी खतरों का खिलाड़ी होवे भी शरेआम ही ला के भी ला दिता ता ला दिता। चलो वेरी गुड। आपां आंसर नंबर 4 ते आउने आ। ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਧੀਆ ਜੀ, ਮੈਂ ਕੱਲ ਕਾਟ ਪੜ੍ਹ ਰਿਹਾ ਸੀ, ਪੁਰਾਣੀ ਚੈਟ ਜਮੀ ਨਾ ਰੱਖਿਆ ਕਰੋ। ਜੇ ਆਪ ਪੜੋਗੇ ਤਾਂ ਦਿਲ ਟੁੱਟੂਗਾ, ਜੇ ਘਰ ਦੇ ਪੜਨਗੇ ਤਾਂ ਹੱਡੀਆਂ। ਕੁਝ ਵੀ ਹੋ ਸਕਦਾ ਹੈ, ਠੀਕ ਹੈ। ਸਤਵਿੰਦਰ ਸਿੰਘ ਹਲਕਾ ਜਿਹਾ ਮੁਸਕਰਾਏ ਨੇ, ਕੋਈ ਗੱਲ ਲੱਗਦੀ ਹੈ ਮੈਨੂੰ। ਆਏ ਵੈਰੀ ਗੁੱਡ, ਖੁਸ਼ ਰਿਹਾ ਕਰੋ ਤੁਸੀਂ ਸਾਰੇ ਮੇਰੇ ਭੈਣ ਭਰਾਓ, ਤੇ ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ। ਆਓ ਆਪਾਂ ਆਪਣੇ ਕੁਐਸਚਨ ਨੰਬਰ 4 ਤੇ ਆਈਏ। In order to become more independent, street children may। ਕਹਿੰਦੇ ਕਿ ਹੋਰ ਜ਼ਿਆਦਾ ਇੰਡੀਪੈਂਡੈਂਟ ਹੋਣ ਵਾਸਤੇ ਸਟਰੀਟ ਚਿਲਡਰਨ ਕੀ ਕਰ ਸਕਦੇ? ਆਪਾਂ ਦੇਖਾਂਗੇ ਇੰਡੀਪੈਂਡੈਂਟ ਹੋਣ ਦੀ ਗੱਲ ਕੀ ਹੋ ਰਹੀ ਹੈ। ਹਾਂ, ਡਿਪੈਂਡੈਂਟ ਹੁੰਦੇ ਨੇ, ਕਿਸੇ ਦੇ ਉੱਤੇ ਡਿਪੈਂਡ ਹੋਣੇ। ਜੇ ਉਹਨਾਂ ਨੇ ਆਤਮ ਨਿਰਭਰ, ਹਾਂ ਆਤਮ ਨਿਰਭਰ, ਬਸ ਛੱਡ ਆਪਾਂ ਲਾਈਵ ਪਾਉਣਾ YouTube ਤੇ। ਨਹੀਂ, ਆਤਮ ਨਿਰਭਰ ਤਾਂ ਬਹੁਤ ਕੁਛ ਆਇਆ ਹੈ ਨਾ, ਛੱਡੋ। ਕਹਿੰਦਾ ਵੀ ਜਿਹੜੇ ਲੋਕ ਨੇ, ਜਿਹੜੇ ਬੱਚੇ ਨੇ, ਸਟਰੀਟ ਚਿਲਡਰਨ ਨੇ, ਜੇ ਉਹਨਾਂ ਨੇ ਆਤਮ ਨਿਰਭਰ ਬਣਨਾ ਤਾਂ ਉਹਨਾਂ ਨੂੰ ਕੀ ਕਰਨਾ ਪਊਗਾ, ਹੈ ਨਾ। ਦੇਖੀਏ ਇੰਡੀਪੈਂਡੈਂਟ ਹੋਣ ਦੇ ਲਈ ਬੱਚਿਆਂ ਨੂੰ ਸ਼ਾਇਦ ਕੀ ਕਰਨਾ ਪਊਗਾ। ਇਹ ਦੇਖੋ ਸੈਕਿੰਡ ਪੇਜ ਦੇ ਵਿੱਚ ਇੰਡੀਪੈਂਡੈਂਸ। ਹਾਂਜੀ देखो जी, इंडिपेंडेंस वर्ड आ गया, ठीक है। तो आप इन्हों इथों पढ़ लिए। मैनी चिल्ड्रन मे सी एंटरप्रेन्योरशिप बिजनेस है बिकॉज इट अलाउज देम अ डिग्री ऑफ इंडिपेंडेंस। इथे मे स्टार्ट आएगा, शायद कोई प्रिंटिंग च प्रॉब्लम आ। कहंदे मैनी चिल्ड्रन मतलब स्टार्ट कर सकते हैं। इंटरप्रेन्योरशिप हुंदा बिजनेस, ठीक है, कोई भी काम करना। बिकॉज इट अलो दैम अ डिग्री ऑफ इंडिपेंडेंस, क्योंकि जेड़ा उन्हां दा बिजनेस आ सिर्फ ਉਹੀ ਉਹਨੂੰ ਇੰਡੀਪੈਂਡੈਂਸ ਦੇ ਸਕਦਾ ਹੈ। ਹੁਣ ਇਹ ਨਹੀਂ ਹੈਗਾ ਬਿਜ਼ਨਸ ਦਾ ਮਤਲਬ ਕੋਈ ਬਹੁਤ ਵੱਡੀ ਕੰਪਨੀ ਨਹੀਂ, ਉਹ ਕੋਈ ਵੀ ਆਪਦਾ ਕੋਈ ਛੋਟਾ ਮੋਟਾ ਕੰਮ ਕਰ ਸਕਦੇ ਨੇ, ਤਾਂ ਜਿਹਦੇ ਨਾਲ ਉਹਨਾਂ ਨੂੰ ਇੰਡੀਪੈਂਡੈਂਸ ਮਿਲ ਸਕਦੀ ਹੈ, ਠੀਕ ਹੈ। ਇਹ ਤਾਂ ਬਹੁਤ ਸੌਖਾ ਹੋਣਾ ਚਾਹੀਦਾ ਹੈਗਾ। ਬਿਲਕੁਲ ਮਿਲ ਗਿਆ ਨਾ। ਇੰਦਰ ਕਰੀ ਹੈਂਡ ਕਰੀ, ਕਿੰਨਾ ਕਿਹੜਾ ਨੰਬਰ ਕਿੰਨਵਾਂ ਨੰਬਰ ਚੈੱਕ। ਐਵੇਂ ਹਾਂ ਵੈਰੀ ਗੁੱਡ। ਮੈਨੂੰ 2 ਫਿੰਗਰ ਸੀਗੇ ਨੇ, ਮੈਂ ਕਿਹਾ ਲੈ ਵੀ ਮਾਤਾ ਰਾਣੀ ਦੀ ਕਿਰਪਾ ਨਾਲ ਵੀ ਗਲਤ ਹੈ। ਸੁਣੋ, ਰਿਜੈਕਟ ਪੇਡ ਐਮਪਲੋਇਮੈਂਟ ਨਾ, ਐਮਪਲੋय ਅਦਰ ਚਿਲड्रन ਨਾ, ਲੀਵ देयर फैमिलीज ਨਾ, बच्चा की सैटअप देयर ऑन बिजनेस, ਤੇ ਉਹਨਾਂ ਨੂੰ ਆਪਦਾ ਬਿਜ਼ਨਸ ਤਿਆਰ ਕਰਨਾ ਪਊਗਾ। ਐਕੂਰੇਟ ਆਨਸਰ ਹੈਗਾ ਸੀ। ਤੁਸੀਂ 4 ਦੇ 4 MCQ ਤੋਂ ਖੁਸ਼ ਹੋ?
ਤੁਸੀਂ ਦੇਖਿਆ ਨਾ ਆਨਲਾਈਨ ਕਲਾਸ ਦਾ ਵੀ ਬਹੁਤ ਵੱਡਾ ਫਾਇਦਾ ਹੈ। ਜੇ ਕੋਈ ਵੀ ਇੱਕ ਬੰਦਾ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇ, what is the difference between business and entrepreneurship, ਮੈਂ ਉਹਦੀ 5000 ਦੀ 5000 ਫੀਸ ਮਾਫ ਕਰ ਦੂੰਗਾ। ਡਿਫਰੈਂਸ ਕੀ ਹੈ ਬਿਜ਼ਨਸ ਦਾ ਤੇ ਐਂਟਰਪ੍ਰੇਨਿਓਰਸ਼ਿਪ ਦਾ? मैं दसा, हम बताएं का, हम बताएं? रीनू पता है? पता है? रीजन करे थोने, रीजन करे हुए, रीजन ना करो फिर। कोमल बराड़ पता है? हाँ, जे गलत होया गल सुन लो तो 1000 रुपया थोड़े कनी। वाह, चल अज 1000 की दिहाड़ी कुट्टी है। हाँ जी, कुछ भी कह, सारा गलत है, दो 1000 रुपये बस, इन्हों कहे रोटी पिटना। हाँ जी, ਗੁੱਡ ਈਵਨਿੰਗ ਸਰ। गुड इवनिंग डियर। हाँ जी कोमल। ਸਰ ਐਂਟਰਪ੍ਰੇਨਿਓਰਸ਼ਿਪ ਦੇ ਵਿੱਚ ਮੇਨ ਉਹ ਹੁੰਦਾ ਕਿ ਮਤਲਬ ਇੱਕ ਬਿਜ਼ਨਸ ਨੂੰ ਕਰਨ ਦੇ ਲਈ ਆਪਣੇ ਚ ਉਹ ਸਾਰੀਆਂ ਅਬਿਲਿਟੀਜ਼ ਹੈਗੀਆਂ ਕਿ ਆਪਾਂ ਰਿਸੋਰਸਸ ਵਗੈਰਾ ਨੂੰ ਕਿਵੇਂ ਮੈਨੇਜ ਕਰਨਾ, ਤੇ ਬਿਜ਼ਨਸ ਹੁੰਦਾਗਾ ਕਿ ਆਪਣੇ ਕੋਲ ਪੈਸਾ ਹੈਗਾ ਕਿ ਆਪਾਂ ਇੱਕ ਮਤਲਬ ਸੈਟਅਪ ਕਰ ਸਕਦੇ ਹਾਂ ਸਾਰਾ मैं ਕੁਝ। समझा, ना 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 ना, मैं मेरा दिमाग हो रहा है, मैं बड़ा खतरों का खिलाड़ी हाँ। ਦੇਖੋ ਮੇਰੀ ਗੱਲ ਤੁਹਾਡੀ ਗੱਲ ਨਾਲ ਜਮੀ ਮੈਚ ਨਹੀਂ ਕਰਨੀ ਹੈਗੀ, ਤੇ ਤੁਸੀਂ ਮੈਨੂੰ ਐਨ ਗੂਗਲ ਪੇ ਮੈਂ ਤੁਹਾਨੂੰ ਬੜੇ ਖੁਸ਼ੀ ਦੇ ਦਾਂਗਾ, ਠੀਕ ਹੈ? ਤੇ ਉਹ ਚੱਲ ਕੋਈ ਨਾ, ਨਹੀਂ ਚਾਹੀਦੇ ਪੈਸੇ, ਕਿਤੇ ਤੇਰਾ ਸਾਰੀ ਕਲਾਸ ਜੀ ਨਾ ਲੱਗੇ। ਸੁਣੋ, ਜਿਹੜਾ ਬਿਜ਼ਨਸਮੈਨ ਤੇ ਐਂਟਰਪ੍ਰੇਨਿਓਰ 'ਚ ਫਰਕ ਪਤਾ ਕੀ ਹੈ? ਯਾਦ ਰੱਖਿਓ ਸਾਰੀ ਉਮਰ, ਮੰਨ ਕੇ ਚੱਲੋ ਤੁਹਾਡੇ ਕੋਲੇ 3 ਮਸੰਮੀਆਂ ਨੇ, ਮੰਨ ਕੇ ਚੱਲੋ ਤੁਹਾਡੇ ਕੋਲੇ 3 ਮਸੰਮੀਆਂ ਨੇ। ਇੱਕ ਬਿਜ਼ਨਸਮੈਨ 3 ਮਸੰਮੀਆਂ 10 ਰੁਪਏ ਦੀਆਂ ਵੇਚ ਦੂਗਾ, ਮੰਨ ਲਓ। ਪਰ ਜਿਹੜਾ ਐਂਟਰਪ੍ਰੇਨਿਓਰ ਹੋਊਗਾ ਨਾ ਰੇਨੂ, ਉਹ ਪਤਾ ਕੀ ਕਰੂਗਾ? 3 ਮਸੰਮੀਆਂ ਦਾ ਜੂਸ ਕੱਢ ਕੇ 20 ਰੁਪਏ 'ਚ ਵੇਚ ਦੂਗਾ। ਮਤਲਬ ਕੀ ਹੈ ਕਿ ਐਂਟਰਪ੍ਰੇਨਿਓਰ ਹੈ ਨਾ ਜਿਹੜਾ, ਉਹ ਡਬਲ ਤੋਂ ਟ੍ਰਿਪਲ ਪ੍ਰੋਫਿਟ ਕੱਢ ਸਕਦਾ ਹੈਗਾ। ਇਹ ਗੱਲ ਯਾਦ ਰੱਖੋ, ਬਿਜ਼ਨਸਮੈਨ ਨਾਰਮਲ ਹੋਊਗਾ, ਪਰ ਜਿਹੜਾ ਐਂਟਰਪ੍ਰੇਨਿਓਰ ਹੋਏਗਾ ਨਾ, ਉਹ ਮਾਸਟਰਮਾਈਂਡ ਹੋਏਗਾ। ਕਹਿਣ ਦਾ ਮਤਲਬ ਇਹ ਹੈ, ਹੈਗੀਆਂ ਉਹ 3 ਮਸੰਮੀਆਂ ਨੇ, ਇੱਕ ਤੇ 3 ਮਸੰਮੀਆਂ ਦਾ ਉਹਨਾਂ ਨੇ ਕੀ ਕਰਿਆ? ਕੱਲੀਆਂ 10 ਰੁਪਏ ਦੀ ਵੇਚੀਆਂ। ਕੋਮਲ, ਐਂਟਰਪ੍ਰੇਨਿਓਰ ਨੇ 10 ਮਸੰਮੀਆਂ ਦਾ ਜੂਸ ਕੱਢਤਾ, ਖਾ ਲਿਆ ਖੀਰਾ ਕੋਈ ਗੱਲ ਨਹੀਂ। ਉਹਨਾਂ ਨੇ 10 ਦਾ ਜੂਸ ਕੱਢਤਾ, 3 ਦਾ ਜੂਸ ਕੱਢ ਕੇ ਉਹ 10 ਰੁਪਏ ਦੀ ਜਗ੍ਹਾ ਤੇ 20 ਰੁਪਏ ਕਮਾ ਲਏ। ਮਤਲਬ ਐਂਟਰਪ੍ਰੇਨਿਓਰ ਹੈ ਜਿਹੜਾ ਬੰਦਾ, ਉਹ ਵੱਧ ਕਮਾਈ ਕਿਵੇਂ ਕਰਨੀ ਹੈ, ਉਹਦਾ ਮਾਸਟਰਮਾਈਂਡ ਹੁੰਦਾ ਹੈ। ਲਓ ਜੀ, ਆਪਣਾ ਥਰਡ ਕਨਸੈਪਟ, ਥਰਡ ਮੋਡਿਊਲ, ਵੀ ਪੀਪਲ ਆਰ ਨੀਅਰ, ਦੈਟ ਇਜ਼ ਕਾਲਡ ਆਇਲਸ ਸਪੀਕਿੰਗ। ਵਧੀਆ ਚੱਲੋ, ਬੋਰ ਨਹੀਂ ਹੋਣ ਦਿੰਦਾ। ਅਸਲੀ ਚੀਜ਼ ਨਾ ਮੈਂ ਤੁਹਾਨੂੰ ਗੱਲ ਦੱਸਦਾ, ਇੱਕ ਵਰਡ ਹੁੰਦਾ ਹੈ ਭਰੋਸਾ, ਬਿਲੀਵ। ਤੁਹਾਨੂੰ ਪਤਾ ਹੈ ਜਦੋਂ ਇੱਕ ਬੱਚੇ ਨੂੰ ਹਵਾ ਦੇ ਵਿੱਚ ਉਛਾਲਦੇ ਨੇ ਤੇ ਬੱਚਾ ਹੱਸਦਾ, ਰੋਂਦਾ ਨਹੀਂ ਹੈਗਾ, ਪਤਾ ਕਿਉਂ? ਕਿਉਂਕਿ ਉਹਨੂੰ ਉਛਾਲਣ ਨਾਲ ਤੇ ਨਾ ਬਲੀਵ ਬਹੁਤ ਹੁੰਦਾ ਹੈ। ਉਹਨੂੰ ਇਹ ਹੁੰਦਾ ਵੀ ਮੈਨੂੰ ਡਿੱਗਣ ਨਹੀਂ ਦਿੰਦਾ, ਇਹ ਬਲੀਵ ਹੈ। ਤੁਹਾਨੂੰ ਮੈਂ ਇੱਕ ਹੋਪ ਦਾ ਮਤਲਬ ਦੱਸਾਂ, ਹੋਪ, ਆਸ। ਆਪਾਂ ਰਾਤ ਨੂੰ ਨਾ ਅਲਾਰਮ ਲਾ ਕੇ ਸੌਂਦੇ ਹੁੰਦੇ ਆ, ਇਹ ਵੀ ਸ਼ੋਰ ਨਹੀਂ ਹੁੰਦੇ ਵੀ ਸਵੇਰੇ ਉੱਠਾਂਗੇ ਕਿ ਨਾ, ਇਹ ਆਸ ਹੈ, ਹੋਪ। ਮੰਨਦੇ ਮੇਰੀ ਗੱਲ? ਅੰਨਾ ਯਕੀਨ ਪਤਾ ਕੀ ਹੁੰਦਾ ਹੈ? ਅੰਨਾ ਯਕੀਨ ਜਿਹਨੂੰ ਕਹਿੰਦੇ ਵੀ ਜਿਹੜਾ ਬੰਦਾ ਕਿਸੇ ਤੇ ਭਰੋਸਾ ਕਰਦਾ ਹੈ। ਇੱਕ ਬੰਦਾ, ਮਤਲਬ ਇੱਕ ਪਿੰਡ ਦੇ ਵਿੱਚ ਮੀਂਹ ਨਹੀਂ ਪੈ ਰਿਹਾ ਸੀਗਾ, ਕਿਸੇ ਬੰਦੇ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਕੱਲ ਨੂੰ ਜਾ ਕੇ ਉਸ ਮੰਦਿਰ 'ਚ ਪੂਜਾ ਕਰਿਓ, ਤੇ ਜਦੋਂ ਮੰਦਿਰ 'ਚੋਂ ਬਾਹਰੋਂ ਨਿਕਲੋਗੇ ਤਾਂ ਬਾਹਰ ਮੀਂਹ ਪੈ ਰਿਹਾ ਹੋਊਗਾ। ਸਾਰੇ ਬੰਦੇ ਖਾਲੀ ਹੱਥ ਗਏ ਤੇ ਇੱਕ ਬੰਦਾ ਛਤਰੀ ਨਾਲ ਲੈ ਕੇ ਗਿਆ। ਇਹਨੂੰ ਕਹਿੰਦੇ ਨੇ ਅੰਨਾ ਯਕੀਨ, ਕਿਉਂਕਿ ਉਹਨੂੰ ਪਤਾ ਸੀ ਨਾ ਵੀ ਮੀਂਹ ਪਊਗਾ ਹੀ ਪਊਗਾ, ਬਾਕੀ ਕਰੇ ਵੀ ਚੱਲ ਪੂਜਾ ਕਰਕੇ ਮੁੜ ਆਵਾਂਗੇ, ਪੈ ਗਿਆ ਨਾ ਸੀ। ਤਾਂ ਸ਼ਬਦ ਨੇ, ਤਾਂ ਮੈਂ ਹਮੇਸ਼ਾ ਯਕੀਨ ਕਰਦਾ ਹੁੰਦਾ ਕਿ ਤੁਹਾਡੀ ਜ਼ੁਬਾਨ ਇੰਨੀ ਕੁ ਮਿੱਠੀ ਹੋਣੀ ਚਾਹੀਦੀ ਹੈ, ਕਿਉਂਕਿ ਮਿੱਠੀ ਜ਼ੁਬਾਨ ਨਾਲ ਤੁਹਾਡਾ ਜ਼ਹਿਰ ਵੀ ਵਿਕ ਜੂਗਾ, ਤੇ ਕੌੜੀ ਜ਼ੁਬਾਨ ਨਾਲ ਤੁਸੀਂ ਸ਼ਹਿਦ ਵੀ ਨਹੀਂ ਵੇਚ ਸਕਦੇ। ਇਹ ਸੱਚਾਈ ਹੈ। ਜੇ ਤੁਹਾਡੀ ਜ਼ੁਬਾਨ ਕੌੜੀ ਹੈ ਨਾ, ਤੁਹਾਡਾ ਸ਼ਹਿਦ ਵੀ ਨਹੀਂ ਵਿਕਦਾ, ਤੇ ਜੇ ਜ਼ੁਬਾਨ ਮਿੱਠੀ ਹੈ ਨਾ, ਜ਼ਹਿਰ ਵੀ ਵਿਕ ਜੂਗਾ। ਪਤਾ ਕਿਵੇਂ? ਹਰਸਿਮਰਨ ਪਲੀਜ਼ ਥੋੜਾ ਜ਼ਹਿਰ, ਥੋੜਾ ਟੇਸਟ, ਇੱਕ ਵਾਰ ਪਲੀਜ਼ ਮੇਰੇ ਕਰਕੇ ਦੇਖੋ, ਟੱਚ ਦੀ ਕਰਨਾ ਪੈਣਾ ਹੈ।
है ना, ये है मिठी जबान। कौड़ी जबान, खा ले शहद दिता मिठा है, लंघदा नहीं तेरे। वाओ, मतलब ये सारे रौले उसे जीभ दे आ पुੱਤ। तैनू जिन्ना वधिया ਚੱਲੋਗੇ ਅੱਗੇ ਪਹੁੰਚਾਂਗੇ। आओ आउने अपने मॉड्यूल ते स्पीकिंग दे तिन्ने टास्क रजवें पढ़ाऊंगा ते फैन बना दूंगा ਤੁਹਾਨੂੰ। आ जाओ। सब तो पहले टास्क 1 करते हैं, सिनरी। एग्जामिनर जदों स्पीकिंग लऊगा ਤੁਹਾਡੀ कंडक्ट करूगा, गौर नाल सुन लियो, कोई पार्शियलिटी ते कोई तरस दोने चीज़ां नहीं होणगियां। ते टास्क 1 ਉਹ ਜਿਹੜਾ ਤੁਹਾਡੇ ਤੋਂ ਪੁੱਛੂਗਾ ਨਾ, ਉਹ ਆਊਟ ਆਫ ਟੌਪਿਕ ਕਦੇ ਵੀ ਨਹੀਂ ਹੁੰਦਾ। ਹੁਣ ਮੰਨ ਕੇ ਚੱਲੋ ਮੈਂ ਇਹ 'ਚ ਤੁਹਾਨੂੰ ਟਾਸਕ 1 ਸਿਨਰੀ ਦਿਖਾਇਆ ਲਿਖਿਆ ਹੋਇਆ, ਸਾਰਿਆਂ ਨੂੰ ਪਤਾ ਵੀ ਸਿਨਰੀ ਕੀ ਹੁੰਦੀ ਹੈ। सिनरी पता है ना, फोटो टाइप सीन सिनरी। ते जेड़ा भी टास्क 1 होगा वो आउट ऑफ टॉपिक कदे भी नहीं होगा, याद रखियो ये गल। रिलेटेड टू टॉपिक ताड़ी गल होएगी। आओ आपां कहे जिहियां गल्लां ने सिनरी दी टॉपिक दी मैं पढ़ाउणा। इज देयर गुड सिनरी इन योर होम टाउन? की कोई देखने वाला सीन बहुत अच्छा है तुहाडे होम टाउन च? और डज योर होम टाउन हैज अ लॉट ऑफ सिनिक व्यूज? ਤੁਹਾਨੂੰ ਪਤਾ ਇੱਕ ਪੋਰਟਰੇਟ ਹੁੰਦਾ, ਪੋਰਟਰੇਟ ਇੱਕ ਹੁੰਦੀ ਹੈ ਸਿਨਰੀ। ਪੋਰਟਰੇਟ ਦਾ ਉਹ ਹੁੰਦਾ ਜਿਹੜੇ ਕਿਸੇ ਦੀ ਫੋਟੋ ਬਣਾਉਂਦੇ ਨੇ, ਉਹਨੂੰ ਪੋਰਟਰੇਟ ਕਰਦੇ ਨੇ। ਤੇ ਜਿਹੜੇ ਸਿਨਰੀ ਵਾਲੇ ਹੁੰਦੇ ਨੇ ਪੁੱਤ, ਕੋਈ ਜਿਵੇਂ ਪਹਾੜੀਆਂ, ਕੋਈ ਝਰਨੇ, ਕੋਈ ਪਰਬਤ, ਉਹ ਹੁੰਦੇ ਨੇ, ਉਹ ਸਿਨਰੀ ਹੁੰਦੇ ਨੇ। ਕਹਿੰਦਾ ਵੀ ਤੁਹਾਡੇ ਸ਼ਹਿਰ ਦੇ ਵਿੱਚ ਕੋਈ ਐਵੇਂ ਦੀ ਜਗ੍ਹਾ ਹੈਗੀ ਜਿੱਥੇ ਸਿਨਰੀ ਹੋਵੇ? ਆਈਫੋਨ ਸੁੱਤੇ ਪਏ ਹੋ, ਬਿਮਾਰ ਜੇ ਲੱਗਦੇ ਹੋ, कोई गल नहीं, पैजो तुहाडे नाल फिर गल करूंगा मैं, ठीक है। पहला पढ़ा दे इन्हां नूं। तुहानूं कह रहा ये जिन्हें रेड वाइट वियर किया है, यस आई विल टॉक टू यू, डोंट वरी, यस आई विल टॉक टू यू लेटर, ठीक है। आपां गल करांगे। आई एम फ्रॉम चंडीगढ़, मैं चंडीगढ़ तो हाँ, एंड इट इज़ अ सिटी लोकेटेड इन द फुट हिल्स ऑफ शिवालिक माउंटेन। देयर आर लॉट ऑफ ब्यूटीफुल व्यूज इन आवर सिटी, स्पेशली अ सिटी लेक। मैं चंडीगढ़ रह रहा, उत्थे एक सिटी लेक है, सुखमना लेक, मतलब सुखना लेक ही है वो है। हुण मान लो सारे चंडीगढ़ थोड़ी रह रहे ने, ते जरूरी नहीं हैगा तुसी अपना कोई सिनरी दा व्यू दसने दसने। तुसी ये कह सकते हो भी वेल देयर इज नो एनी सिनरी व्यू इन माई होम टाउन, फॉर द बेटर व्यू वी प्रेफर टू गो टू हिल स्टेशन। साडे तां भरावा है नहीं, अस तां हिल स्टेशन जाने देखण, अस तां पहाड़ियां दे जाके देखदे हां। When you travel, ਜਦੋਂ ਤੁਸੀਂ ट्रैवल करते हो, do you like to live in a hotels with a good scenic view? ਜਦੋਂ ਤੁਸੀਂ ਕਿਸੇ ਹੋਟਲ ਨੂੰ ਲੈਂਦੇ ਹੋ ਤਾਂ ਕੀ ਤੁਹਾਨੂੰ ਲੱਗਦਾ ਹੈ ਵੀ ਤੁਸੀਂ ਇਹ ਚਾਹੁੰਦੇ ਹੋ ਵੀ ਯਾਰ ਉੱਥੇ ਜਿਹੜਾ ਵਿਊ ਹੋਵੇ ਨਾ ਉਹ ਬਹੁਤ ਅੱਛਾ ਹੋਵੇ? ਮੈਂ ਜਦੋਂ ਅਸੀਂ ਕਸ਼ਮੀਰ ਗਏ ਸੀ ਤਾਂ ਮੇਰੀ ਪਹਿਲੀ ਪ੍ਰੈਫਰੈਂਸ ਇਹ ਹੁੰਦੀ ਸੀ ਵੀ ਪਹਾੜੀ ਕੋਲ ਐਵੇਂ ਦਾ ਵਿਊ ਹੋਵੇ ਕਿ ਅੱਛਾ ਉਹ ਹੋਟਲ ਬੁੱਕ ਕਰਾਂ। ਡੈਫੀਨੇਟਲੀ when we go to travel and we prefer to book a hotel where is a great scenic view, जिथे बहुत वधिया व्यू होगा असीं उहनूं प्रेफर करते हैं। Do you like to take a picture or good scenic view with a smartphone and why? कि तुसीं अपने स्मार्टफोन दे नाल scenic view ਦੀਆਂ ਫੋਟੋਆਂ ਖਿੱਚਣੀਆਂ ਪਸੰਦ ਕਰਦੇ? हाँ, डेफिनेटली आई प्रेफर टू क्लिक द पिक्चर्स ऑफ द scenic व्यू। scenic व्यू ਹੁੰਦਾ सिनरी वाला व्यू। सिनरी ਦਾ मतलब पर्वत, पहाड़, ਬੱਦਲ बहुत अच्छे ने ਉਹਦੇ व्यू, कोई चिड़ियां चहचहा रही ने, इकट्ठियां ने, उन्होंने व्यू। मतलब मैनू प्रेफरेंस है scenic व्यू देखना, दैट्स इट। ते मैं whenever I look, I love to click the pictures, or whenever I feel sad, that time I love to see and I feel fresh my mood। लास्ट क्वेश्चन की है, is there good scenery in cities? जे मैं दोनों जवाब देके दिखा सकता भी, no, there is not good view in my, there is not a good scenery view in my hometown। all the city is full of buildings, skyscraper। जे मैं कहना definitely there is a great scenic view, even a great lake, माउंटेन्स। गप भी देख के जे मारी हो ना, किते रहंदे तुसीं किसी इधरले पिंड जाओ भी कह दो भी साडे घर कोले माउंट आबू, माउंट एवरेस्ट है साडे घर कोले, ठीक है ना।
ਤਾਂ ਕਹਿਣ ਦਾ ਮਤਲਬ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈਗਾ ਕਿ ਸਿਨਰੀ ਨਾਲ ਜੁੜੇ ਹੋਏ ਕੁਐਸਚਨ ਤੇ ਇਹਨਾਂ ਨੂੰ ਬੋਲਣ ਦੇ 2 ਬੈਂਡ ਨੇ, 2 ਬੈਂਡ। ਤੁਸੀਂ ਸਹੀ ਬੋਲੋ, ਤੁਸੀਂ ਗਲਤ ਬੋਲੋ, ਕੋਈ ਮੈਟਰ ਨਹੀਂ ਕਰਦਾ। ਬਸ ਮੈਟਰ ਇਹ ਕਰੂਗਾ ਕਿ ਤੁਸੀਂ ਬੋਲ ਕਿਵੇਂ ਰਹੇ ਹੋ, ਤੁਹਾਡੇ ਬੋਲਣ ਦਾ ਵੇ ਮੈਟਰ ਕਰੂਗਾ। ਟਾਸਕ 2 ਦੇ 4 ਬੈਂਡ ਆਉਂਦੇ ਆ ਤੇ ਟਾਸਕ 2 ਕਾਹਦਾ ਹੈਗਾ ਆਪਣੇ ਨੂੰ? ਡਿਸਕ੍ਰਾਈਬ ਐਨ ਐਕਸਪੈਂਸਿਵ ਐਕਟੀਵਿਟੀ that you enjoy doing occasionally। ਇੱਕ ਐਕਸਪੈਂਸਿਵ ਐਕਟੀਵਿਟੀ, ਮਹਿੰਗੀ ਐਕਟੀਵਿਟੀ ਜਿਹੜੀ ਤੁਸੀਂ ਓਕੇਸ਼ਨਲੀ ਕਰਦੇ ਹੋ। ਬੁਲਾਈਓ ਇੱਕ ਐਕਟੀਵਿਟੀ ਜਿਹੜੀ ਤੁਸੀਂ ਓਕੇਸ਼ਨਲੀ ਨੇ ਆਮ ਤੌਰ ਤੇ ਮਹਿੰਗੀ ਵੀ ਹੋਣੀ ਚਾਹੀਦੀ ਹੈ। ਮਹਿੰਗੀਆਂ ਐਕਟੀਵਿਟੀਆਂ ਚ ਨਾ ਮੈਨੂੰ ਲੱਗਦਾ ਪੈਰਾਗਲਾਈਡਿੰਗ, ਰਾਫਟਿੰਗ ਇਹ ਕਦੇ ਨਹੀਂ ਕਰਨੀ ਚਾਹੀਦੀ, ਬਾਏ ਗੋੜੇ ਪਲਟ ਜਾਂਦੀ ਹੈਗੀ। ਦੂਜੇ ਨੇ ਵੀਡੀਓ ਦੇਖਿਆ ਕਰੋ ਕੱਲੀਆਂ ਬਸ। ਹੋਰ ਕੋਈ ਐਕਟੀਵਿਟੀ ਜਿਹੜੀ ਤੁਹਾਡੇ ਦਿਮਾਗ ਚ, ਜਿਵੇਂ ਕਿ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ। ਬੁਲਟ ਘਰੇ ਲਾ, ਬਾਈਕ ਲੈ ਜਾਓ, ਮੈਂ ਗੱਡੀ ਹੈ ਮੇਰੇ ਕੋਲੇ ਤੇ ਬੁਲਟ ਘਰੇ ਲਾ, ਨਵੀਂ ਕੋਠੀ, ਮੈਂ ਗੱਡੀ ਲੈ ਜਾਊਂਗਾ, ਤੁਸੀਂ ਬੁਲਟ ਲੈ ਜਾਓ। ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ, ਕੀ ਤੁਸੀਂ ਪ੍ਰੈਫਰ ਕਰੋਗੇ ਤੁਸੀਂ ਉਹ ਚੀਜ਼ ਨੂੰ ਕਰਨਾ ਇਨ ਫਿਊਚਰ ਦੇ ਵਿੱਚ। ਤੇ ਮੈਂ ਇੱਕ ਗੱਲ ਹੋਰ ਸੁਣ ਲਓ, ਲਿਸਨ ਇਧਰ ਧਿਆਨ ਨਾਲ ਦੇਖੋ ਮੇਰੇ ਕੋਲ ਨਹੀਂ ਲੁਕ, ਹਾਂ ਐਵੇਂ ਸੁਣੋ। ਮੈਂ ਤੁਹਾਨੂੰ ਇੱਕ ਵੀਡੀਓ ਦਿਖਾਊਂਗਾ, ਉਸ ਤੋਂ ਬਾਅਦ ਮੈਂ ਕਿਸੇ ਇੱਕ ਬੱਚੇ ਨੂੰ ਅਨਮਿਊਟ ਕਰੂੰਗਾ ਤੇ ਮੈਂ ਉਸ ਵੀਡੀਓ ਨਾਲ ਜੁੜਦੇ ਹੋਏ ਕੁਐਸਚਨ ਪੁੱਛੂੰਗਾ ਤੇ ਇੰਗਲਿਸ਼ 'ਚ ਜਵਾਬ ਦਿਓ। ਟਾਸਕ 2 ਇਦੋਂ ਬਾਅਦ ਕਰਦੇ ਆ, ਕੋਈ ਨਾ। ਮੈਂ ਇੱਕ ਵੀਡੀਓ ਦਿਖਾਉਣਾ, ਵੀਡੀਓ ਨੂੰ ਦੇਖਣ ਤੋਂ ਬਾਅਦ ਉਸ ਵੀਡੀਓ ਦੇ ਨਾਲ ਜੁੜੇ ਮੈਂ ਕੁਐਸਚਨ ਟਾਸਕ 1 ਦੇ ਕੁਐਸਚਨ ਬਣਾ ਦੂੰਗਾ, ਮੈਂ ਆਪੇ ਆਪਣੀ ਮਰਜ਼ੀ ਤੋਂ ਪੁੱਛੂੰਗਾ ਤੇ ਫਿਰ ਇਹ ਦੇਖਾਂਗੇ ਕਿ ਤੁਸੀਂ ਕਿੰਨਾ ਕੁ ਜਵਾਬ ਦਿੰਦੇ ਹੋ। ਤੇ ਜੇ ਜਿਹਨੂੰ ਮੈਂ ਪੁੱਛੂੰਗਾ ਮੈਂ ਉਹਨੂੰ ਦੱਸ ਵੀ ਦਊਂਗਾ, ਭਰਾਵਾ ਤੇਰੇ ਬੈਂਡ ਕਿੰਨੇ ਆਉਣਗੇ। ਹੋ ਜਾਓ ਤਿਆਰ, ਡਨ। ਇੱਕ ਵੀਡੀਓ 2 ਮਿੰਟ ਦਾ, 2 ਮਿੰਟਸ ਦਾ ਵੀਡੀਓ ਹੈ ਤੇ ਚਲੋ ਮੈਂ ਤੁਹਾਡੇ ਚੋਂ ਕਿਸੇ ਬਹਾਦਰ ਜੇ ਬੰਦੇ ਨੂੰ ਅਨਮਿਊਟ ਕਰਦਾ। ਇਹ ਕੋਈ ਇੰਗਲਿਸ਼ 'ਚ ਗੱਲ ਕਰਨੀ ਚਾਹੁੰਦਾ ਹੋਵੇ ਇਸ ਚੀਜ਼ ਤੇ ਰੇਜ਼ ਹੈਂਡ ਕਰੋ। ਮੈਂ ਤੁਹਾਡੇ ਚੋਂ ਕਿਸੇ ਨੂੰ ਕੋਈ ਚੂਜ਼ ਕਰ ਲੂੰਗਾ, ਰੇਜ਼ ਹੈਂਡ ਕਰ ਸਕਦੇ ਹੋ, ਤੁਹਾਨੂੰ ਆਪਸ਼ਨ ਹੈ। You'll have to reply in English language. I do want to talk in English language with this. That's fine. Would you talk in English language with me? You ready? Avneet, kindly, definitely. This is your turn. Hello, Avneet. How are you? Fine, sir. What about you? I'm good. Avneet, what's your qualification? Sir, I recently completed my senior secondary education. So that's very fine. Avneet, I'm just going to take your speaking task 1 test. Only speaking task 1. Is it fine? Yes, sir. Are you comfortable to talk with me? That's okay? Yes, sir. Sounds good. Firstly, describe yourself. Means, what's your name? My name is Avneet Kaur and I belong to Jodhpur Pakhar, district Bathinda. And I recently completed my senior secondary education in St. Soldier School, which is erected in Talwandi Sabu. Okay. What are you doing nowadays? Be comfortable. I'm now- with you. Listen, do not be nervous. I'm with you. ठीक है? मैं तेन बहुत सौखी भाषा च कहा, तू गलतियां भी करेंगी, मैं तेन सुधारूंगा, मैं तेन इंसल्टेड नहीं होने देता। ठीक है? Yes. That's good. What are you doing these days? Nowadays, actually, this is my dream to study to study further in abroad. That's why I joined the IELTS classes. Okay. So what's your future plan? Actually, I want to become a veterinary doctor, and firstly, I have to complete my BSc. Okay. Describe your hobbies. Okay, my hobbies are dancing and listening music. Whenever Listening to music. Yes, sir. Listening to music. How many family members are you? Okay, there are 5 family members. There are 5 members in my family: my dad, mom, and my brother and grandmother. सुनो, डैड कदे भी वर्ड यूज करना, दैट्स फादर, मदर, ठीक है? दैट्स ओके. Describe Navdeep. Okay. What kind of the nature Navdeep has?
she's my cousin sister. She is very polite and actually she is very hardworking woman I ever seen in my life. She works all the time. There are many responsibilities on her shoulders, and he's very obedient. Navdeep, how are you? Fine, sir. From where are you, Navdeep? Ludhiana. From- I'm from Ludhiana. You are from Ludhiana. So what are you doing these days? What are you doing? I'm doing a job in a hospital as a staff nurse. Okay. Describe your family. सर एक्चुअल च ना दीदी बेटी फिरदी है इथे ਉਹ ਡਿਸਟਰਬ ਕਰ ਰਹੀ ਹੈ ਤੁਹਾਡੀ ਬੇਟੀ ਇੱਥੇ ਹੈ? ਹਾਂਜੀ ਉਹ ਸਰ ਡੇਲੀ ਕਹਿੰਦੀ ਹੈ ਵੀ ਮੈਂ ਸੋਨੀ ਵੀਰੇ ਨਾਲ ਗੱਲ ਕਰਨੀ ਹੈ। ਉਹ ਕਹਿੰਦੀ ਹੈ ਸੋਨੀ ਮਾਮੂ ਨਾਲ ਗੱਲ ਕਰਨੀ ਹੈ। ਆਜੋ ਆਜੋ, ਕਿਹੜਾ? ਮੈਂ ਸੋਨੀ ਨਹੀਂ, ਮੈਂ ਰਮਨ ਹਾਂ। ਹਾਂਜੀ। Hello, hi. Where is she? I'm not able to see her. That's okay. Oh my goodness, she's so beautiful. Huh? What's your name, dude? What's your name? Name? ਮਹਿਤਾਬ ਕੌਰ ਬੋਲੋ। Very good. ਹੈਲੋ मम्मा कितने है? Hello, मम्मा कितने है? ਮਮਾ ਕਿੱਥੇ ਹੈ? ये मम्मा होर नहीं चूज कर रही, देखियो विचों जवाकर देख रही है। चलो, थैंक यू सो मच, बहुत अच्छा लगा तेरे नाल गल करके। यू आर वेरी गुड। नेक्स्ट डब, काइंडली अनम्यूट। डब, I do want to talk to you definitely. Oh, How are I'm you? not ready. Unexpected unmute, am I right? Yes, sir. How are you? I'm fine, sir. How about you? I'm good. Describe your future plan. Oh, actually, my future plan is to be a chef. Okay. Then, currently, I'm a. Come on. Don't be nervous. Everyone would see you. So that's your turn to talk. My future plan is to be a chef, sir. That's Okay. my big hobby. Okay. Let me know about that. Do you love to do indoor activities or outdoor, and why? Actually, sir, I'm a very active person. Mostly, I do outside activities like playing basketball or volleyball. Sounds good. Do you prefer taking a tea or coffee, and why? I much prefer to drink tea. Sorry, what do you mean that chai? Because that is a very Do you use laptop or computer? I'm using a computer. Okay. Do you follow fashion? Yes, I do follow my passions. Don't you think that doing a fashion is just called a waste of money? I don't think so that I don't think so, sir. I don't think so. The fashion is a Waste of money, that's fine. waste of money. Do you travel? Yes, I like to travel. It's also my hobby. Okay. That's good. So, do you prefer private vehicle or public? For me, I like a private vehicle. Okay. Sounds good. Are you earner? What? Are you earner? Do you earn money? No, sir. I'm a student, so I'm Okay. not earning. What's the occupation of your family? Means how do they manage? My parents are a business woman and businessman. We have our own company. Thank you so much, thank you. Confidence देखो। कपिल सर करिए गल हल्की फुल्की, ठीक है? ਆਪਾਂ ਬਹੁਤ ਸੌਖੇ ਪੁੱਛੂਗੇ ਮੈਂ। ਸੋ एवरीवन, ਪਹਿਲਾਂ ਮੈਂ ਤੁਹਾਨੂੰ ਦੱਸਦਾ, ਜਿਹੜੇ ਮੇਰੇ ਸਾਹਮਣੇ ਬੈਠੇ ਆ ਕਪਿਲ ਸਰ ਨੇ, ਤੇ ਇਹ ਪੋਲਿਸਟ ਨੇ, ਇਹ ਤਾਰਿਆਂ ਜਿਹੜੇ ਬੰਦੇ ਨੇ, ਤੇ ਮੈਨੂੰ ਬਹੁਤ ਡਰ ਲੱਗਦਾ, ਤੇ ਮੈਂ ਬੜੇ ਆਰਾਮਦਾਇਕ ਕੁਐਸਚਨ ਪੁੱਛਣੇ ਚਾਹੁੰਦਾ, ਤੇ ਬੜੇ ਹਲਕੇ ਹਲਕੇ। ਕਪਿਲ ਸਰ ਕਿਵੇਂ ਹੋ? ਠੀਕ ਠਾਕ ਹੋ? Yes, sir. What's your name? My name is Kapil Thakur. Kapil Thakur, can you please describe your home city? I live in Goana, which is a very small city of state Haryana. Okay. Do you love to spend time in your city? Yes, I love to spend time in my city because my city is very beautiful and I love to. Sounds good.
Sir, do you like to drive a car and why? Yes, I like to drive a car because it, if you want to go from one place to another place, then it is very comfortable and very easy to go from one place to another by our vehicle. ਕਪਿਲ ਸਰ ਸੱਚੀ ਦੱਸਾਂ ਮੈਨੂੰ ਮਜ਼ਾ ਬਹੁਤ ਆ ਰਿਹਾ ਤੁਹਾਡੀਆਂ ਗੱਲਾਂ ਸੁਣ ਕੇ ਸੱਚੀ ਮੈਂ ਕੋਈ ਬਟਰਿੰਗ ਵਾਲਾ ਪਰਸਨ ਨਹੀਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਮੈਂ ਇੱਕ ਬੰਦੇ ਦੀ ਪਰਫਾਰਮੈਂਸ 'ਚ ਚੇਂਜ ਦੇਖ ਰਿਹਾ ਤੇ ਮਾਸ਼ਾਅੱਲਾ ਹੀ ਹੋਇਆ ਪਿਆ ਕੀ ਬਾਤ ਹੈ ਤੁਸੀਂ ਇਹ ਦੇਖੋ ਕਿ ਫਸਟ ਡੇ ਤੇ ਅੱਜ ਦੇ ਦਿਨ 'ਚ ਕਿੰਨਾ ਫਰਕ ਹੈ सर आपकी मेहरबानी है सब। नहीं, आप ये आपकी मेहनत है सच्ची। चलो हम मजाक बहुत करते हैं क्लास में, खेलते हैं, एक दूसरे को छेड़ते हैं, है ना, मगर जो परफॉर्मेंस है ना, मजा आ गया सर आपकी सच्ची बात सुन के, दिल खुश हो गया आज। बहुत रिस्पेक्ट है आपके लिए, थैंक यू कपिल सर, बहुत अच्छा लगा, बहुत मजा आया आपकी बातें सुन के। सर नौ मैम का आज मैंने वो भेजा था सर, राइटिंग टास्क भेजा था नौ मैम को। मैं करवा दूंगा सर, आपका पर्सनली चेक होगा, डोंट वरी। लास्ट बच्चा निशु, आजा निशु, करिएगा, ठीक है। बाकी प्लीज डाउन कर लो, फिर मैं राइटिंग टास्क 2 पढ़ाऊंगा, ताड़ी बारी भी आऊगी, ठीक है, सब दी आएगी सब। हेलो निशु, हाउ आर यू? Good evening, sir. Very I'm good good. evening. And you, sir? Too good. Nishu, from where are you? Basically, I'm from Morinda. It is northern part of India. Okay. Have you ever visited our Patiala? No, sir. To be honest, I don't visit in Patiala. Okay. In future, would you love to come here? Yes, definitely. I would like to go Patiala because I belong to Patiala. My colleges belong to Patiala University. So Okay. that's why I have to go there. Describe your mobile phone. My mobile phone is it is a Samsung company, and I love to operate Samsung brand because it is very soft to operate. Okay. So, can you please explain me who gave you your mobile phone? Who gave you? Well, it is given by my parents to me on my birthday. Do you think that operating mobile phone is a wasting of time? Yes, totally. It is a wasting of time. When will any paper open? Sir, shivering हो रही है बहुत ज़्यादा. नहीं क्यों शिवरिंग हो रही है? Yes. कुछ नहीं होता, तेरा भरा मैं, ठीक है, कोई चक्कर नहीं, कंफर्टेबल रहे मेरे को। Yes, dear. Well, according to my, to be honest, it is a total wasting of time because when people open any social app, then they waste total time to operate the mobile phone. ਤੁਹਾਨੂੰ ਮੈਂ ਕੱਲ ਸਾਰਿਆਂ ਨੂੰ ਦੱਸਦਾ, ਲਿਸਨ, ਥੈਂਕ ਯੂ ਸੋ ਮਚ, ਤੁਸੀਂ ਸਾਰੇ ਬਹੁਤ ਅੱਛੇ ਸਪੀਕਰ ਹੋ, ਮੈਂ ਸੱਚੀ ਦੱਸਦਾ, ਮੈਂ ਤੁਹਾਨੂੰ ਸਾਰਿਆਂ ਨੂੰ ਕਲਾਸ 'ਚ ਮੌਕਾ ਦੇਣਾ ਬੋਲਣ ਦਾ, ਮੈਂ ਚਾਹੁੰਦਾ ਕਿ ਤੁਸੀਂ ਬੋਲੋ, ਬਸ ਇਹ ਵੀ ਹੈ ਕਿ ਮੈਨੂੰ ਮੇਰੀਆਂ ਬਾਉਂਡੇਸ਼ਨ ਨੇ ਟਾਈਮ ਦੀਆਂ, ਦਿਲ ਤਾਂ ਮੇਰਾ ਸਾਰਿਆਂ ਨੂੰ ਕਰਦਾ ਵੀ ਸਾਰੇ ਮੈਨੂੰ ਕੁਈਨ 9 ਬੈਂਡ ਵਾਲੀ ਵੀ ਬੋਲੇ, ਮੇਰਾ ਦਿਲ ਕਰਦਾ ਹੈ ਰੋਮਾਨ ਵੀ ਬੋਲੇ, ਪਠਾਨ ਸਾਹਿਬ ਬੋਲਣ, ਹੈ ਨਾ, ਪਰ ਗੱਲ ਇਹ ਹੈ ਕਿ ਸਮਾਂ ਬਲਵਾਨ ਹੈ, ਕਬੱਡੀ ਮਹਾਨ ਹੈ, 30 ਸਕਿੰਟ ਦੀ ਰੇਡ ਹੈ ਨਾ, ਤਾਂ ਡੈਫੀਨੇਟਲੀ ਮੇਰੇ ਸਾਰੇ ਮੋਡਿਊਲ ਵੀ ਫਿਨਿਸ਼ ਕਰਨੇ ਹੁੰਦੇ ਹੈ, ਤੁਹਾਨੂੰ ਪੜਾਉਣਾ ਵੀ ਹੁੰਦਾ ਹੈ, ਕੱਲੀ ਚੀਜ਼ ਮੈਂ ਕਨਸੈਪਟ ਨੂੰ ਦੇਖ ਕੇ ਚੱਲਦਾ ਹੁੰਨਾ, ਤੇ ਡੈਫੀਨੇਟਲੀ ਆਪਾਂ ਤੁਸੀਂ ਇੱਕ ਗੱਲ ਦੀ ਗੌਰ ਕਰੀ, ਮੈਂ ਨਾ ਤੁਹਾਨੂੰ ਸਾਰਿਆਂ ਨੂੰ ਅਲੱਗ ਕੁਐਸਚਨ ਪੁੱਛ ਰਿਹਾ ਸੀ, ਜਿਵੇਂ ਕਿ ਮੈਂ ਕਦੇ ਪੁੱਛ ਲੈਂਦਾ ਸੀ ਵੀ ਆਹ ਚੀਜ਼, ਕਦੇ ਮੈਂ ਪੁੱਛਦਾ ਸੀ ਵੀ ਤੁਹਾਡਾ ਬਿਜ਼ਨਸ ਹੈ ਕੀ ਹੈ, ਕਦੇ ਮੈਂ ਪੁੱਛਦਾ ਸੀ ਚਾਹ ਜਾਂ ਕਾਫੀ, ਕਦੇ ਮੈਂ ਪੁੱਛਦਾ ਸੀ ਹਿਲ ਸਟੇਸ਼ਨ, ਤੇ ਕਹਿਣ ਦਾ ਮਤਲਬ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਨਾ, ਐਗਜ਼ਾਮੀਨਰ ਤੁਹਾਡੇ ਤੋਂ ਇੱਕ ਤਰ੍ਹਾਂ ਦੇ ਕੁਐਸਚਨ ਹੀ ਪੁੱਛੂਗਾ, ਉਹ ਬਾਰ-ਬਾਰ ਚੇਂਜ ਨਹੀਂ ਕਰੂਗਾ, ਉਹ ਜਿਹੜੇ ਵੀ ਕੁਐਸਚਨ ਹੋਣਗੇ ਨਾ ਉਹ ਇੱਕੋ ਤਰ੍ਹਾਂ ਦੇ ਪੁੱਛੂਗਾ, ਇਹ ਰੂਲ ਹੈ। ਆਓ ਆਪਾਂ ਟਾਸਕ 2 ਦੇਖੀਏ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੇਰੀ ਕਲਾਸ ਦੇ ਵਿੱਚ ਬਹਿ ਕੇ ਟਾਸਕ 2 ਰੋਜ਼ ਮੈਥੋਂ ਮੈਂ ਪੜ੍ਹਾਵਾਂ, ਤੁਸੀਂ ਸੁਣਿਆ ਕਰੋ, ਕਿਉਂਕਿ ਪੇਪਰ ਦੇ ਵਿੱਚ ਤੁਹਾਨੂੰ ਮੇਰੀਆਂ ਗੱਲਾਂ ਬਹੁਤ ਕੰਮ ਆਉਣਗੀਆਂ, ਤੁਹਾਨੂੰ ਆਈਡੀਆਜ਼ ਜਨਰੇਟ ਹੋਣਗੇ, ਤੇ ਡੈਫੀਨੇਟਲੀ ਤੁਸੀਂ ਬਹੁਤ ਅੱਛਾ ਸਿੱਖੋਗੇ, ਠੀਕ ਹੈ। ਆਓ ਫਿਰ ਤੁਹਾਨੂੰ ਮੈਂ ਕੋਈ ਆਪਣੀ ਪੁਰਾਣੀ ਯਾਦ ਸੁਣਾਉਂਗਾ, ਪਹਿਲਾਂ ਟਾਸਕ 2 ਤੁਹਾਨੂੰ ਸੁਣਾਈਏ, ਤੇ ਆਓ ਦੇਖੀਏ ਕੀ ਬਣਦਾ, ਠੀਕ ਹੈ। ਪਰਮਾਤਮਾ ਸੁੱਖ ਰੱਖੇ। ਇਹ ਆ ਜਾਓ ਬੱਚੇ, ਟਾਸਕ 2 ਪੜਾਉਣਾ ਮੈਂ ਤੁਹਾਨੂੰ, ਠੀਕ ਹੈ। ਇੱਕ ਐਕਸਪੈਂਸਿਵ ਐਕਟੀਵਿਟੀ ਦੱਸਣੀ ਸੀ, ਜੇ ਆਪਾਂ ਨੇ ਇਹਨੂੰ ਐਵੇਂ ਬਣਾਉਣਾ ਹੋਵੇ ਨਾ, ਤਾਂ ਮੈਂ ਸਭ ਤੋਂ ਪਹਿਲਾਂ ਪਤਾ ਕੀ ਸੋਚੂੰਗਾ, ਐਕਸਪੈਂਸਿਵ ਐਕਟੀਵਿਟੀ ਪੈਰਾਗਲਾਈਡਿੰਗ ਲਿਖੂੰਗਾ ਮੈਂ, ਚਲੋ ਜੀ, ਬਸ ਵਾਟ ਇਟ ਇਜ਼, ਇਹ ਪੈਰਾਗਲਾਈਡਿੰਗ ਹੈ। Who do you it with, ਮੈਂ ਐਲੋਨ ਕਰਦਾ, ਤੇ ਕਈ ਵਾਰ ਜੇ ਮੈਂ ਆਪਣੇ ਫਰੈਂਡਸ ਨਾਲ ਹੁੰਦਾ ਤਾਂ ਮੈਂ ਉਦੋਂ ਕਰਦਾ। ਵਾਈ ਇਟ ਇਜ਼ ਐਕਸਪੈਂਸਿਵ, ਕਿਉਂਕਿ ਇਹ 'ਚ ਨਾ ਇਕਵਿਪਮੈਂਟ ਬਹੁਤ ਜ਼ਿਆਦਾ ਲੱਗਦੇ ਨੇ, ਸਮਾਨ ਜ਼ਿਆਦਾ ਲੱਗਦਾ ਹੈਗਾ।
ਐਂਡ ਐਕਸਪਲੇਨ ਹਾਊ ਯੂ ਫੀਲ ਅਬਾਊਟ ਇਟ। ਹਾਂ ਇੱਕ ਐਡਵੈਂਚਰਸ ਐਕਟੀਵਿਟੀ ਹੈ, ਤੇ ਜਦੋਂ ਮੈਨੂੰ ਕਰਦਾ ਤੇ ਮੈਨੂੰ ਫੀਲ ਵੀ ਬੜਾ ਕੰਫਰਟੇਬਲ ਹੁੰਦਾ ਹੈ, ਮੈਂ 9th ਸਕਾਈ ਤੇ ਹੁੰਦਾ, ਮੈਂ ਇੰਜੋਏ ਕਰਦਾ ਜੋ ਮਰਜ਼ੀ। ਹੁਣ ਆਪਾਂ ਤੁਹਾਨੂੰ ਇੱਕ ਵਾਰ ਪ੍ਰੋਪਰਲੀ ਗੱਲ ਦੱਸ ਦਈਏ, ਜਦੋਂ ਕਿਊ ਕਾਰਡ ਆਇਆ ਤੁਹਾਡਾ ਸਭ ਤੋਂ ਪਹਿਲਾ ਕੰਮ ਕੀ ਹੈ, ਕਿਊ ਕਾਰਡ ਨੂੰ ਮਤਲਬ ਪੜ੍ਹਦੇ ਹੋਏ ਜੋ ਵੀ ਟੌਪਿਕ ਹੋਊਗਾ ਉਹਦੇ ਬਾਰੇ ਬੋਲਣਾ। ਡਾਇਰੈਕਟ ਕਦੇ ਵੀ ਸ਼ੁਰੂ ਨਾ ਕਰਿਓ ਕਿਊ ਕਾਰਡ, ਮੈਂ ਲੱਖਾਂ ਰੁਪਏ ਦੀ ਗੱਲ ਤੁਹਾਨੂੰ ਦੱਸ ਰਿਹਾਗਾ। ਜਦੋਂ ਵੀ ਕੋਈ ਵੀ ਕਿਊ ਕਾਰਡ ਆ ਗਿਆ ਉਹਨੂੰ ਡਾਇਰੈਕਟ ਸ਼ੁਰੂ ਨਹੀਂ ਕਰਨਾ, ਕਿਊ ਕਾਰਡ ਦਾ ਬੈਕਗਰਾਉਂਡ ਬੋਲਣਾ ਹੈਗਾ, ਇਹ ਰੂਲ ਹੈਗਾ। ਕਹਿਣ ਦਾ ਮਤਲਬ ਮੈਂ ਦੱਸਾਂ ਕੀ ਹੈਗਾ, ਮੰਨ ਲਓ ਤੁਹਾਨੂੰ ਟੌਪਿਕ ਆਇਆ ਵੀ ਇੱਕ ਐਕਸਪੈਂਸਿਵ ਐਕਟੀਵਿਟੀ, ਤਾਂ ਆਪਾਂ ਪਤਾ ਉੱਥੇ ਕੋਈ ਐਕਟੀਵਿਟੀ ਨਾਲ ਜੁੜੀ ਕੋਈ ਗੱਲ, ਜਿਵੇਂ देयर आर numerous kinds of activity which are done by people in this contemporary era। ਕੋਈ ਵੀ ਐਕਟੀਵਿਟੀ ਤੇ ਬੋਲਣਾ ਹੈ, ਕੋਈ ਵੀ ਐਕਸਪੈਂਸਿਵ ਐਕਟੀਵਿਟੀ ਬਾਰੇ ਬੋਲ ਸਕਦੇ ਹੋ। ਟੁਡੇ ਆਈ ਵੁੱਡ ਲਾਈਕ ਟੂ ਟਾਕ ਅਬਾਊਟ ਐਨ ਐਕਸਪੈਂਸਿਵ ਐਕਟੀਵਿਟੀ ਵਿਚ ਆਈ ਯੂਜ਼ਲੀ ਡੂ। ਇਟ ਇਜ਼ ਨਨ ਅਦਰ ਦੈਨ ਪੈਰਾਗਲਾਈਡਿੰਗ। It is a adventurous game which is done by people. A lion-heart people prefer to do this. Lion-heart पता है कौन होंगे ने? शेर दिल। Well, I love to do this activity with my friends, or sometimes I prefer alone. Usually I call Dubai is my second home, or whenever I go there I prefer to do this activity. It's quite inexpensive, but I afford it. Sometimes I cut down my expensive to collect the money to do this activity. Cut down expensive समझ गए ना, मैं अपने खर्चे घटा लेना हुन्ना भी ये एक्टिविटी दे लिए बचाऊना मैं पैसे। My family do not support me to do this activity because that it's all riskful. ਤੁਹਾਨੂੰ ਇੱਕ ਬੜੀ ਵਧੀਆ ਇੱਕ ਵਰਡ ਦੱਸਣਾ, ਵਰਡ ਹਾਂ ਪਲੀਜ਼ ਲਿਖ ਲਓ, ਸਾਰੀ ਉਮਰ ਮੈਨੂੰ ਯਾਦ ਰੱਖੋਗੇ ਵੀ ਰਮਨ ਸ਼ਰਮਾ ਤੂੰ ਚੀਜ਼ਾਂ ਬਹੁਤ ਸੋਹਣੀਆਂ ਸਿਖਾਉਂਦੇ। ਇੱਕ ਫਾਰਮ ਹੁੰਦਾ ਹੈਗਾ, ਮੈਨੂੰ ਯਾਦ ਆ ਗਿਆ ਕਿਉਂਕਿ ਮੈਂ ਸਾਈਨ ਕਰਿਆ ਹੋਇਆ, WAIVER, ਵੇਵਰ ਫਾਰਮ ਹੁੰਦਾ ਹੈ, WAIVER, ਵੇਵਰ ਫਾਰਮ। ਵੇਵਰ ਫਾਰਮ ਦਾ ਮਤਲਬ ਪਤਾ ਕੀ ਹੁੰਦਾ, ਧਿਆਨ ਨਾਲ ਸੁਣ ਲਓ। ਇੱਕ ਉਹ ਫਾਰਮ ਜਿਹਦੇ ਤੇ ਤੁਹਾਡੇ ਤੋਂ ਪਹਿਲਾਂ ਸਿਗਨੇਚਰ ਕਰਵਾਏ ਜਾਂਦੇ ਨੇ, ਇਹ ਗੱਲ ਕਹਿ ਕੇ ਕਿ ਸਾਰੀ ਚੀਜ਼ ਦਾ ਰਿਸਕ ਤੁਹਾਡਾ ਹੈ, ਉਹ ਵੇਵਰ ਫਾਰਮ ਹੁੰਦਾ ਹੈ। ਜਦੋਂ ਡਾਕਟਰ ਨੇ ਹਸਪੀਟਲ 'ਚ ਆਪਰੇਸ਼ਨ ਕਰਦੇ ਨੇ, ਉਹ ਇੱਕ ਫਾਰਮ ਤੇ ਸਾਈਨ ਕਰਵਾਉਂਦੇ ਨੇ, ਯਾਦ ਹੈ ਨਾ, ਉਹ ਵੇਵਰ ਫਾਰਮ ਹੈ, ਪਹਿਲੀ ਗੱਲ। ਦੂਜੀ ਗੱਲ ਪੁੱਤ ਮੇਰੇ ਬੱਚੇ, ਜਦੋਂ ਤੁਸੀਂ ਕੋਈ ਐਵੇਂ ਦੀ ਐਕਟੀਵਿਟੀ ਕਰਦੇ ਹੋ ਨਾ, ਤਾਂ ਉਦੋਂ ਵੀ ਸਿਗਨੇਚਰ ਕਰਵਾਏ ਜਾਂਦੇ ਨੇ, ਉਹ ਵੀ ਇੱਕ ਵੇਵਰ ਫਾਰਮ ਹੁੰਦਾ ਹੈਗਾ ਵੀ ਭਰਾਵਾ ਉੱਪਰੋਂ ਛਾਲ ਮਾਰਦੇ ਹੋਏ ਤੈਨੂੰ ਕੁਝ ਵੀ ਫੀਲ ਹੋ ਗਿਆ ਨਾ ਹੋ ਗਿਆ ਤਾਂ ਤੂੰ ਜ਼ਿੰਮੇਵਾਰ ਆਪ ਹੈ, ਠੀਕ ਹੈ ਨਾ। ਤਾਂ ਕੰਸੈਂਟਰੇਟ ਕਰਕੇ ਮੇਰੀਆਂ ਗੱਲਾਂ ਸੁਣੋ ਤੇ ਤੁਹਾਨੂੰ ਬਹੁਤ ਕੰਮ ਆਉਣਗੀਆਂ। ਆ ਜਾਓ, ਹਾਂ ਵੈਰੀ ਗੁੱਡ। ਤਾਂ ਕਹਿਣ ਦਾ ਮਤਲਬ ਇਹ ਹੈ ਡੀਅਰ ਕਿ ਮੈਂ ਇਹ ਐਕਟੀਵਿਟੀ, ਦੇਖੋ ਮੈਂ ਤੁਹਾਨੂੰ ਦੱਸਿਆ ਪਹਿਲਾਂ ਐਕਟੀਵਿਟੀ ਕੀ ਹੈ, ਮੈਂ ਕਰਦਾ ਇਕੱਲਾ ਜਾਂ ਆਪਣੇ ਦੋਸਤ ਨਾਲ। ਐਕਸਪੈਂਸਿਵ ਕਿਉਂ ਹੈ, ਹੁਣ ਮੈਂ ਤੁਹਾਨੂੰ ਐਕਸਪੈਂਸਿਵ ਦੱਸਾਂ ਕਿਉਂ ਹੈ। ਤੇ ਇੱਕ ਗੱਲ ਹੋਰ ਸੁਣੋ, ਜਦੋਂ ਵੀ ਕਿਊ ਕਾਰਡ ਬੋਲਣਾ ਨਾ ਤਾਂ ਡਰਨ ਦੀ ਲੋੜ ਨਹੀਂ ਹੈਗੀ ਪੁੱਤ। ਡਰਨ ਦੀ ਲੋੜ ਦਾ ਮਤਲਬ ਪਤਾ ਕਿ ਤੁਸੀਂ ਸਟੈਪ ਬਾਈ ਸਟੈਪ ਕੱਲੀ ਗੱਲ ਨੂੰ ਬੋਲ ਸਕਦੇ ਹੋ। ਬਹੁਤ ਸਪੀਡ 'ਚ ਨਹੀਂ ਬੋਲਣਾ, ਬਹੁਤ ਸਪੀਡ 'ਚ ਨਹੀਂ ਬੋਲਣਾ। ਕਹਿਣ ਦਾ ਮਤਲਬ ਇਹ ਹੈਗਾ ਤੁਹਾਨੂੰ ਕੱਲੇ ਕੁਐਸਚਨ ਦਾ ਪਤਾ ਹੋਣਾ ਚਾਹੀਦਾ ਵੀ ਮੈਂ ਉਹਦਾ ਜਵਾਬ, ਤੇ ਤੁਹਾਨੂੰ ਲਿਖਣ ਦੇ ਲਈ ਨਾ ਤੁਹਾਨੂੰ ਪੈਨਸਿਲ ਤੇ ਉਹ ਦੇਣਗੇ, ਤੁਹਾਨੂੰ ਲਿਖਣ ਦੇ ਲਈ ਕੀ ਦੇਣਗੇ, ਇੱਕ ਪੈਨਸਿਲ ਦੇਣਗੇ, ਇੱਕ ਪੇਪਰ ਦੇਣਗੇ। ਤੁਸੀਂ ਆਰਾਮ ਨਾਲ ਉਹ ਤੇ ਲਿਖੋ ਤੇ ਸਟੈਪ ਬਾਈ ਸਟੈਪ ਬੋਲਦੇ ਰਹੋ ਤੇ ਸਲੋ ਬੋਲੋ, ਕਾਲੀ ਨਾ ਕਰੋ। ਕਹਿਣ ਦਾ ਮਤਲਬ ਕੀ ਹੈਗਾ, ਦੇਖੋ ਮੈਂ ਸਪੀਕਿੰਗ ਦੇ ਵਿੱਚ ਤੁਹਾਨੂੰ ਕੀ ਕਰਵਾਇਆ, ਮੈਂ ਦੱਸਦਾ ਵਾਟ ਐਕਟੀਵਿਟੀ, ਮੈਂ ਦੱਸਦਾ ਇਹ ਪੈਰਾਗਲਾਈਡਿੰਗ ਹੈ, ਮੈਂ ਦੁਬਈ ਜਾ ਕੇ ਕਰਦਾ, ਮੈਂ ਆਪਣੇ ਦੋਸਤਾਂ ਨਾਲ ਕਰਦਾ ਜਾਂ ਮੈਂ ਘਰੇ ਇਕੱਲਾ ਹੁੰਨਾ। ਹੁਣ ਵਾਈ ਇਟ ਇਜ਼ ਐਕਸਪੈਂਸਿਵ, ਵੈਲ ਦਿਸ ਐਕਟੀਵਿਟੀ ਪੀਪਲ ਯੂਜ਼ਲੀ ਡੂ ਔਨ ਦਾ ਸਕਾਈ ਸਕ੍ਰੈਪਰ। ਸਕਾਈ ਸਕ੍ਰੈਪਰ ਦਾ ਮਤਲਬ ਹੁੰਦਾ ਉਹ ਉੱਚੀਆਂ ਬਿਲਡਿੰਗਾਂ ਜਿਹੜੀਆਂ ਬੱਦਲਾਂ ਨੂੰ ਛੂੰਦੀਆਂ ਨੇ, ਉਹਨਾਂ ਨੂੰ ਸਕਾਈ ਸਕ੍ਰੈਪਰ ਕਹਿੰਦੇ ਨੇ। ਮੈਂ ਸਪੈਲਿੰਗ ਦੇਵਾਂ ਤੁਹਾਨੂੰ, ਲਿਖ ਲਓ। ਹਲੋ, ਤੁਹਾਡੀ ਹੈਲਪ ਦੇ ਲਈ ਰਮਨ ਹਮੇਸ਼ਾ ਤਿਆਰ ਹੈ। ਸਕਾਈ ਸਕ੍ਰੈਪਰ ਆ ਰਿਹਾ, SKYSCRAPER,
PER ਸਕਾਈ ਸਕ੍ਰੈਪਰ ਪੁੱਤ ਉਹ ਬਿਲਡਿੰਗਸ ਨੇਗੀਆਂ ਜਿਹੜੀਆਂ ਮਤਲਬ ਬੱਦਲਾਂ ਨੂੰ ਵੀ ਛੂੰਦੀਆਂ ਨੇ ਤੇ ਬਹੁਤ ਜ਼ਿਆਦਾ ਉੱਚੀਆਂ ਹੁੰਦੀਆਂ ਨੇਗੀਆਂ। ਆ ਦੇਖੋ ਤੁਹਾਨੂੰ ਮੈਂ ਦਿਖਾਉਣਾ, ਆ ਦੇਖੋ ਆਹ ਬਿਲਡਿੰਗ ਆ ਪੁੱਤ, ਇਹ ਸਕਾਈ ਸਕ੍ਰੈਪਰ ਨੇ, ਠੀਕ ਹੈ। Various kinds of the equipments are much needed for the safety of a person, so this is the biggest reason the activity is too expensive, like parachute, helmet, goggles and other safety equipment. There are a lot of members who work in this, ਬਹੁਤ ਲੋਕ ਨੇ ਜਿਹੜੇ ਇਹਦੇ 'ਚ ਕੰਮ ਕਰਦੇ ਆ। ਲਾਸਟ ਤੇ ਕੀ ਹੈਗਾ ਆਪਣਾ ਇੱਕ ਬੁਲੇਟ ਪੁਆਇੰਟ ਸੀਗਾ ਕਿ ਤੁਸੀਂ explain how you feel about it. Well, that's too energetic activity. I prefer, so this is the biggest reason I prefer. Whenever I do this, I usually open my camera and I record my video. I know very well it is an risky task, but I prefer to get achievement, fulfill my desire. Whenever I do this activity, I feel on the ninth sky. नाइन्थ स्काई ते गल याद रखियो, अपने लोग 7वें आसमान ते कहंदे ने, गोरे कहंदे ने मैं नाइन्थ स्काई ते हां, मैं 9वें स्काई दा मतलब कि कोई नज़ारे लैने आ। सो दिस इज एन एक्सपेंसिव एक्टिविटी आई डू व्हेन आई फ्री, ਜਾਂ व्हेन आई यूजली डू फ्री, सॉरी बोल गया, ठीक है। ਤਾਂ ਤੁਸੀਂ ਦੇਖੋ ਕਿ ਕਿਊ ਕਾਰਡ ਨੂੰ ਮੈਂ ਕਿੰਨਾ ਤੋੜ ਕੇ ਕਿੰਨਾ ਸਲੋਲੀ ਆਰਾਮ ਨਾਲ ਬੋਲਿਆ। ਦਿਸ ਇਜ਼ ਦ ਬਿਗੇਸਟ ਰੀਜ਼ਨ ਕਿ ਜਦੋਂ ਕਿਊ ਕਾਰਡ ਖਤਮ ਹੋ ਗਿਆ ਨਾ ਤਾਂ ਐਗਜ਼ਾਮੀਨਰ ਦੇਖੋ ਟਾਸਕ 3 ਦੇ ਕੁਐਸਚਨ ਨਾ ਅੱਜ ਮੈਂ ਪਤਾ ਕੀ ਕਰੂੰਗਾ, ਤੁਹਾਨੂੰ ਮੈਂ ਦਿਖਾਉਣਾ ਕਿ ਟਾਸਕ 3 ਦੇ ਆਨਸਰ ਕਿਵੇਂ ਦੇਈਦੇ ਹੁੰਦੇ ਆ। ਬੁਕਿਸ਼ ਲੈਂਗੁਏਜ 'ਚ ਨਹੀਂ, ਰਮਨ ਦੀ ਲੈਂਗੁਏਜ 'ਚ ਮੈਂ ਕੱਲਾ ਕੁਐਸਚਨ ਪੜੂੰਗਾ ਕੋਈ ਵੀ ਹੋਵੇ ਤੇ ਮੈਂ ਤੁਹਾਨੂੰ ਦਿਖਾਉਂਗਾ ਕਿ ਜਵਾਬ ਕਿਵੇਂ ਦੇਣਾ ਹੈ। ਤੇ ਕੁਐਸਚਨ ਪਤਾ ਕਿਹਦੇ ਨਾਲ ਜੁੜੇ ਹੋਣਗੇ, ਐਕਟੀਵਿਟੀਆਂ ਨਾਲ ਜੁੜੇ ਹੋਣਗੇ, ਕੋਈ ਐਕਸਪੈਂਸਿਵ ਐਕਟੀਵਿਟੀ ਨਾਲ। ਜਿਵੇਂ ਕਿ ਦੇਖੀਏ ਕੁਐਸਚਨ ਕੀ ਨੇ, what kind of the expensive thing do people like to buy? ਕਹੇ ਜੀ ਐਕਸਪੈਂਸਿਵ ਥਿੰਗਸ ਨੇ ਜਿਹੜੀਆਂ ਲੋਕ ਬਾਏ ਕਰਦੇ ਆ, ਲਾਈਕ ਕਰਦੇ ਆ ਬਾਏ ਕਰਨਾ। There are various kinds of the things people prefer to buy, like as clothes, watches and electronic gadgets. I am shopaholic person. I prefer to purchase this kind of the activity, or recently I purchased MacBook. ठीक है, मतलब एक्सपेंसिव अपने दसदा ना भी की चीज़ खरीदी सी, मैं मैकबुक खरीदी सी। मैं खरीदन कुछ होर जा रहा सी, मेरे बहुत क्लोज मेरे मित्र ने मैंने कहा भी तू आ ना खरीद, तू मैकबुक ले ले, तो मैं उहदे कहण ते एग्जैक्टली मैं वो लई। वेरी गुड। तो डेफिनेटली दूजा क्वेश्चन क्या है, व्हाट द डिफरेंस बिटवीन मैन एंड वुमेन बाय थिंग्स। आ बड़ी वधिया चीज है। नाउ अ डेज द जेंडर डिफरेंस has disappeared, but most probably men prefer to purchase electronic gadgets, cars, bikes and so on, whereas women prefer to do fashionable clothes, makeup kits, watches, jewelry and so on. Exactly. मैं बड़ा पैड़ा, मैं पढ़ लेना ताड़े लिप्स, ठीक है। आओ थर्ड क्वेश्चन, व्हाट आर द एडवांटेजेस एंड डिसएडवांटेजेस ऑफ बीइंग रिच। वाओ, ये तो है ही नहीं। वेल देयर आर प्लेथोरा ऑफ एडवांटेजेस टू बिकम अ रिच। पर एक गल मैं तुहानू दसां सच्ची कहना, आ क्वेश्चन मैं उत्थों पढ़ना चाहूँगा भी उहदे आइडिया की ने, पर जे मेरे अकॉर्डिंग ये होणगे, a rich person can purchase anything whatever he or she wants। ਇਹਦਾ ਸਭ ਤੋਂ ਵਧੀਆ ਹੈ ਨਾ, ਜਦੋਂ ਤੁਹਾਡੇ ਕੋਲ ਪੈਸਾ ਹੋਵੇ ਤੁਸੀਂ ਜਦੋਂ ਮਰਜ਼ੀ ਜਾ ਕੇ ਦੁਕਾਨ ਵਾਲੇ ਨੂੰ ਕਹਿ ਦਿਓ ਵੀ ਬੁਲਟ ਦੇਖ। ਵਾਹ, ਮੈਂ ਸੱਚੀ ਕਹਿਣਾ, ਅੱਜ ਮੈਂ ਬਾਈਕ ਲੈ ਕੇ ਆਇਆ, ਅੱਧੇ ਪੈਸੇ ਮੈਂ ਪਾਏ, ਅੱਧੇ YouTube ਤੇ ਆਏ ਸੀ ਮੇਰੇ ਕੋਲੇ। ਮੈਨੂੰ ਪ੍ਰਮਾਤਮਾ ਦੀ ਸਹੁੰ, ਸਕਰੀਨ ਤੇ ਅੱਗੇ ਬੈਠਾ ਗੱਲ ਦੱਸ ਰਿਹਾ, ਮੈਂ ਬੁਲਟ ਵਾਲੇ ਤੋਂ ਬੁਲਟ ਪਤਾ ਜਾ ਕੇ ਕਿਵੇਂ ਖਰੀਦਦੇ, ਜਿਵੇਂ ਦੁਕਾਨ ਤੋਂ 10 ਰੁਪਏ ਦੀ ਚੀਜ਼ ਲੈ ਕੇ ਆਉਂਦੇ ਨੇ, ਕੋਈ ਨਖਰਾ ਨਹੀਂ, ਕੁਛ ਨਹੀਂ ਹੈਗਾ, ਜਾ ਕੇ ਉਹਦੇ ਕਾਊਂਟਰ ਦੇ ਪੈਸੇ ਵੀ ਇੱਕ ਬੁਲਟ ਦੇਈਓ। ਉਹ ਕਹਿੰਦਾ ਵੀ ਤੂੰ ਸਾਥੋਂ ਪੁੱਛ ਤਾਂ ਲੈ ਵੀ ਮਾਡਲ ਕਿਹੜੇ ਨੇ। ਆ ਨਹੀਂ, ਮੈਂ ਕਿਹਾ ਮੈਂ ਸਰਚ ਕਰਕੇ ਆਇਆ ਹੋਇਆ, ਬਸ ਮੈਨੂੰ ਤੂੰ ਆ ਦੇ ਦੇ, ਦੈਟਸ ਇਟ।
ਤਾਂ ਕਹਿਣ ਦਾ ਮਤਲਬ ਇਹ ਹੈ ਕਿ ਆਹ ਫਾਇਦਾ ਹੈਗਾ ਤੇ ਆਪਾਂ ਤਾਂ ਆਈ ਚਲਾਈ ਹੈ। ਹੁਣ ਆਪਾਂ ਇਹਨੂੰ ਬੁਲਟ ਨੂੰ ਉਸ ਟੈਕਸੀ ਸਟੈਂਡ ਤੇ ਪਾ ਦਾਂਗੇ, ਫਿਰ ਦਿਹਾੜੀ ਆਇਆ ਕਰੋਗੇ, ਮਹੀਨੇ ਦਾ ਕਮਾਇਆ ਕਰਾਂਗੇ, ਹਨਾ, ਆਟੋ ਵਾਂਗੂ ਚਲਾਇਆ ਕਰਨੇ ਆਪਾਂ ਨੇ। ਸੋ ਰਿਚ ਹੋਣ ਦਾ ਡਿਸਐਡਵਾਂਟੇਜ ਵੀ ਹੁੰਦਾ ਕੋਈ? ਯਾਰ ਮੈਨੂੰ ਤਾਂ ਲੱਗਦਾ ਬਾਕੀ ਅਰਜੁਨ ਕੋਈ ਹੈ ਡਿਸਐਡਵਾਂਟੇਜ ਨਿਗਾਹ 'ਚ? ਯਾਰ ਅਮੀਰ ਹੋਣ ਦਾ ਕੋਈ ਨੁਕਸਾਨ, ਭੋਰਾ ਨੁਕਸਾਨ ਨਹੀਂ ਹੈਗਾ। ਪਰ ਇਹ 'ਚ ਦੇਖੀਏ ਕੀ ਲਿਖਿਆ, ਮੈਨੂੰ ਬੜੀ ਕਿਉਰਿਓਸਿਟੀ ਹੈ। ਆਈ ਥਿੰਕ ਦ ਬਿਗੇਸਟ ਐਡਵਾਂਟੇਜ ਆਫ ਬੀਇੰਗ ਰਿਚ ਇਜ਼ that you can prioritize your health and fitness over anything else, while poor people sometimes have a sacrifice their health and money. चल आनी the biggest disadvantage of being rich is that people are always ready to fleece you. लुट्टन ते लक्का बंदे रखते हैं। People do not feel guilty about cheating a rich person. मैं सच्ची कहना, जे कोई बंदा मैंने एक गल कहना है ना, मैं तेरे नाल हाँ, मैं पता की पुछदा ना, कदों तक? मैं हमेशा एक उम्र ਹੁੰਦੀ ਹੈ ਤੁਹਾਡੇ ਤੇ ਜਦੋਂ ਤੁਹਾਨੂੰ ਕੋਈ ਲੱਗਦਾ ਨਾ ਵੀ ਇਹ ਮੈਨੂੰ ਛੱਡ ਕੇ ਨਹੀਂ ਜਾਂਦਾ, ਤੇ ਕਹਿੰਦਾ ਯਾਰ ਜਿਹਦੇ ਜਾਨ ਨਾਲ ਜਾਨ ਵੀ ਨਿਕਲਦੀ ਸੀ ਮੈਂ ਤਾਂ ਉਹਦਾ ਵੀ ਜਾਣਾ ਦੇਖਿਆ। ਤਾਂ ਹਮੇਸ਼ਾ ਮੈਂ ਇੱਕ ਗੱਲ 'ਚ ਯਕੀਨ ਕਰਦਾ ਕਿ ਤੁਹਾਨੂੰ ਨਾ ਸਟਰੋਂਗ ਬਣਾਉਂਦੀ ਹੈ ਸੋਸਾਇਟੀ। ਮੈਂ ਪੜ੍ਹਦਾ ਬਹੁਤ ਹਾਂ, ਸੱਚੀ ਕਹਿਣਾ। ਮੈਂ ਸ਼ਿਵ ਕੁਮਾਰ ਬਟਾਲਵੀ ਬਹੁਤ ਪੜ੍ਹਿਆ। ਮੇਰਾ ਨਾ ਇੱਕ ਮਿੰਟ ਇੱਕ ਸੈਕਿੰਡ। ਸੋ ਜਿਵੇਂ ਕਿ ਆਪਾਂ ਹੁਣ ਡਿਸਐਡਵਾਂਟੇਜ ਦਾ ਪੜ੍ਹ ਚੁੱਕੇ ਹਾਂ। ਵਾਓ, ਮੈਂ ਨਾ ਅੱਜ ਵੀ ਯਾਦ ਹੈ, ਮੇਰਾ ਟੀਪੀ ਲੱਗੀ ਹੋਈ, ਬੀਐਡ ਕਰ ਰਹੇ ਸੀ, ਟੀਪੀ ਲੱਗੀ ਹੋਈ, ਟ੍ਰੇਨਿੰਗ ਹੁੰਦੀ ਹੈ ਨਾ ਟੀਚਰਸ ਦੀ। ਉਹ ਮੈਂ ਕਲਾਸ 'ਚ ਬੱਚਿਆਂ ਨਾਲ ਗੱਲਾਂ ਮਾਰ ਰਿਹਾ, ਬਾਈ ਗੋਡ ਜਮੀ ਗੱਲਾਂ ਮਾਰ ਰਿਹਾ, ਉਧਰੋਂ ਪ੍ਰਿੰਸੀਪਲ ਆ ਗਈ। ਮੈਂ ਨਾਲ ਦੀਆਂ ਜਵਾਕਾਂ ਨੂੰ ਕਿਹਾ, ਮੈਂ ਦੇਖੋ ਬੇਟਾ ਆਪਾਂ ਨੇ ਹੁਣ ਬਾਬਰ ਬਾਰੇ ਪੜ੍ਹ ਲਿਆ ਨਾ, और सारी क्लास भी मेरे नाल कहते हाँ सर पढ़ लिया, पूरा अकबर भी पढ़ लिया, अज तक बीरबल भी पढ़ लिया। मैं कहा वेरी गुड। कोऑपरेटिव जवाक भी बहुत चाहिए होंगे आ। ते जिंदगी च एक गल याद रखियो, मौका देख के चौका मारियो, कदे हारदे नहीं हैगे। मैं तुहानू एक बड़ी वधिया चीज़ दिखावां, एक मिनट खड़ो, मैं ना हलो ये कैप वाली है ना, वड्डी फोटो आ गई। मैं एक बच्चे नू ना पनिशमेंट दी हुई सी, एवें करके देखो क्लास चो एवें खड़ा, एवें बाह उपर खड़ के एवें लाइक दिस। ਤੇ ਐਨੀ ਹਾਊ ਕੀ ਹੁੰਦਾ ਹੈਗਾ, ਪ੍ਰਿੰਸੀਪਲ ਮੈਮ ਸਾਹਮਣੋਂ ਆ ਰਹੀ ਤੇ ਉਦੋਂ ਸਜ਼ਾ ਅਲਾਉਡ ਨਹੀਂ ਸੀ ਬੱਚਿਆਂ ਨੂੰ ਦੇਣੀ, ਹੈ ਨਾ। ਉਹ ਐਵੇਂ ਖੜਾ, ਜਦੋਂ ਮੈਂ ਦੇਖਿਆ ਵੀ ਪ੍ਰਿੰਸੀਪਲ ਨੇ ਵੀ ਦੇਖ ਲਿਆ ਵੀ ਆਹ ਕਰ, ਮੈਂ ਕਿਹਾ ਲੈ ਵੀ ਮੈਂ ਤੇਰਾ ਗਾਲਾਂ ਪੈਣਗੀਆਂ ਤੇਰੇ। ਜਦੋਂ ਮੈਡਮ ਨਾ ਕਲਾਸ 'ਚ ਐਂਟਰ ਹੋਈ ਨਾ, ਮੈਂ ਬੱਚੇ ਨੂੰ ਪਤਾ ਕੀ ਕਿਹਾ, ਉਹ ਐ ਖੜਾ, ਮੈਂ ਕਿਹਾ ਸ਼ਾਬਾਸ਼, ਹੁਣ ਐਵੇਂ ਫੇਰ ਐਵੇਂ ਫੇਰ ਐਵੇਂ ਫੇਰ ਐਵੇਂ। समझ प्रिंसीपल भी गई, समझ मैं भी गया। मैं क्या, मैं गाला तो बच गया, गल खत्म। इनू कहते हैं मौका देख के चौका हिट करना, कि तुहाडे कोले मास्टरमाइंड होना चाहिए अपने जवाब नू देण दा। ते बीइंग रिच दे कोई मैनू डिसएडवांटेज नहीं लगदे, सो बिकम रिच, गल खत्म। लास्ट क्वेश्चन है, व्हाई आर सम ऑफ द स्पोर्ट्स एक्सपेंसिव, आर दे फॉर एवरीवन? कुछ स्पोर्ट्स बहुत महंगियां होंदियां, तुहानू पता है? एक मिनट आप एक काम करते हैं, एक एडमिशन करते हैं, फ्री गल कर रहे हैं तुहानू। एक एडमिशन पूरी 5000 का 5000 फ्री। एक एडमिशन कढ़ना, कोई क्वेश्चन भी पूछूंगा, एवं नहीं कढ़ता, चिंता ना करो। एक एडमिशन जमी 5000 की 5000। तो मैं करना चाहना मोहनपाल भाई थोनू। क्या बात है, सत श्री अकाल भाई जी। सत श्री अकाल सर, ठीक ठाक हो? बिल्कुल वधिया सर। एंजॉय कर रहे हो क्लास? जी जी जी। चलो मोहनपाल भाई, मेरा एक क्वेश्चन है, जो तुसीं जवाब देता ਉਹਦਾ ਤਾਂ ਤੁਸੀਂ बस तुम समझ गए, ठीक है। क्वेश्चन ये है कि सब तो महंगी गेम केड़ी है? तो महंगी गेम, नो सर। ताई ते सर मजा आ गया सर। लक्ष्मी माता कहती थी रमन शर्मा तेनू छड्डना ही नहीं मैंने। ते 50% डिस्काउंट ते आ क्वेश्चन मैं पूछ सकदा नवनीत सिंह ਤੁਹਾਡੇ ਤੋਂ। ਮੈਨੂੰ पता है ਤੁਸੀਂ ਦੱਸ ਦੋਗੇ, मैं ਤਾਂ ही 50 ਕਹੇਗਾ। सब तो महंगी गेम केड़ी है? सर सब तो महंगी गेम ਜਿਹੜੀ ਤੁਸੀਂ ਟਾਈਮ ਦੇਖ ਕੇ ਖੇਲ ਗਏ। नहीं फिर भी मैं टाइम देख के केड़ी खेल गया। आई थिंक स्काई डाइविंग और स्कूबा डाइविंग। ना कदे सर्च कर लियो, मैं सच्ची कहना। सब तो महंगी गेम गोल्फ है। गोल्फ नहीं होंदी, वो गोल्फ जी है ना, वो सब तो महंगी है। मेरा कदे बहुत दिल करता है, मैं वो फोटो जी खिंचावा, है ना, वो फड़ के मैं खिंचाऊंगा। कदे चंडीगढ़ निकल गया, कदे अजकल ना हाथ टाइट चल रहा है, 10 एडमिशन होर करिए फिर जावांगे चंडीगढ़। चलो आओ, आप तुसीं ये देखो कि टास्क 1 आप सीनरी पढ़िया,
ਟਾਸਕ 2 ਇੱਕ ਐਕਸਪੈਂਸਿਵ ਐਕਟੀਵਿਟੀ ਦੱਸੀ, ਤੁਸੀਂ ਇਹਦੀ ਜਗ੍ਹਾ ਤੇ ਰਾਫਟਿੰਗ ਵੀ ਦੱਸ ਸਕਦੇ ਹੋ, ਰਿਵਰ ਰਾਫਟਿੰਗ, ਉਹ ਵੀ ਮਹਿੰਗੀ ਹੈ। ਹੁਣ ਇਹ ਨਹੀਂ ਹੈਗਾ ਵੀ ਪਲੇਇੰਗ ਲੂਡੋ, ਲੂਡੋ ਸਸਤੀ ਹੈ, ਲੂਡੋ ਖੇਡੀ ਹੋਊਗੀ। ਅਰ ਇੱਕ ਗੱਲ ਹੋ ਰਹੀ, ਕੰਪਿਊਟਰ ਵਾਲੀ ਲੂਡੋ ਤੇ ਭਰੋਸਾ ਨਾ ਕਰਿਓ ਜਿਹੜੀ ਮੋਬਾਈਲ ਵਾਲੀ ਹੈ। ਇਹ ਹਾਂ ਬਿਲਕੁਲ ਪਠਾਨ, ਬਿਲਕੁਲ ਮੇਰੀਆਂ ਤਿੰਨੇ ਗੀਟੀਆਂ ਅੰਦਰ ਗਈਆਂ, ਮੇਰੀ ਚੌਥੀ ਇੱਕ ਗੀਟੀ ਰਹਿ ਗਈ ਕੱਲੀ, ਮੇਰੇ ਦੋਸਤ ਦੀਆਂ ਚਾਰੇ ਬਾਹਰ, ਮੈਂ ਹਾਰ ਗਿਆ। ਉਹ ਕੰਪਿਊਟਰ ਵਿੱਚ ਐ ਥੋੜੀ ਹੁੰਦੇ ਵੀ 6 ਆਪਾਂ ਜਿਹੜੀ ਦੂਜੀ ਹੁੰਦੀ ਹੈ ਨਾ ਆਪਣੀ ਲੋਕਲ, ਉਸ ਤਾਂ ਆਪਾਂ 6 ਨੰਬਰ ਉੱਪਰ ਰੱਖ ਕੇ ਜਿਵੇਂ ਪੋਲਾ ਜਾ ਵੀ ਹਾਰ ਰੱਬਾ ਬਸ ਸਿੱਧਾ 6 ਦੇ ਦੋ। ਤਾਂ ਅਸਲੀਅਤ ਇਹ ਹੈ ਕਿ ਕੰਪਿਊਟਰ ਵਿੱਚ ਤਾਂ ਭਰੋਸਾ ਹੀ ਨਹੀਂ ਯਾਰ, ਉਹ ਕਿੱਥੋਂ ਕੀ ਕਰਦੇ ਕੀ ਨਾ ਕਰਦੇ। ਸੋ ਅਕੋਰਡਿੰਗ ਟੂ ਮਾਈ ਪਰਸਪੈਕਟਿਵ ਜਿਹੜੀ ਐਕਟੀਵਿਟੀ ਹੈ ਉਹ ਸਭ ਤੋਂ ਮਹਿੰਗੀ ਹੈ, ਜਿਹੜੀ ਆਪਾਂ ਇਹ 'ਚ ਵੀ ਉਹਨਾਂ ਨੇ ਮੈਨੂੰ ਲੱਗਦਾ ਰਿਵਰ ਰਾਫਟਿੰਗ ਦਿੱਤੀ ਹੋਈ ਸੀਗੀ, ਨੋਵਲਸ ਨੇ ਐਕਚੁਅਲੀ ਇਕਨੋਮਿਕਲ ਰਿਵਰ ਰਾਫਟਿੰਗ ਇਹ ਰਿਸ਼ੀਕੇਸ਼ ਕਰੀਏ ਨੇ, ਮੈਂ ਪੈਰਾਗਲਾਈਡਿੰਗ ਦੁਬਈ ਕਰਿਆ, ਵੈਰੀ ਗੁੱਡ। ਤਾਂ ਕਹਿਣ ਦਾ ਮਤਲਬ ਆਪਾਂ ਨੂੰ ਇਹ ਹੈ ਕਿ ਸਪੀਕਿੰਗ ਦੇ ਵਿੱਚ ਆਹ ਕਿਊ ਕਾਰਡ ਤੁਹਾਡੇ ਚੋਂ ਕਿਸੇ ਇੱਕ ਵੀ ਬੱਚੇ ਨੂੰ ਆਊਗਾ, ਇਹ ਯਾਦ ਰੱਖਿਓ। ਮੈਂ ਤੁਹਾਨੂੰ ਕਹਿਤੀ ਹੋ ਜੋ ਤਿਆਰ, ਤੇ ਆਪਦੇ ਰੱਟਾ ਨਹੀਂ ਮਾਰਨਾ ਕਿਸੇ ਨੇ ਮੇਰੀ ਕਲਾਸ 'ਚ, ਠੀਕ ਹੈ। ਹੁਣ ਆਪਾਂ ਇੱਕ ਕੰਮ ਕਰਦੇ ਹਾਂ, ਇੱਕ ਵਾਰ ਲਿਸਨਿੰਗ ਨੂੰ ਫਿਨਿਸ਼ ਕਰੀਏ ਤੇ ਉਸ ਤੋਂ ਬਾਅਦ ਆਪਾਂ ਤੁਹਾਡੇ ਨਾਲ ਕੋਈ ਗੱਲ ਕਰਦੇ ਹਾਂ, ਠੀਕ ਹੈ। ਮੈਂ ਲਿਸਨਿੰਗ ਆਪ ਪੜਾਉਂਗਾ, ਚਿੰਤਾ ਨਾ ਕਰੋ, 2 ਮਿੰਟ ਦਿਓ ਬਸ, ਲਿਸਨਿੰਗ ਸ਼ੁਰੂ ਕਰਦੇ ਆਪਾਂ। ਸੋ एवरीवन ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਲਿਸਨਿੰਗ ਦੀ ਹੁੰਦੀ ਹੈ ਨਾ, ਆਓ ਆਪਾਂ ਇੱਕ ਵਾਰ ਹਿੱਟ ਕਰੀਏ। ਲਾਈਕ ਇਸ ਜਦੋਂ ਪੇਪਰ ਦੇ ਵਿੱਚ ਲਿਸਨਿੰਗ ਕਰਨ ਬੈਠੋ ਤਾਂ ਕੁਝ ਕੁ ਗੱਲਾਂ ਦਾ ਧਿਆਨ ਰੱਖਿਓ, ਜਿਵੇਂ ਕਿ ਆਪਣਾ ਕੰਸੈਂਟਰੇਟ ਨਾ ਡਿੱਗੇ। ਕੰਸੈਂਟਰੇਟ ਨਾ ਡਿੱਗੇ ਦਾ ਮਤਲਬ ਪਤਾ ਕੀ ਹੁੰਦਾ ਹੈਗਾ, ਜੇ ਤੁਸੀਂ ਇੱਕ ਵਾਰ ਵੀ ਆਪਣੇ ਦਿਮਾਗ ਨੂੰ ਇੱਧਰ ਤੋਂ ਉੱਧਰ ਲੈ ਗਏ ਤਾਂ ਲਿਸਨਿੰਗ ਗਈ। 40 ਕੁਐਸਚਨ ਨੇ, 40 ਚੋਂ 40 ਵੀ ਹਿੱਟ ਹੋ ਸਕਦੇ ਨੇ, ਤੁਸੀਂ ਕਰਨ ਵਾਲੇ ਚਾਹੀਦੇ ਹੋ। ਮੈਂ ਤੁਹਾਨੂੰ ਬਹੁਤ ਵਧੀਆ ਸਲਾਹ ਦਿੰਦਾ, ਰੀਡਿੰਗ ਤੇ ਲਿਸਨਿੰਗ ਚੋਂ 9 ਚੋਂ 9 ਆਉਂਦੇ ਨੇ, ਲੈ ਕੇ ਆਉਣ ਵਾਲਾ ਬੰਦਾ ਚਾਹੀਦਾ ਹੈਗਾ। ਕਰਨਾ ਕੀ ਹੁੰਦਾ ਹੈ, ਟਫੈਸਟ ਪਾਰਟ ਤੇ ਵੀ ਲੈ ਕੇ ਜਾਊਗਾ, ਆ ਜਾਓ। ਪਾਰਟ 1 ਸਭ ਤੋਂ ਪਹਿਲੀ ਚੀਜ਼ ਹੈ, ਹਮੇਸ਼ਾ ਇਨਸਟਰਕਸ਼ਨ ਛੱਡੋ ਨਾ, 1 ਵਰਡ ਹੈ ਠੀਕ ਹੈ ਜਾਂ ਨੰਬਰ, ਤੇ ਜਦੋਂ ਨਾ 1 ਵਰਡ ਔਰ ਨੰਬਰ ਆ ਗਿਆ ਨਾ, ਸ਼ੋਰ ਹੈ ਕਿ ਕਿਸੇ ਇੱਕ ਫਿਲ ਇਨ ਦਾ ਬਲੈਂਕ 'ਚ ਨੰਬਰ ਵੀ ਆਊਗਾ, ਕਿਸੇ 'ਚ ਵਰਡ ਵੀ ਆਊਗਾ, ਇਹ ਸ਼ੋਰ ਹੈ। ਇਹ ਨਹੀਂ ਹੈਗਾ ਸਾਰਿਆਂ 'ਚ ਵਰਡ ਆਣਗੇ, ਜੇ ਕਿਤੇ ਸਾਰਿਆਂ 'ਚ ਵਰਡ ਪਾਤੇ ਤਾਂ ਕਿਤੇ ਨਾ ਕਿਤੇ ਗਲਤੀ ਹੋਊਗੀ, ਕਿਉਂਕਿ ਕਿਤੇ ਨਾ ਕਿਤੇ ਨੰਬਰ ਵੀ ਆਏਗਾ ਹੀ ਆਏਗਾ। ਪਰਸਨਲ ਡਿਟੇਲ ਦੇਣੀਆਂ ਨੇ, ਐਮ ਉਹਦਾ ਫੁੱਲ ਨੇਮ, ਡੇਟ ਆਫ ਬਰਥ ਦੇ ਦਾਂਗੇ, ਉਹਦਾ ਐਡਰੈਸ ਹੈ ਜਿਹੜਾ ਡੈਸ਼ ਉਹਦਾ ਦੇ ਦਾਂਗੇ, ਕੰਟੈਕਟ ਨੰਬਰ ਹੈ ਇਹ ਵੀ ਆਪਾਂ ਦੇ ਦਾਂਗੇ, ਮੋਬਾਈਲ ਦੀਆਂ ਡਿਟੇਲ ਨੇ ਜਿਹੜੀਆਂ, ਨੋ ਨੰਬਰ, ਨੋ ਮੋਬਾਈਲ ਫੋਨ ਜਾਂ ਇਹ ਹੈ, ਇਹਨਾਂ 'ਚੋਂ ਕੁਝ ਵੀ। ਸਭ ਤੋਂ ਪਹਿਲਾਂ ਇਹਨਾਂ ਨੂੰ ਫਿਨਿਸ਼ ਕਰੀਏ, ਫਿਰ ਆਪਾਂ ਅੱਗੇ ਦੇਖਾਂਗੇ, ਠੀਕ ਹੈ। ਸ਼ੁਰੂ ਕਰਦੇ ਹਾਂ, ਤੇ ਸਬਟਾਈਟਲ ਨਹੀਂ ਹੈਗੇ, ਫਿਰ ਕੋਈ ਨਾ ਮੈਂ ਐਵੇਂ ਵੀ ਸਮਝਾ ਦੂੰਗਾ ਤੁਹਾਨੂੰ। Course information. First, you have some time to look at questions 1 to 5. वन टू 5 ने, चलो देखते हैं। Hello, I wonder if you could help me. I'm interested in enrolling in your MBA program. Could you give me some information, please? क्योंकि आप स्टार्टिंग च इन्फॉर्मेशन देनी होती है, आज इन्फॉर्मेशन दीजिए। Yes, of course. I'll take a few details first of all, and I'll give you a copy of our prospectus. Oh, that's okay. I already have one here. I've been researching the MBA courses in the local area, so I already have lots of course information. हाले तक अपन कोई मतलब नहीं, अपन डिटेल च पहला सब तो नेम चाहिए। That's great. Okay, so first of all, can you tell me your name, please? Name? Yes, of course. It's Anne Horbury. Horbury, is that H-A-W-B-E-R-R-Y? Yes, that's right. That's okay. And what's your date of birth, Miss Horbury? The 22nd of May, 1981. That's great. देखो, सब तो पहला हॉबरे 22nd May 1981, ठीक है। एड्रेस चाहिए। You were born in the UK? Yes, I was. All right. Can you give me some contact details, please? Sure. My address is 26 Simon Place in Brighton, and my telephone number is 01903 714 721. Sorry, can you tell me your contact number once again? Yes,
It's 01903714721. ਤੁਸੀਂ ਇੱਕ ਗੱਲ ਯਾਦ ਰੱਖਿਓ, ਇਹ 0 ਨੂੰ O ਕਹਿੰਦੇ ਨੇ, ਠੀਕ ਹੈ। ਤਾਂ ਆਪਾਂ ਇਹ ਦੇਖਣਾ ਹੈਗਾ ਮੋਬਾਈਲ ਡਿਟੇਲਸ ਕੀ ਹੈ, ਕੋਈ ਨੰਬਰ ਨਹੀਂ ਹੈਗਾ ਜਾਂ ਮੋਬਾਈਲ ਫੋਨ ਹੀ ਨਹੀਂ ਹੈਗਾ ਜਾਂ ਆ ਨੰਬਰ ਹੈ, ਦੇਖੋ ਤਿੰਨਾਂ ਚੋਂ ਕੀ ਕਹੇਗਾ। Great. And do you have a mobile phone number? No, I don't. Is it important? No, that's okay. I'll just write it on your form, no mobile phone. Now, just a few additional questions. ठीक है, नो मोबाइल फोन। Before you hear the rest of पहले 5 अंडरस्टैंड होए ना तरीके नाल, थोड़ा मैं लिसनिंग आप करके दिखा रहा भी पेपर च एवें लिसनिंग करी दी है। ਆਪਾਂ अगले क्वेश्चन देखते हैं की ने। अगले क्वेश्चन ये नेगे, देखो व्हाट इज द एप्लीकेंट करंट जॉब। ਆਪਾਂ सब तो पहले देखने भी जॉब केड़ी है इस टाइम। व्हाट यूनिवर्सिटी कोर्स हैज शी ऑलरेडी कंप्लीटेड, मतलब केड़ा कोर्स है उन्हें कंप्लीटेड किया है। व्हाई माइट द स्टूडेंट नॉट गेट ऑन द MBA कोर्स, वो क्यों नहीं MBA कोर्स ਨੂੰ ਕਰਦੇ। व्हाट इज हर सेकंड चॉइस की है। विच डिपार्टमेंट विल ही विल कंटेक्ट द एप्लीकेंट, एप्लीकेंट केड़े डिपार्टमेंट ਨਾਲ ਕੰਟੈਕਟ ਕਰੂਗਾ। आज सारे क्वेश्चन देखते हैं। of the conversation, you have some time to look at questions 6 to 10. सिक्स टू 10 ਆਪਾਂ ਐਪਲੀਕੈਂਟ ਦੀ ਕਰੰਟ ਜੌਬ ਦੇਖਣੀ ਹੈ। ਆ ਟਾਈਮ ਹੈ ਜਿਹੜਾ ਪੜਨ ਦੇ ਲਈ ਹੈ, ਠੀਕ ਹੈ, ਸਭ ਤੋਂ ਬੈਸਟ ਹੈ ਇਹ। Now listen and answer questions 6 to 10. Are you working or studying anywhere else at the moment? Yes, I'm working for Lloyd Enterprise in the city as a secretary, and I'm also attending a computer course part-time in the evenings. जॉब कारी कर रहे हैं, सेक्रेटरी दी कर रही है जॉब, SECRETARY, करंट जॉब सेक्रेटरी दी है। अगला अपन यूनिवर्सिटी का कोर्स उन्हें ऑलरेडी कंप्लीट किया है। Right. So can you give me some details about your educational background? We need to make sure that your qualifications match the entry requirements. Yes, I completed a business degree a year ago. हाँ, ईयर एगो मतलब ईयर एगो मैंने कादी डिग्री की है, बिजनेस थी। एक्यूरेट आंसर बिजनेस। चलो जी, वाई क्यों माइट द स्टूडेंट नॉट गेट ऑन द MBA कोर्स, वो MBA कोर्स नु क्यों नहीं गेट कर दे। I've been working since my graduation, but the job market is very competitive these days. So I'd like to do some postgraduate study now. Okay, that sounds fine. Your degree is relevant and it's good that you have some work experience too. I do need to warn you though that our MBA program is extremely popular and gets full quickly. Full quickly. So would you be interested in applying for any alternative courses if your application is full not quickly है साडा successful? MBA कोर्स है जेड़ा। Well, my first choice would, of course, be the MBA, but yes, I've had a good look through your prospectus, and I would also be interested in the international marketing course. इंटरनेशनल मार्केटिंग It's always a good idea. ਜਿਹੜੀ ਉਹਦੀ ਦੂਜੀ ਚॉइस ਹੈ ਉਹ ਇੰਟਰਨੈਸ਼ਨਲ ਮਾਰਕੀਟਿੰਗ ਹੈ। ਦੇਖੋ ਦੁਬਾਰਾ ਸੁਣਾਵਾਂ, ਉਹਦੀ ਪਹਿਲੀ ਚॉइस ਕੀ ਸੀ ਉਹ ਦੇਖੋ ਤੇ ਦੂਜੀ ਚॉइस ਦੇਖੋ। International marketing course. अरे That's great. हेलो। Of course, be the MBA, but yes, I've had a good look through your prospectus, and I would also be interested in the international marketing course. ठीक है ना, मैं होर काच इंटरेस्टेड हाँ, इंटरनेशनल मार्केटिंग दे विच भी इंटरेस्टेड हाँ। ठीक है, लास्ट क्वेश्चन है मेरा, विच डिपार्टमेंट विल शी कंटेक्ट द एप्लीकेंट। That's great. It's always a good idea to keep your options open just in case. Finally, can you tell me where you learned about our courses here? Actually, my cousin studied the MBA course 2 years ago, and she recommended it to me. Okay, well, thank you for coming in today. I will pass your details on to our admissions department. They एडमिशन should डिपार्टमेंट, contact you this week with a formal application form, and they usually invite. ਐਡਮਿਸ਼ਨ ਡਿਪਾਰਟਮੈਂਟ। ਤੁਸੀਂ ਇੱਕ ਗੱਲ ਹੋਰ ਗੌਰ ਚ ਰੱਖੋ, ਜਦੋਂ ਲਿਸਨਿੰਗ ਕਰਨੀ ਹੈ ਨਾ ਸਾਰੇ ਵਰਡ ਪੂਰੇ ਨਹੀਂ ਲਿਖੀਦੇ ਹੁੰਦੇ। ਜਿਵੇਂ ਇੰਟਰਨੈਸ਼ਨਲ ਹੈ ਨਾ ਤਾਂ INT ਪਾ ਕੇ ਛੱਡ ਦਿਓ, ਉਹਦਾ ਤੁਹਾਨੂੰ ਜਦੋਂ ਬਾਅਦ ਚੋਂ ਟਾਈਮ ਮਿਲੂਗਾ ਨਾ, ਲਾਸਟ ਦੇ 10 ਮਿੰਟ ਮਿਲਦੇ ਨੇਗੇ, ਤੁਸੀਂ ਉਸ ਟਾਈਮ ਆਪਣੇ ਆਨਸਰ ਨੂੰ ਸਾਫ਼ ਉਤਾਰ ਸਕਦੇ ਹੋ। ਆਪਣੇ ਆਨਸਰ ਨੂੰ ਉਤਾਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੋਣਾ ਚਾਹੀਦਾ ਹੈਗਾ, ਨਾ ਤਾਂ ਉੱਪਰਲੀ ਲਾਈਨ ਨਾਲ ਟੱਚ ਹੋਣਾ ਚਾਹੀਦਾ, ਨਾ ਨੀਚੇ ਵਾਲੀ ਲਾਈਨ ਨਾਲ ਟੱਚ ਹੋਣਾ ਚਾਹੀਦਾ। ਇਹ ਰੂਲ ਹੈਗਾ, ਠੀਕ ਹੈ, ਨਾ ਉੱਪਰਲੀ ਲਾਈਨ ਨਾਲ ਟੱਚ, ਨਾ ਨੀਚੇ ਵਾਲੀ। ਪ੍ਰੋਪਰ ਐਕੂਰੇਸੀ ਨਾਲ ਤੇ ਸੀਕੁਐਂਸ 'ਚ ਤੁਸੀਂ कैपिटल अखरां दे विच अपने आंसर ने जिहड़े वो उतारने हैगे। ठीक है, रही गल अज अपने दोनों के टास्क 1 दी, मैं तुहानूं दोने राइटिंग टास्क 1 तुहाडे एकेडैमिक दा भी ते जर्नल दा भी तुहानूं वो दस सकदा। जिहड़े एकेडैमिक दे
बच्चे ने ਤੁਹਾਨੂੰ ਪਾਈ ਚਾਰਟ ਹੈ, ਪਾਈ ਚਾਰਟ ਕੁਝ ਇਸ ਤਰੀਕੇ ਦਾ ਹੈ, ਗੌਰ ਨਾਲ ਸੁਣ ਲਿਓ ਤੁਸੀਂ। ਇਹ ਦੇਖੋ द graphs ने दो ने, ठीक है। below show the how people in European city reached their office and got back home in 1959 and 2009। मतलब स्टेटमेंट ये कहती है, गौर नाल देखो, ਜਿਹੜੇ ਗ੍ਰਾਫ ਨੇ ਉਹ ਇਹ ਸ਼ੋ ਕਰਦੇ ਨੇ ਜਿਹੜੇ ਲੋਕ ਯੂਰਪੀਅਨ ਸਿਟੀ ਦੇ ਨੇ ਉਹ ਪਹੁੰਚਦੇ ਸੀ ਆਪਦੇ ਆਫਿਸ ਦੇ ਵਿੱਚ ਤੇ ਵਾਪਸ ਆਉਂਦੇ ਸੀ 1959 ਦੇ ਵਿੱਚ 2009 ਦੇ ਵਿੱਚ। ਮਤਲਬ ਕੀ ਹੈ 1959 ਦੇ ਵਿੱਚ ਉਹ ਐਵੇਂ, 2009 ਦੇ ਵਿੱਚ ਉਹ ਐਵੇਂ। ਧਿਆਨ ਨਾਲ ਦੇਖੋ, ਸਭ ਤੋਂ ਪਹਿਲਾਂ ਇਹਨੂੰ ਕਰਨਾ ਕੀ ਹੁੰਦਾ, ਪਾਈ ਚਾਰਟ ਦੀ ਸਭ ਤੋਂ ਵੱਡੀ ਚੀਜ਼ ਸਮਝਾਉਣ ਲੱਗਿਆ। ਆਹ ਕਲਰ ਹੈ ਫੁੱਟ, ਆਹ ਕਲਰ ਵੀ ਫੁੱਟ ਹੈ ਨਾ, ਡਨ। ਤੁਸੀਂ ਇਹ ਦੇਖੋ ਇਹ 55% ਨੇ, 55%, ਆ 25% ਨੇ, मतलब 2009 ਚ ਘਟ गए ना, पहला ਵੱਧ लोग तुर के जाते सी, फिर घट। ਇਹਦੇ ਅੱਗੇ ਐ ਸਲੈਸ਼ ਪਾ ਕੇ ਡੀ ਪਾ ਲਓ ਵੀ ਡਿਕਰੀਜ਼ ਹੈ ਇਹ ਡੀ। ਹੁਣ ਇਹ ਦੇਖੋ 15 ਆ ਲਾਲ ਜਿਹਾ ਕੌਣ ਹੈ, ਬੱਸ। ਬੱਸ ਚ ਪਹਿਲਾਂ ਲੋਕ 15% ਜਾਂਦੇ ਸੀਗੇ, ਹੁਣ 13 ਜਾਂਦੇ ਨੇ, ਉਹ ਇਹ ਵੀ ਡਿਕਰੀਜ਼ ਹੋ ਗਿਆ, ਦੋਨੇ ਚੀਜ਼ਾਂ ਡਿਕਰੀਜ਼ ਹੋ ਗਈਆਂ, ਠੀਕ ਹੈ। ਗ੍ਰੀਨ ਕੀ ਸੀਗਾ, ਟ੍ਰੇਨ। ਪਹਿਲਾਂ ਲੋਕ ਟ੍ਰੇਨ ਚ 15% ਜਾਂਦੇ ਸੀ, ਹੁਣ ਵੀ 15, ਹੁਣ ਸੇਮ ਐਸ। ਮਤਲਬ ਆਪਣੇ ਕੋਲੇ ਇੱਕ ਡੀ, ਇੱਕ ਡੀ, ਇੱਕ ਐਸ। ਉਸ ਤੋਂ ਬਾਅਦ ਪਹਿਲਾਂ 5% ਲੋਕ ਸੀ ਜਿਹੜੇ ਅਦਰ ਵਹੀਕਲ 'ਚ ਜਾਂਦੇ ਸੀ, ਪਰ ਹੁਣ 12% ਜਾਂਦੇ ਨੇ, ਇਨਕਰੀਜ਼ ਹੋ ਗਿਆ। ਪਹਿਲਾਂ 10% ਲੋਕ ਸੀ ਜਿਹੜੇ ਕਾਰ 'ਚ ਜਾਂਦੇ ਸੀ, ਹੁਣ 35% ਜਾਂਦੇ ਨੇ, ਹੁਣ ਇਨਕਰੀਜ਼ ਹੋ ਗਿਆ। ਤੁਸੀਂ ਗੇਮ ਪਤਾ ਕੀ ਖੇਡੋ, 1D 2D, 1 ਆਏ 2 ਆਏ, 1 ਐਸ। ਮਤਲਬ ਧਿਆਨ ਨਾਲ ਦੇਖੋ, 2 ਆਏ ਨੇ, 2 ਇਨਕਰੀਜ਼ ਹੋਏ ਨੇ, 2 ਡੀ ਨੇ, 2 ਡਿਕਰੀਜ਼ ਹੋਏ ਨੇ, 1 ਐਸ ਹੈ, 1 ਸੇਮ ਰਿਹਾ। ਤੁਸੀਂ ਇਹ 'ਚ ਖੇਡਣਾ ਪਤਾ ਕੀ ਹੈ, ਇੰਟਰੋਡਕਸ਼ਨ ਸਭ ਤੋਂ ਵਧੀਆ ਤਰੀਕੇ ਨਾਲ ਦਿਖਾਵਾਂ ਕਿਵੇਂ ਬਣਾਓਗੇ। ਦਾ ਗ੍ਰਾਫਸ, ਦੋਨੇ ਦਾ ਗ੍ਰਾਫਸ, ਕੋਈ ਚੇਂਜ ਨਹੀਂ, ਬਿਲੋ ਲਿਖਣਾ ਨਹੀਂ, ਸ਼ੋ ਰੀਪ੍ਰੈਜ਼ੈਂਟ, ਹਾਓ ਪਾ ਲਓ, ਪੀਪਲ ਦਾ ਇੰਡੀਵਿਜੂਅਲ ਇਨ ਅ ਯੂਰਪੀਅਨ ਸਿਟੀ ਦਾ ਟਾਊਨ, ਰੀਚਡ ਦਾ ਅਰਾਈਵਡ देयर ऑफिस द वर्क प्लेस एंड कम बैक होम द हाउस in the during 1955 and 2009। ਜਿਹਦਾ ਸਿਨੋਨਿਮ ਆਇਆ ਉਹਦਾ ਲਿਖਿਆ, ਜਿਹਦਾ ਨਹੀਂ ਆਇਆ ਉਹਦਾ ਨਹੀਂ ਲਿਖਿਆ, ਦੈਟਸ ਇਟ। ਤੁਸੀਂ ਸਮਝੇ ਮੇਰੀ ਗੱਲ? ਕਹਿਣ ਦਾ ਮਤਲਬ ਇਹ ਹੈਗਾ ਕਿ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਇੰਟਰੋਡਕਸ਼ਨ ਕਿਵੇਂ ਲਿਖਣੀ ਹੈ। ਜੇ ਤੁਹਾਨੂੰ ਕਿਸੇ ਦਾ ਸਿਨੋਨਿਮ ਆਉਂਦਾ ਹੈ ਉਹ ਰੀਫਰੇਸ ਕਰ ਦੋ, ਜੇ ਨਹੀਂ ਆਉਂਦਾ ਨਾ ਕਰੋ। ਹੁਣ ਆਪਣੇ ਕੋਲੇ 2 ਇਨਕਰੀਜ਼ ਇੱਕ ਪੈਰੇ 'ਚ ਲਿਖੋ, 2 ਡਿਕਰੀਜ਼ ਇੱਕ ਪੈਰੇ 'ਚ ਲਿਖੋ, ਤੇ ਲਿਖਣ ਦਾ ਤਰੀਕਾ ਦਿਖਾਵਾਂ ਕਿਵੇਂ ਹੈ। ਤੁਸੀਂ ਇੱਕ ਕੰਮ ਕਰਨਾ ਹੈ, 1-2 ਲਾਈਨਾਂ ਮੈਂ ਲਿਖ ਕੇ ਦਿਖਾਣਾ। ਦੇਖੋ ਤੁਸੀਂ ਕਰਨਾ ਕੀ ਹੁੰਦਾ ਪੁੱਤ, ਦੇਖਿਓ, ਇਨ 1959 ਦੇ ਵਿੱਚ ਪੀਪਲ preferred foot, people preferred to go to office by foot on 55%। परसेंट तो पहला ऑन पाने ने ਆਪਾਂ, ठीक है। फिर की करने, कॉन्ट्राडिक्ट करने, वर्ड यूज करो वेयर एज, कॉन्ट्राडिक्ट करता, वेयर एज in 2009 it decreased and reached 1/4 समझ गए? देखो FO 1/4, ਤੁਸੀਂ ਆ ਦੇਖੋ 25 ਨੰਬਰ ਦਿੱਤਾ ਹੋਇਆ, 25 ਚੌਕਾ 100, ਤਾਂ 25 ਨੂੰ ਆਪਾਂ ਨੇ 1/4 ਕਹਿਤਾ। ਕਹਿੰਦੇ ਲੋਕ ਪਹਿਲਾਂ 55% ਸੀਗੇ, ਹੁਣ 1/4 ਰਹਿ ਗਏ, ਇੱਕ ਤਰੀਕਾ ਹੋ ਗਿਆ। ਫਿਰ ਕੀ ਕਰੋਗੇ, ਇਹ ਕੀ ਸੀਗਾ, ਡਿਕਰੀਜ਼ ਹੋਇਆ। ਹੋਰ ਕੀ ਚੀਜ਼ ਡਿਕਰੀਜ਼ ਆ ਰਿਹਾ, ਡਿਕਰੀਜ਼ ਇਹ ਬਸ। ਇਨ 1959 ਦੇ ਵਿੱਚ ਪੀਪਲ ਪ੍ਰੈਫਰਡ ਬਾਈ ਬੱਸ ਵਾਜ਼ ਔਨ 15% and in 2009 there was a minor change, थोड़ी चेंज है ना, 13% है, and reached 13%। In 1959 and 2009 people preferred the bus on the same level 15%। ਆ ਜਿਹੜਾ 5% ਹੈ ਨਾ, ਇਹਨੂੰ ਨੈਗਲੀਜੀਬਲ ਵੀ ਕਹਿੰਦੇ ਨੇ, ਨੈਗਲੀਜੀਬਲ।
ਨੈਗਲੀਜੀਬਲ ਹੁੰਦਾ ਵੀ ਬਸ ਨਾ ਮਾਤਰ ਮਤਲਬ ਅਦਰ ਟਰਾਂਸਪੋਰਟ ਨੇ ਜਿਹੜੇ ਉਹ 1959 ਚ ਨੈਗਲੀਜੀਬਲ ਵਾਂਗੂ ਸੀ, ਬਟ in 2009 it increased and reached 12%. ਤੇ ਲਾਸਟ ਦੇਖੋ ਲਿਖਣ ਦਾ ਤਰੀਕਾ ਵੀ ਵਧੀਆ ਸਿਖਾਉਣਾ। in 1959 ਜਿਹੜੇ ਕਾਰ ਸੀ ਉਹ 10% ਲੋਕ ਯੂਜ਼ ਕਰਦੇ ਸੀ, 2009 ਚ ਅਪਰੋਕਸੀਮੇਟਲੀ 1/3 ਲੋਕ ਯੂਜ਼ ਕਰਦੇ ਨੇ, 35% ਹੋ ਗਏ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਦੋਨਾਂ ਦਾ ਕੰਪੈਰੀਜ਼ਨ ਕਰਕੇ ਲਿਖੋਗੇ ਤਾਂ ਸਭ ਤੋਂ ਵਧੀਆ ਹੋਊਗਾ। ਰਹੀ ਗੱਲ ਇਹਦੇ ਓਵਰਆਲ ਦੀ, ਤੇ ਓਵਰਆਲ ਦੇ ਵਿੱਚ ਕੁਝ ਨਹੀਂ ਕਰਨਾ ਹੁੰਦਾ। ਇਹ ਦੇਖੋ ਸਭ ਤੋਂ ਵੱਧ ਕੌਣ ਗਿਆ, ਸਭ ਤੋਂ ਘੱਟ ਕੌਣ ਗਿਆ। ਸਭ ਤੋਂ ਵੱਧ ਮੈਨੂੰ ਲੱਗਦਾ ਵੱਡਾ ਨੰਬਰ ਕਿਹੜਾ 35 ਫੁੱਟ, ਮਤਲਬ 2009 ਦੇ ਵਿੱਚ ਫੁੱਟ ਮੈਕਸਿਮਮ ਰਿਹਾ ਤੇ ਅਦਰ ਮਿਨੀਮਮ ਰਿਹਾ। 1959 ਦੇ ਵਿੱਚ ਫੁੱਟ, ਆਪਾਂ ਇਹ ਲਿਖ ਲਓ ਦੋਨਾਂ 'ਚ ਫੁੱਟ ਨਹੀਂ, ਇਧਰ ਨਹੀਂ, ਫੁੱਟ ਨਹੀਂ, ਹਾਂ 1959 ਦੇ ਵਿੱਚ ਕੀ ਜ਼ਿਆਦਾ ਹੈਗਾ, ਫੁੱਟ ਹੈ, ਇਹ 'ਚ ਫੁੱਟ ਨਹੀਂ ਹੈਗਾ, ਇਹ 'ਚ ਕਾਰ ਹੈ, ਸੌਰੀ ਥੋੜਾ ਜਿਹਾ ਓਵਰਆਲ ਮੈਂ ਦੁਬਾਰਾ ਦੱਸ ਦਿੰਦਾ ਪਲੀਜ਼, ਥੋੜਾ ਕਲਰ ਕਰਕੇ ਮਿਸਟੇਕ ਹੋ ਗਿਆ। 1959 ਦੇ ਵਿੱਚ ਫੁੱਟ ਸਭ ਤੋਂ ਜ਼ਿਆਦਾ ਸੀਗਾ, ਮੈਕਸਿਮਮ ਸੀਗਾ, ਅਦਰ ਮਿਨੀਮਮ ਸੀਗਾ। 2009 ਦੇ ਵਿੱਚ ਕਾਰ ਮੈਕਸਿਮਮ ਹੈ ਤੇ ਜਿਹੜਾ ਅਦਰ ਹੈ ਉਹ ਮਿਨੀਮਮ ਹੈ। ਜਾਂ ਤੁਸੀਂ ਇਸ ਨੂੰ ਹੋਰ ਵਧੀਆ ਤਰੀਕੇ ਨਾਲ ਲਿਖ ਸਕਦੇ ਹੋਗੇ, ਅਦਰ ਮੀਨਸ ਆਫ ਟਰਾਂਸਪੋਰਟ ਵਾਜ਼ ਮਿਨੀਮਮ ਇਨ ਬੋਥ ਗ੍ਰਾਫ। ਅਦਰ ਦੋਨਾਂ 'ਚ ਘੱਟ ਹੈ ਨਾ, ਅਦਰ ਦੋਨਾਂ 'ਚ ਘੱਟ ਹੈ, ਜਿਹੜਾ ਅਦਰ ਮੀਨਸ ਆਫ ਟਰਾਂਸਪੋਰਟ ਹੈ ਉਹ ਮਿਨੀਮਮ ਹੈ ਦੋਨਾਂ ਦੇ ਵਿੱਚ, ਬਲਕਿ ਜਿਹੜਾ ਇੱਕ 'ਚ ਕਾਰ ਹੈ ਇੱਕ 'ਚ ਫੁੱਟ ਹੈ। ਗੱਲ ਖਤਮ। ਰਹੀ ਗੱਲ ਜਰਨਲ ਵਾਲਿਓ ਤੁਹਾਡੀ, ਇਹ ਗੱਲ एकेडमिक ध्यान ਨਾਲ सुन लो, ओवरऑल हमेशा लास्ट ते लिखना है, पहला नहीं लिखना, ये गलती ना कर दी कदे, ठीक है। जीटी ਤੁਹਾਡਾ टास्क की है आज ਤੁਹਾਨੂੰ देखते हैं। देयर इज अ पब्लिक पार्क नियर वेयर यू लिव, जिथे तुसी रहने हो ते पब्लिक पार्क है। यू हैव हर्ड दैट द लोकल काउंसिल वांट्स टू सेल दिस पार्क। ओ माय गॉड, थोड़े नेड़े कोई पार्क है, देखो एक गल सारे पता, जिन्हें वेचने उन्हें वेच देना है, थोड़े लैटरां लूटरां नाल कुछ नहीं हुंदा, पर हाँ सानू 3 बैंड मिल जान, इहदे वर्गी कोई रीस नहीं। कहना थोड़े नेड़े कोई पार्क है, उन्होंने पब्लिक कौंसल कहते वेचांगे। सब तो पहला उन्होंने दसो, लोकल न्यूज़पेपर च तुसी ऐड दे दो जी, इंट्रोड्यूस योरसेल्फ, मेरा नाम आ है, तो प्लीज़ ये पंगा ना ले लियो, नहीं फिर सरकारी कामां च काम औखा है ना, जिहड़ा वेचदा कोई वेचदे, जिहड़ा रखदे थोने कुछ नहीं लेना, ठीक है। भावें तुसी ऐ कह दो भी वीर जी ਜਿਹੜਾ ਤੁਸੀਂ ਪਾਰਕ ਵੇਚ ਰਹੇ ਹੋ ਨਾ, ਪਲੀਜ਼ ਉਹ ਜੋ ਇੱਕ ਪਲਾਟ ਸਾਡਾ ਰੱਖ ਦਿਓ, ਐਵੇਂ ਨਹੀਂ ਕਰਨਾ ਵੀਰ ਜੀ। ਤਾਂ ਕਹਿਣ ਦਾ ਮਤਲਬ ਕੀ ਹੈ, ਸਭ ਤੋਂ ਪਹਿਲਾਂ ਲੋਕਲ ਨਿਊਜ਼ਪੇਪਰ ਨੂੰ ਇੰਟਰੋਡਿਊਸ ਕਰੋ ਵੀ ਮੇਰਾ ਨਾਮ ਰਮਨ ਸ਼ਰਮਾ ਹੈ, ਮੈਂ ਪਾਤੜਾਂ ਦਾ ਰਹਿਣ ਵਾਲਾ, ਮੇਰੀ ਕੁਆਲੀਫਿਕੇਸ਼ਨ ਆ ਕਰੀ ਹੋਈ ਹੈ, ਮੈਂ ਯੂਥ ਹਾਂ, ਸੁਸਾਇਟੀ ਦੇ ਵੈਲਫੇਅਰ ਹਾਂ। ਡਿਸਕ੍ਰਾਈਬ ਦਾ ਇੰਪੋਰਟੈਂਸ ਆਫ ਦਾ ਪਾਰਕ। ਪਾਰਕ ਦੀ ਇੰਪੋਰਟੈਂਸ ਕੀ ਹੈ ਕਿ ਉੱਥੇ ਹਰ ਏਜ ਦਾ ਜਿਹੜਾ ਪਰਸਨ ਹੈ ਉਹ ਆਉਂਦਾ ਹੈ, ਉੱਥੇ ਸਵਿੰਗਸ ਵੀ ਨੇ, ਬੱਚੇ ਵੀ ਝੂਲਦੇ ਨੇ, ओल्ड पीपल ने वो योगा करते हैं। मतलब पार्क के फायदे किहड़े किहड़े हुंदे ने तुसीं ओह दसने ने, वो भी सीधे सीधे फायदे, हाँ सीधे फायदे, ठीक है। दूजी गल, से वट एक्शन यू विल टेक इफ द कौंसल कंटिन्यूज विद दिस प्लान। तुसीं फिर की एक्शन लओगे जे कौंसल कहोगी भी मैं तां उस्ताद वेचूं। जिहड़ा लैटर है फॉर्मल है, क्योंकि तुसीं न्यूज़पेपर वाले बंदे नूं लिख रहे हो, रिस्पैक्टेड बंदा है वो। सब तो पहला अपने आप को इंट्रोड्यूस करने भी मैं कौन हाँ। दूजे नंबर ते तुसी पार्क की इंपॉर्टेंस दसनी, तुहानूं पता होनी चाहिए पार्क की इंपॉर्टेंस की होंदी है। ते तीजे नंबर ते तुसी ये कह सकते भी जे किते उन्होंने पार्क नूं बेचता तो मैं हाई कोर्ट तक भी जाऊँगा या जाऊँगी, है ना, तो मैं इन्हां दे उत्ते केस भी करूँगा या करूँगी, जो भी हैगा। ते लास्ट ते फॉर्मल लैटर है जिहड़ा जदों वो बंद करते हुंदे आ तां यूअर फेथफुली तो वो बंद हुंदा हुंदा है, दैट्स इट। एक कंप्लीट तुहानूं जिहड़े मैं सारे मॉड्यूल दिते आ, अज मैं तुहानूं यकीन करो राइटिंग भी पढ़ाया टास्क 2, रीडिंग पढ़ाया MCQ, लिसनिंग दे पहले 10 क्वेश्चन पढ़ाए, स्पीकिंग दे 3 टास्क पढ़ाए, राइटिंग दे टास्क 2 पढ़ाए। सैटिस्फैक्शन हैगी है, दैट्स ओके। पेपर क्लीयर होगा, जहाज़ की डारी मारांगे, तो खुश रहो, जिउंदे रहो, वसदे रहो। उत्थे जाके बहुत सोहणियां सोहणियां वीडियोज़ बना के भेजो,
ਆਨਲਾਈਨ ਕਲਾਸ ਅੱਜ ਪੂਰੀ ਰਿਕਾਰਡ ਕਰੀ ਹੈ ਤੇ ਬਹੁਤ ਸਾਰੇ ਭੈਣ ਭਰਾ ਆਪਣੇ ਦੋਸਤ ਮਿੱਤਰ ਨੇ ਜਿਹੜੇ ਦੇਖਣਗੇ ਕਿ ਇਹ ਕਲਾਸ ਕਿਵੇਂ ਰਹੀ, ਠੀਕ ਹੈ ਨਾ। ਤਾਂ ਬਹੁਤ ਲੋਕ ਕਹਿੰਦੇ ਆ ਨਾ ਵੀ ਡੈਮੋ ਦੇ ਦਿਓ, ਅੱਜ ਡੈਮੋ ਹੀ ਮਿਲ ਜਾਊਗਾ, ਠੀਕ ਆ। ਤੇ ਥੈਂਕ ਯੂ ਸੋ ਮਚ।